रल मिल के बैठ के गुरु ग्रंथ साहब जी के दर्शन कर रही साध संगत जी। वाहिगुरू जी का खालसा वाहिगुरू जी की फतेह। गुरु ग्रंथ साहब जी की चल रही लड़ीवार विचारा विच अज अंक नंबर 1063 तो अगे पाठ करना। मारू राग विच महला तीजा जी के उच्चारण किए हुए सोहलियां के पाठ चल रहे हैं, जिस विच 20वें सोहले दे 2 पदियां तक के पाठ पहला हो चुके हैं। अज अगों पाठ करना। तेरा पाना मन्ने सो मिले तुद आए, जिस पाना पावे सो तुझे समाए। पाने विच वड्डी वडियाई पाना किसे कराएंदा। तेरा पाना मन्ने सो मिले तुद आए, जिस पाना पावे सो तुझे समाए। पाने विच वड्डी वडियाई पाना किसे कराएंदा। तेरा पाना मन्ने, पाना भाव रजा मर्जी ਅਸੀਂ ਧਿਆਨ ਦਈਏ, ਉਸਦੀ ਮਰਜ਼ੀ ਤੇ ਸਾਨੂੰ ਮੰਨਣੀ ਪੈਣੀ ਹੈ। ਪਰ ਗੁਰੂ ਸਾਹਿਬ ਕਹਿ ਰਹੇ ਨੇ ਤੇਰਾ ਭਾਣਾ ਮੰਨੇ ਸੋ ਮਿਲੇ ਤੁਧ ਆਏ। ਅਸੀਂ ਉਸਦੀ ਰਜ਼ਾ ਵਿੱਚ ਹਾਂ, ਅਸੀਂ ਸਾਨੂੰ ਉਸਦੀ ਮਰਜ਼ੀ ਮੰਨਣੀ ਪੈਂਦੀ ਏ, ਪਰ ਅਸੀਂ ਉਸਦੀ ਮਰਜ਼ੀ ਨੂੰ ਕਬੂਲ ਨਹੀਂ ਕਰਦੇ, ਖਿੜੇ ਮੱਥੇ ਨਹੀਂ ਲੈਂਦੇ। ਸਾਨੂੰ ਜੋ ਮਿਲੇ ਅਸੀਂ ਦੁਖੀ ਰਹਿੰਦੇ ਹਾਂ। ਸਭ ਕੁਝ ਅਸੀਂ ਉਸਦੀ ਦਾਤਾਵਾਂ ਉਹਦੇ ਕੋਲੋਂ ਹੀ ਲੈ ਰਹੇ ਹਾਂ, ਔਰ ਸਾਰੀਆਂ ਦਾਤਾਵਾਂ ਲੈ ਕੇ ਵੀ ਅਸੀਂ ਨਾ ਸ਼ੁਕਰੇ ਹੋਏ ਜਿਉਂਦੇ ਹਾਂ। ਮੈਨੂੰ ਬਹੁਤਾ ਮਿਲਿਆ ਹੈ, ਲੇਕਿਨ ਮੇਰੇ ਪੜੋਸੀ ਨੂੰ ਕੁਝ ਮਿਲ ਗਿਆ ਤੇ ਮੈਨੂੰ ਖੁਸ਼ੀ ਨਹੀਂ ਹੈ। ਗੁਰੂ ਸਾਹਿਬ ਬਾਰ-ਬਾਰ ਸਾਨੂੰ ਸਮਝਾਣਾ ਕਰ ਰਹੇ ਹਨ, ਬਾਰ-ਬਾਰ ਤੇਰਾ ਭਾਣਾ ਮੰਨੇ ਪਾਉ ਖਿੜੇ ਮੱਥੇ ਲਵੇ। ਜਿਹੜੇ ਤੇਰੀ ਰਜ਼ਾ ਵਿੱਚ ਜਿਹਨੂੰ ਜੀਉਣਾ ਆ ਜਾਏ, ਜੇ ਸੁਖ ਆਇਆ ਤਾਂ ਵੀ ਸਰੀਰਿਕ ਤਲ ਤੇ, ਜੇ ਦੁੱਖ ਆਇਆ ਤਾਂ ਵੀ तेरी रजा है। परमात्मा तेरा पाना है। तेरा पाना मन्ने सो मिले तुद आए। कहते जेकर कोई पाना मनन वाली अवस्था विच पहुंच जाए, सुख ते दुख नु सम करके मनन लग पवे, सो मिले तुद आए। कहते उदी तेरे नाल मिलाप हो जाता है, तेरे नाल उसदी सांझ हो जाती है। जिस भाना भावे सो तुझे समाए। जिन्हों भाना पाउंदा है, जो भाने नू खिड़े मत्थे लैंदा है, सो तुझे समाए, वो तेरे विच ही लीन हो जाता है। तेरे विच ही उदी सूरत जुड़ जाती है, तेरे विच उदी लीनता बन जाती है। भाने विच वड्डी वडियाई भाना किसे कराएंदा। भाने विच वड्डी वडियाई भाने विच ही पाओ मन दी ओ अवस्था, जिस अवस्था विच ओ अवस्था जिथे मन ऐ मन लवे कि जो भी हो रहा है उसकी रजा मुताबिक हो रहा है ते मेरे लिए भला ही हो रहा है। ਅਸੀਂ ਧਿਆਨ ਦਈਏ ਨਾ, ਕਦੀ ਸਾਨੂੰ ਬਿਮਾਰ ਹੋਈਏ ਅਸੀਂ ਜਾਂ ਸਾਨੂੰ ਕੋਈ ਚੋਟ ਲੱਗੀ ਹੋਏ, ਡਾਕਟਰ ਸਾਡਾ ਇਲਾਜ ਕਰਦਾ ਹੈ ਤੇ ਸਾਨੂੰ ਤਕਲੀਫ ਵੀ ਹੁੰਦੀ ਹੈ, ਕਈ ਵਾਰੀ ਕੋੜੀ ਦਵਾਈਆਂ ਵੀ ਖਾਣੀ ਪੈਂਦੀਆਂ, ਲੇਕਿਨ ਅਸੀਂ ਜਾਣਦੇ ਹਾਂ ਕਿ ਇਹ ਕੋੜੀ ਦਵਾਈ ਜਿਹੜੀ ਮਿਲੀ ਹੈ ਮੈਨੂੰ, ਇਹਦੇ ਵਿੱਚ ਵੀ ਮੇਰਾ ਭਲਾ ਹੀ ਹੈ। ਅਸੀਂ ਆਪ ਹੀ ਡਾਕਟਰ ਦੇ ਅੱਗੇ ਜਾਂਦੇ ਹਾਂ कि मेरी ये चोट लगी है, मेरा इलाज कर, दर्द होती है, तकलीफ होती है, फिर भी बार बार जाते हैं। पता है जे इलाज नहीं कराया तो मैनू होर ज्यादा तकलीफ होनी है। लेकिन दुनियावी तौर ते जेकर सानू शरीरिक तल ते कोई होर दुख तकलीफ आ जाए, असी समझ नहीं पाते कि वो कारण की है, उसके पीछे असी ए नहीं जान पाते कि मेरे अपने किए हुए कर्म हैं जिन्हां दी वजह करके दुख तकलीफां आ रही हैं, ਇਹ ਪਰੇਸ਼ਾਨੀਆਂ ਆ ਰਹੀਆਂ ਹਨ। ਤੇ ਇੰਜ ਸਮਝ ਲਈਏ ਇਹ ਉਸ ਪਰਮਾਤਮਾ ਦੇ ਸਿਗਨਲ ਸਿਸਟਮ ਹੈ, ਉਹ ਸਾਨੂੰ ਸਿਗਨਲ ਦੇ ਰਿਹਾ ਹੈ। ਪਰਮਾਤਮਾ ਸਾਨੂੰ ਸੁਚੇਤ ਕਰ ਰਿਹਾ ਕਿ ਅਜੇ ਵੀ ਸੰਭਲ ਜਾ, ਜਿਹੜੀ ਰਾਹ ਤੇ ਟੁਰ ਰਿਹਾ ਹੈ ਉਹ ਰਾਹ ਅੱਗੇ ਤੈਨੂੰ ਹੋਰ ਜ਼ਿਆਦਾ ਤਕਲੀਫ ਦੇਣ ਵਾਲੀ ਹੈ ਤੇ ਅਜੇ ਹੀ ਸੰਭਲ ਜਾ। ਉਹ ਅਸੀਂ ਸਮਝ ਨਹੀਂ ਪਾਉਂਦੇ ਤੇ ਅਸੀਂ ਕਦੀ ਦੁਖੀ ਹੁੰਦੇ ਹਾਂ, ਕਦੀ ਰੋਂਦੇ ਹਾਂ। ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੇ ਕਰਾਏਂਦਾ।
ਕਹਿੰਦੇ ਨੇ ਕੋਈ ਵਿਰਲਾ ਹੀ ਹੈ ਜੋ ਤੇਰੇ ਪਾਣੇ ਵਿੱਚ ਸੁਖ ਮਾਣਨ ਲੱਗ ਪੈਂਦਾ ਹੈ। ਕੋਈ ਵਿਰਲਾ ਹੀ ਹੈ ਤਤੀ ਤਵੀ ਤੇ ਬੈਠਾ ਵੀ ਆਨੰਦਿਤ ਹੈ। ਕੋਈ ਵਿਰਲਾ ਹੀ ਹੈ ਬੰਦ ਬੰਦ ਕਟਾਉਂਦੇ ਵੀ ਆਨੰਦਿਤ ਹੀ ਹੈ। ਪਾਣਾ ਕਿਸੇ ਕਰਾਇੰਦਾ ਕੋਈ ਵਿਰਲਾ ਹੀ ਹੈ ਜਿਹਦੀ ਮਨ ਦੀ ਇੰਨੀ ਉੱਚੀ ਤੇ ਸੁੱਚੀ ਅਵਸਥਾ ਬਣ ਜਾਂਦੀ ਹੈ ਜਿਹੜਾ ਤੇਰੇ ਪਾਣੇ ਨੂੰ ਸੱਚ ਕਰਕੇ ਮੰਨਣ ਲੱਗ ਪੈਂਦਾ ਹੈ, ਤੇਰੀ ਰਜ਼ਾ ਮੁਤਾਬਿਕ ਜਿਉਂਦਾ ਵੀ ਹੈ ਤੇ ਤੇਰੀ ਰਜ਼ਾ ਨੂੰ ਸੱਚ ਕਰਕੇ ਮੰਨਣ ਵੀ ਲੱਗ ਪੈਂਦਾ ਹੈ। ਅਸੀਂ ਧਿਆਨ ਦੇਈਏ ਨਾ, ਅਸੀਂ ਗੁਰਦੁਆਰੇ ਜਾਂਦੇ ਹਾਂ, ਪਾਠ ਕਰਦੇ ਹਾਂ, ਬਹੁ ਗਿਣਤੀ ਦੇ ਅੰਦਰ ਅਸੀਂ ਤੱਕਿਆ ਜਦ ਕਿਸੇ ਨੂੰ ਤਕਲੀਫ ਆ ਜਾਏ, ਅਸੀਂ ਸਵਾਲਾਂ ਦੇ ਵਿੱਚ ਵੀ ਅਸੀਂ ਤੱਕੀਏ, ਅਸੀਂ ਕਹਿੰਦੇ ਹਾਂ ਉੱਥੇ ਬਹੁਤ ਗੁਰਬਾਣੀ ਪੜ੍ਹਨ ਵਾਲਾ ਹੈ, ਜਾਂ ਇਤਿਹਾਸ ਦੇ ਪੰਨਿਆਂ ਵਿੱਚ ਅਸੀਂ ਕਰਦੇ ਹਾਂ ਪਾਣੀ ਪੜਨ ਵਾਲੇ ਸਨ, ਉਹਨਾਂ ਨੂੰ ਤਕਲੀਫ ਕਿਉਂ ਮਿਲੀ, ਜਾਂ ਕਿਧਰੇ ਸਾਡੇ ਜੀਵਨ ਵਿੱਚ ਤਕਲੀਫ ਆ ਜਾਏ, ਗੁਰੂ ਸਾਹਿਬ ਮੈਂ ਪੜਿਆ ਸੀ ਤੇ ਮੈਨੂੰ ਤਕਲੀਫ ਕਿਉਂ ਆਈ, ਅਜੇ ਉਹ ਉੱਚੀ ਅਵਸਥਾ ਦੀ ਮਤਲਬ ਪ੍ਰਾਪਤੀ ਨਹੀਂ ਹੋਈ, ਅਜੇ ਤੱਕ ਉਹ ਸਮਝ ਵਿੱਚ ਨਹੀਂ ਵਾਸਾ ਹੋਇਆ ਜਿਸ ਥਾਂ ਤੇ ਜਿਸ ਸਿੱਕੇ ਤੇ ਖੁਸ਼ੀ ਵੀ ਤੇਰੀ ਦਾਤ ਹੈ, ਗਮੀ ਵੀ ਤੇਰੀ ਦਾਤ ਹੈ, ਇਹ ਵੀ ਦਾਤ ਤੇਰੀ ਦਾਤਾਰ, ਕੇਤੀਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਉਹ ਵਾਲੀ ਜਦੋਂ ਅਵਸਥਾ ਬਣ ਜਾਂਦੀ ਹੈ ਤੇ ਗੁਰੂ ਸਾਹਿਬ ਕਹਿ ਰਹੇ ਪਾਣਾ ਕਿਸੇ ਕਰਾਇੰਦਾ ਕੋਈ ਵਿਰਲਾ ਹੈ ਜਿਹੜੀ ਉਸ ਅਵਸਥਾ ਤੇ ਪਹੁੰਚ ਕੇ ਤੇਰੇ ਪਾਣੇ ਨੂੰ ਸੱਚ ਕਰਕੇ ਮੰਨਣ ਲੱਗ ਪੈਂਦਾ ਹੈ ਤੇ ਪਾਣੇ ਦੇ ਵਿੱਚ ਹੀ ਜਿਸ ਪਾਣਾ ਪਾਵੇ ਸੋ ਤੁਝੇ ਸਮਾਏ ਤੇਰੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜੀ ਅਰਵਿੰਦਰ ਜੀ। ਅਸੀਂ ਕੱਲ ਵੀ ਵਿਚਾਰਦੇ ਪਏ ਸੀ ਕਿ ਭਾਣਾ ਕੀ ਹੈ, ਜੋ ਰੱਬ ਨੂੰ ਪਾਉਂਦਾ ਹੈ। ਰੱਬ ਨੂੰ ਜੋ ਪਾਉਂਦਾ ਹੈ ਉਹ ਗੁਰੂ ਦੇ ਰਾਹੀਂ ਸਾਡੇ ਨਾਲ ਉਹਦੀ ਸਾਂਝ ਕਰੀ ਜਾਂਦਾ ਪਿਆ। ਜੋ ਰੱਬ ਨੂੰ ਪਾਉਂਦਾ ਉਹ ਸਾਨੂੰ ਪਾ ਨਹੀਂ ਰਿਹਾ, ਬਹੁਤੇਰਿਆਂ ਨੂੰ ਸਾਨੂੰ ਉਹ, ਕਿਉਂਕਿ ਉਹਨੇ ਮਾਇਆ ਮਮਤਾ ਕਰਤੇ ਲਾਈ ਹੈ, ਉਹਨੇ ਦੂਜਾ ਐਸਪੈਕਟ ਵੀ ਰੱਬ ਨੇ ਬੜਾ ਸਟਰੋਂਗ ਬਣਾ ਕੇ ਰੱਖਿਆ ਹੋਇਆ ਹੈ। ਕਹਿੰਦੇ ਸਾਰੀ ਖੇਡ ਹੀ ਉਸ ਪਰਮਾਤਮਾ ਦੀ, ਉਹ ਦੇਖਣਾ ਚਾਹੁੰਦਾ ਹੈ, ਕਹਿੰਦਾ ਹੁਣ ਆਪਣੇ ਆਪ ਨੂੰ ਬਚਾ ਕੇ ਦਿਖਾ। ਇਹ ਖੇਡ ਜਿਹੜੀ ਹੈ ਨਾ ਵੀ ਹੁਣ ਰੱਬ ਨੂੰ ਜੋ ਪਾਉਂਦਾ ਉਹ ਗੁਰੂ ਦੇ ਰਾਹੀਂ, ਕਹਿੰਦਾ ਪਰਤਰਿਆ ਰੂਪ ਨਾ ਪੇਖੇ ਨੇਤਰ, ਫਰੀਦਾ ਬੁਰੇ ਦਾ ਭਲਾ ਕਰ, ਇਹ ਚੀਜ਼ਾਂ ਰੱਬ ਨੂੰ ਪਾਉਂਦੀਆਂ ਨੇ ਤੇ ਸਾਨੂੰ ਇਹ ਭਾ ਨਹੀਂ ਰਹੀਆਂ। ਲੇਕਿਨ ਜੇ ਗੁਰੂ ਦੀ ਕਿਰਪਾ ਸਦਕਾ, ਰੱਬ ਦੀ ਬਖਸ਼ਿਸ਼ ਸਦਕਾ ਜੇ ਸਾਨੂੰ ਇਹ ਭਾਣਾ ਸ਼ੁਰੂ ਹੋ ਜਾਵੇ, ਜੋ ਰੱਬ ਨੂੰ ਪਾਉਂਦਾ ਹੈ, ਜੇ ਕਿਤੇ ਸਾਨੂੰ ਵੀ ਭਾਣਾ ਸ਼ੁਰੂ ਹੋ ਜਾਵੇ ਤੇ ਕਹਿੰਦੇ ਨੇ ਤੇਰਾ ਭਾਣਾ ਮੰਨੈ, ਕਹਿੰਦੇ ਸੋ ਮਿਲੇ ਤੁਧ ਆਏ। ਜਿਹੜੇ ਤੇਰੇ ਭਾਣੇ ਨੂੰ ਪਸੰਦ ਕਰਨਾ ਸ਼ੁਰੂ ਕਰ ਦੇਣਗੇ ਨਾ, ਜੇ ਤੇਰੇ ਭਾਣੇ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਨੇ, ਉਹ ਮਨੋ ਤੇਰਾ ਸਰੂਪ ਹੀ ਹੋ ਜਾਂਦਾ। ਇੱਕੋ ਬਾਣੀ ਦੀ ਹੋਰ ਪੰਕਤੀ ਆਉਂਦੀ ਹੈ, ਕਹਿੰਦੇ ਵੀ ਉਹ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਾ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਾਮ ਨਹੀਂ ਭੁੱਲਦਾ, ਜੋ ਨਾਮ ਦਾ ਪੱਲਾ ਨਹੀਂ ਛੱਡਦੇ, ਕਹਿੰਦੇ ਉਹ ਕੈਸੇ ਹੁੰਦੇ ਨੇ? ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਾ, ਅੱਗੇ ਕਹਿੰਦੇ ਨੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਹੜੇ ਬੰਦੇ ਨਾਮ ਦੇ ਆਸਰੇ, ਜਿਹੜਾ ਬਾਣੀ ਦਾ ਸਿਧਾਂਤ ਨਾ, ਤੂੰ ਕਰਤਾ ਤੂੰ ਹੁਆ, ਜਿਸ ਤੇ ਉਪਜਿਆ ਨਾਨਕਾ ਸੋਈ ਹੁਆ, ਜੋ ਤੇਰੇ ਜੀਵਨ ਦਾ ਲਕਸ਼ ਸੀ, ਭਈ ਪ੍ਰਾਪਤ ਮਾਨੁਖ ਦਿਓਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਥੇ ਕਹਿੰਦੇ ਨੇ ਸੋ ਮਿਲੇ ਤੁਧ ਆਏ, ਤੇਰੇ ਨਾਲ ਮਿਲਾਪ ਹੋ ਜਾਣਾ। ਜਿਨ੍ਹਾਂ ਨੂੰ ਰੱਬ ਦਾ ਭਾਣ, ਜੋ ਰੱਬ ਨੂੰ ਚੰਗਾ ਲੱਗਦਾ ਹੈ ਨਾ। ਕੱਲ ਇੱਕ ਸਵਾਲ ਵੀ ਸੀ ਬਈ ਭਾਣੇ ਔਰ ਹੁਕਮ ਵਿੱਚ ਫਰਕ ਕੀ ਹੈ? ਰੱਬ ਨੂੰ ਜੋ ਭਾਉਂਦਾ ਉਹ ਉਹਦਾ ਭਾਣਾ ਹੈ। ਜਦੋਂ ਅਸੀਂ ਰੱਬ ਦੀ ਗੱਲ ਕਰਨੇ ਆ ਨਾ, ਰੱਬ ਦੀ ਸਮਰੱਥਾ ਇੰਨੀ ਹੈ ਕਿ ਜੋ ਉਹਨੂੰ ਭਾਉਂਦਾ ਹੈ ਉਹ ਹੀ ਉਹਦਾ ਹੁਕਮ ਹੋ ਜਾਂਦਾ ਹੈ। ਦੇਖੋ ਅੱਜ ਅਸੀਂ ਕੁਝ ਚੀਜ਼ਾਂ ਭਾਨੇ, ਕੁਝ ਚੀਜ਼ ਸਾਨੂੰ ਚੰਗੀ ਲੱਗਦੀ ਹੈ, ਲੇਕਿਨ ਅਸੀਂ ਉਹਨੂੰ ਲਾਗੂ ਨਹੀਂ ਕਰਵਾ ਸਕਦੇ। ਅੱਜ ਵੱਡੀਆਂ ਸਰਕਾਰਾਂ ਵੀ ਜਿਹੜੀਆਂ ਨੇ ਨਾ, ਅੱਜ ਅਸੀਂ ਕਹਿ ਲਈਏ, ਅੱਜ ਦੇਸ਼ ਦੀ ਸਰਕਾਰ ਹੈ, ਅੱਜ ਦੇਸ਼ ਵਿੱਚ ਰਿਜ਼ਰਵੇਸ਼ਨ ਸਿਸਟਮ ਹੈ। ਜੇ ਸਰਕਾਰ ਭਾਵੇ ਵੀ ਨਾ ਇਹ ਕਰਨਾ, ਲੇਕਿਨ ਉਹ ਉਹਦਾ ਹੁਕਮ ਨਹੀਂ ਲਾਗੂ ਕਰਵਾ ਪਾਈ, ਬੜੀ ਬੰਦਿਸ਼ ਵਿੱਚ ਹੈ। ਲੇਕਿਨ ਰੱਬ ਦੀ ਸਮਰੱਥਾ ਦੀ ਜਦੋਂ ਅਸੀਂ ਗੱਲ ਕਰਨੇ ਆ ਨਾ, ਰੱਬ ਨੂੰ ਜੋ ਭਾਉਂਦਾ ਹੈ ਉਹ, ਕਿਉਂਕਿ ਉਹ ਸਰਵ ਸ਼ਕਤੀਮਾਨ ਹੈ, ਉਹਦੇ ਅੰਦਰ ਕੋਈ ਸਰਬ ਕਲਾ ਸਮਰੱਥ ਹੈ, ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਉਹ ਪੁੱਛ ਨਾ ਸਾਜੇ ਪੁੱਛ ਨਾ ਟਾਏ, ਅਭੁੱਲ ਨਾ ਭੁੱਲੇ ਲਖਿਓ ਨਾ ਚਲਾਵੇ, ਮੱਤਾ ਨਾ ਕਰੇ ਪਚਾਸਾ ਹੈ। ਉਹਨੂੰ ਜੋ ਗੱਲ ਭਾਉਂਦੀ ਹੈ ਨਾ ਉਹਦਾ, ਹਾਂ ਦੇਖੋ ਕੁਝ ਚੀਜ਼ਾਂ ਐਸੀਆਂ ਜੇ ਭਾਣੇ ਅਸੀਂ ਜੋ ਕਹਿੰਦੇ ਨੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ। ਹੁਣ ਹੁਕਮ ਤੇ ਹੈ ਕਿ ਬਈ ਜਦ ਤੱਕ ਸਵਾਸ ਰਹੇਂਗੇ, ਜਦ ਤੱਕ ਤੇਰੀ ਦੇਹੀ ਚਲਦੀ ਰਹੇਗੀ। ਲੇਕਿਨ ਜੇ ਰੱਬ ਨੂੰ ਭਾ ਜਾਵੇ, ਕਿਸੇ ਦਾ ਜੀਵਨ ਜਾਂ ਕੋਈ ਐਸਾ ਕੋਈ
ਕਹਿੰਦਾ ਜੇਤੇ ਜੀ ਜੀਵੇ ਲੈ ਸਾਹ, ਇਹ ਹੁਕਮ ਹੈ। ਜਿਤਨੇ ਜੀ ਜੀਣਗੇ ਉਹ ਸਵਾਸ ਲੈ ਕੇ ਹੀ ਜੀਣਗੇ। ਲੇਕਿਨ ਅੱਗੇ ਕਹਿੰਦੇ ਨੇ ਜੇ ਜੀ ਵਾਲੇ, ਜੇ ਰੱਬ ਨੂੰ ਭਾ ਜਾਏ ਕਿਸੇ ਦਾ ਜਿਉਂਦਾ ਰਹਿਣਾ, ਕਹਿੰਦਾ ਤਾਂ ਕੀ ਐਸਾ। ਰੱਬ ਕਿਸੇ ਨਿਯਮਾਂ ਦਾ ਬੰਦਿਆ ਹੋਇਆ ਨਹੀਂ ਹੈ। ਜਦੋਂ ਅਸੀਂ ਰੱਬ ਤੇ ਢੁਕਾਵਾਂਗੇ ਤੇ ਤਕਰੀਬਨ ਜੋ ਉਹਨੂੰ ਭਾਉਂਦਾ ਹੈ, ਕਿਉਂਕਿ ਉਹਦੀ ਸਮਰੱਥਾ ਹੀ ਇੰਨੀ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਜੋ ਸਾਨੂੰ ਭਾ ਜਾਵੇ ਹੋਵੇ ਉਹੀ, ਲੇਕਿਨ ਸਾਡੀ ਸਮਰੱਥਾ ਨਹੀਂ ਹੈ। ਤਾਂ ਸਾਡਾ ਭਾਣਾ ਸਾਡਾ ਹੁਕਮ ਨਹੀਂ ਬਣ ਸਕਦਾ, ਕਿਉਂਕਿ ਸਾਡੀ ਸਮਰੱਥਾ ਨਹੀਂ ਹੈ। ਲੇਕਿਨ ਜਦੋਂ ਰੱਬ ਦੀ ਗੱਲ ਕਰਾਂਗੇ ਨਾ, ਉਹਨੂੰ ਜੋ ਭਾਉਂਦਾ ਹੈ, ਉਹ ਕਿਸੇ ਨੂੰ ਪੁੱਛਦਾ ਨਹੀਂ, ਉਹ ਸਰਵ ਸ਼ਕਤੀਮਾਨ ਹੈ। ਉਹਨੂੰ ਜੋ ਪਾਉਂਦਾ ਰੱਬ ਦੇ ਪ੍ਰਥਾ ਹੀ ਉਹਦਾ ਭਾਣਾ ਹੀ ਮੰਨੋ, ਉਹਦੇ ਜਿਹੜੇ ਨਾ ਉਹ ਹੁਕਮ ਬਣ ਜਾਂਦੇ ਨੇ। ਵੀ ਇੱਥੇ ਅਸੀਂ ਕਹਿੰਦੇ ਵੀ ਭਾਣਾ, ਤੇਰਾ ਭਾਣਾ ਮੰਨੈ, ਜੋ ਤੇਰਾ ਭਾਣਾ ਮੰਨਦੇ ਨੇ ਨਾ, ਸੋ ਮਿਲੇ ਤੁਧ ਆਏ। ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ, ਜਾਂ ਮੰਨੇ ਨਾਉ ਸੋਈ ਜਣ ਜਾਏ। ਜਿਹਨੇ ਤੇਰਾ ਨਾਮ ਮੰਨਿਆ, ਕਹਿੰਦੇ ਵੀ ਉਹ ਅੱਛਾ, ਇਹ ਅਸੀਂ ਕਈ ਵਾਰ ਕਹਿੰਦੇ ਕਿ ਫਿਰ ਉਹ ਕਹਿੰਦੇ ਆਪਣਾ ਭਾਣਾ ਆਪੇ ਜਾਣੇ। ਤੈਨੂੰ ਭਾਉਂਦਾ ਕੀ ਹੈ ਨਾ। ਹੁਣ ਇੱਕ ਬਹੁਤਾਤ ਦੁਨੀਆ ਜਿਹਨੂੰ ਅਸੀਂ ਧਰਮੀ ਕਹਿੰਦੇ ਪਏ ਹਾਂ, ਜਿਹੜੇ ਆਪਣੇ ਆਪ ਨੂੰ ਧਰਮੀ ਸਮਝਦੇ ਵੀ ਪਏ ਨੇ, ਔਰ ਧਰਮ ਦੇ ਪ੍ਰਥਾਈ ਉਹ ਆਪਣੇ ਵੱਲੋਂ ਸੁਚੇਤ ਵੀ ਨੇ, ਉਹ ਆਪਣੀ ਆਪਣੀ ਧਾਰਮਿਕ ਕਿਰਿਆਵਾਂ ਨਿਭਾਏ ਜਾਂਦੇ ਪਏ ਨੇ। ਲੇਕਿਨ ਗੁਰੂ ਕੀ ਕਹਿੰਦਾ ਪਿਆ, ਕਹਿੰਦਾ ਆਪਣਾ ਭਾਣਾ ਆਪੇ ਜਾਣੇ। ਰੱਬ ਨੂੰ ਕੀ ਭਾਉਂਦਾ ਹੈ ਨਾ, ਉਹ ਉਹਨੂੰ ਇਕੱਲੇ ਨੂੰ ਪਤਾ ਹੈ। ਕਹਿੰਦੇ ਅੱਗੇ ਦੇ ਕੋਈ ਬੜੀ ਪਿਆਰੀ ਜੀ ਜਿਹੜਾ ਕਹਿ ਲੋ ਸਿਧਾਂਤ ਕਹਿ ਲੋ, ਕਹਿੰਦੇ ਆਪਣਾ ਭਾਣਾ ਆਪੇ ਜਾਣੇ, ਕਹਿੰਦੇ ਗੁਰ ਕਿਰਪਾ ਤੇ ਲਈਏ। ਰੱਬ ਨੂੰ ਕੀ ਭਾਉਂਦਾ ਹੈ, ਇਹਦੀ ਸੋਝੀ ਕਿੱਥੋਂ ਮਿਲੇ। ਮੈਂ ਨੰਗੇ ਪੈਰੀ ਜਾਵਾਂ ਜਾਂ ਨਾ ਜਾਵਾਂ। ਦੇਖੋ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੁਝ ਧਾਰਮਿਕ ਕਨਸੈਪਟਸ ਨੇ, ਅਸੀਂ ਇਹ ਕਹਿ ਕੇ ਚੀਜ਼ਾਂ ਚੰਗੀਆਂ ਨੇ ਜਾਂ ਮਾੜੀਆਂ ਨੇ। ਹੁਣ ਦੂਜੇ ਬੰਦੇ ਨੇ, ਉਹਨਾਂ ਦੀ ਧਾਰਮਿਕ ਕਨਸੈਪਟਸ ਨੇ। ਤੇ ਹੁਣ ਉਹ ਜਿਹੜਾ ਗੁਰੂ ਕਹਿੰਦਾ ਵੀ ਉਹ ਜਬ ਲਗ ਹੁਕਮ ਨਾ ਪੂੰਝਤਾ ਤਬ ਹੀ ਲੋ ਦੁਖੀਆ, ਵੀ ਉਹ ਜਿਹੜਾ ਮੌਨ ਧਾਰਨ ਕਰਦੇ ਪਏ ਨੇ, ਨੰਗੇ ਪੈਰੀ ਜਾਂਦੇ ਪਏ ਨੇ, ਅਨਾਜ ਦਾ ਤਿਆਗ ਕਰਦੇ ਪਏ ਨੇ, ਤੇ ਉਹ ਵੀ ਤੇ ਆਪਣੇ ਵੱਲੋਂ ਕੋਈ ਨਾ ਕੋਈ ਜਿਹੜਾ ਨਾ ਉਹ ਮਨੋਦ ਧਾਰ ਕੇ ਜਿਹੜਾ ਨਾ ਉਹ ਉਹਨੂੰ ਇੱਕ ਧਾਰਮਿਕ ਕਿਰਿਆ ਦੇ ਹਿਸਾਬ ਤੇ ਕਰੀ ਜਾਂਦੇ ਪਏ ਨੇ। ਅੱਛਾ, ਹੁਣ ਅਸੀਂ ਕਹਿੰਦੇ ਆ ਵੀ ਜੇ ਭਾਣਾ ਨਾ ਮੰਨੇ ਬਹੁਤ ਦੁੱਖ ਪਾਵੇ, ਵੀ ਸਾਰੇ ਗੱਲਾਂ ਅਸੀਂ ਕਹਿੰਦੇ ਪਏ ਆ, ਤੇ ਫਿਰ ਭਾਣਾ ਹੈ ਕੀ? ਇਹਦੀ ਤਾਂ ਸਾਨੂੰ ਰੱਬ ਨੂੰ ਕੀ ਭਾਉਂਦਾ। ਜੇ ਭਾਣੇ ਤੋਂ ਬਿਨਾਂ ਚਾਰਾ ਨਹੀਂ, ਜੇ ਜੋ ਰੱਬ ਨੂੰ ਭਾਉਂਦਾ ਉਹੀ ਸਾਨੂੰ ਭਾਉਣਾ ਚਾਹੀਦਾ। ਵੀ ਤੀਰਥ ਨਾਵਾਂ ਜੇ ਦਿਸ ਭਾਵਾਂ, ਜੇ ਮੈਂ ਤੀਰਥਾਂ ਤੇ ਨਾਣਾ ਮੇਰਾ ਰੱਬ ਨੂੰ ਚੰਗਾ ਲੱਗਦਾ ਹੋਵੇ ਤੇ ਕਿਉਂ ਨਾ ਨਾਵਾਂ। ਲੇਕਿਨ ਬਿਨ ਭਾਣੇ ਉਹਨੂੰ ਜੇ ਨਹੀਂ ਭਾਉਂਦਾ ਤੇ ਫਿਰ ਮੈਂ ਨਹਾ ਕੇ ਕੀ ਕਰਨਾ। ਧਰਮ ਦੀ ਹਰ ਕਿਰਿਆ ਦੇ ਪਿੱਛੇ ਰੱਬ ਨੂੰ ਪ੍ਰਸੰਨ ਕਰਨਾ, ਰੱਬ ਜਿਹੜਾ ਹੈ ਨਾ ਸੋਚ ਤੇ ਕਿੱਥੇ ਹੋਈ ਹੈ। ਜੇ ਉਹਦੇ ਨਾਲ ਨਾ ਪਾਉਂਦਾ ਹੋਵੇ, ਹੁਣ ਕਹਿੰਦੇ ਨੇ ਆਪਣਾ ਭਾਣਾ ਆਪੇ ਜਾਣੇ, ਰੱਬ ਹੀ ਜਾਣਦਾ ਉਹਨੂੰ ਕੀ ਪਾਉਂਦਾ ਹੈ। ਲੇਕਿਨ ਕਹਿੰਦੇ ਗੁਰ ਕਿਰਪਾ ਤੇ ਲਈਏ, ਗੁਰੂ ਦੀ ਕਿਰਪਾ ਸਦਕਾ ਸਾਨੂੰ ਇਹ ਸੋਝੀ ਮਿਲ ਜਾਂਦੀ ਹੈ। ਜਦੋਂ ਕਹਿੰਦੇ ਵੀ ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕਹਿੰਦਾ ਹੁਕਮ ਰਜ਼ਾਈ ਚੱਲਣਾ। ਫਿਰ ਹੁਕਮ ਕੀ ਨੇ, ਇਹ ਗੱਲ ਦੀ ਜੋ ਸੋਝੀ ਸਾਨੂੰ ਹੋਣੀ ਚਾਹੀਦੀ ਨਾ। ਅਸੀਂ ਬਹੁਤ ਮਿਹਨਤ ਕਰਦੇ ਜਾਈਏ, ਕੰਨ ਨਾਹੀ ਸੋ ਗਾਹਨ ਲਾਗੇ, ਧਾਏ ਧਾਏ ਦੁੱਖ ਪਾਏ। ਜੇ ਅਸੀਂ ਇਹ ਬਹੁਤ ਸਾਰੀ ਮਿਹਨਤ ਵੀ ਕਰਦੇ ਰਹੀਏ, ਤਾਂ ਕਰਕੇ ਗੁਰੂ ਦਾ ਸਾਡੇ ਜ਼ਿੰਦਗੀ ਵਿੱਚ ਆਣਾ ਬਹੁਤ ਜ਼ਰੂਰੀ ਹੈ। ਕਿਉਂਕਿ ਰੱਬ ਦੇ ਭਾਣੇ ਤੋਂ ਉਲਟੇ ਚੱਲਾਂਗੇ ਤੇ ਸਾਡਾ ਸਾਰਾ ਕੀਤਾ ਹੋਇਆ ਕੰਮ ਵਿਅਰਥ ਹੈ। ਤੇ ਉਹ ਭਾਣੇ ਦੀ ਸੋਝੀ ਕਿੱਥੋਂ ਮਿਲੇਗੀ? ਉਹ ਗੁਰੂ ਕੋਲੋਂ ਮਿਲੇਗੀ। ਕਹਿੰਦਾ ਤੇਰਾ ਭਾਣਾ ਮੰਨੇ ਸੋ ਮਿਲੇ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝੇ ਸਮਾਏ। ਜਿਸ ਨੂੰ ਜੋ ਰੱਬ ਨੂੰ ਭਾਉਂਦਾ ਹੈ, ਜੇ ਉਹ ਸਾਨੂੰ ਵੀ ਭਾਣਾ ਸ਼ੁਰੂ ਹੋ ਜਾਵੇ, ਜੇ ਸਾਨੂੰ ਉਹ ਚੰਗਾ ਲੱਗਣਾ ਸ਼ੁਰੂ ਹੋ ਜਾਵੇ, ਕਹਿੰਦੇ ਫਿਰ ਤੂੰ ਮਨ ਉਸ ਰੱਬ ਵਿੱਚ ਸਮਾਇਆ ਹੋਇਆ ਹੀ ਰਹੇਗਾ। ਕਹਿੰਦਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ। ਹਰੀ ਜਨ ਔਰ ਹਰੀ, ਜੋ ਹਰੀ ਦਾ ਦਾਸ ਬਣ ਜਾਂਦਾ ਹੈ, ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗਣਾ ਸ਼ੁਰੂ ਹੋ ਜਾਵੇ, ਕਹਿੰਦਾ ਹਰ ਜਨ ਹਰ ਹਰ ਹੋਇਆ, ਉਹ ਮਨੋਂ ਰੱਬ ਦਾ ਸਰੂਪ ਹੀ ਹੋ ਜਾਂਦਾ ਹੈ। ਭਾਣੇ ਵਿੱਚ ਵੱਡੀ ਵਡਿਆਈ, ਜਿਹੜੀ ਵੱਡੀ ਵਡਿਆਈ ਮਿਲਣੀ ਸੀ ਨਾ, ਉਹ ਦੁਨਿਆਵੀ ਵਡਿਆਈ ਨਹੀਂ ਵੀ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਨੀ ਹੋਏ, ਨਵਾਂ ਖੰਡਾ ਵਿੱਚ ਜਾਣੀਏ, ਨਾਲ ਚਲੇ ਸੋ ਕੋਈ ਚੰਗਾ ਨਾਮ ਰਖਾਏ ਕੇ ਜਸ ਕੀ। ਕਹਿੰਦੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਜੇ ਕਹਿੰਦਾ ਕਹੋ ਕਬੀਰ ਪਤ ਹਰ ਪ੍ਰਵਾਨ, ਅਸਲੀ ਪਤ, ਅਸਲੀ ਵਡਿਆਈ, ਅਸਲੀ ਸ਼ੋਭਾ ਕਿਹੜੀ ਹੈ? ਰੱਬ ਨੂੰ ਪ੍ਰਵਾਨ ਹੋ ਜਾਣਾ। ਦੁਨਿਆਵੀ ਤੌਰ ਤੇ ਸਾਡੇ ਕੋਲ ਕਿਤਨੀ ਮਿਲਕੀਅਤ ਹੈ, ਕਿਤਨੇ ਬੰਦੇ ਮੇਰੀ ਗੱਲ ਸੁਣਦੇ ਨੇ, ਕਿਤਨੇ ਬੰਦੇ ਮੈਨੂੰ ਫੋਲੋ ਕਰਦੇ ਨੇ। ਉਹ ਕਹਿੰਦੇ ਨੇ ਕਹੋ ਕਬੀਰ ਪਤ ਹਰ ਪ੍ਰਵਾਨ।
ਭਾਣੇ ਵਿੱਚ ਵੱਡੀ ਵਡਿਆਈ, ਜਿਹੜੇ ਬੰਦੇ ਰੱਬ ਦੇ ਭਾਣੇ ਨੂੰ, ਜਿਹੜੇ ਭਾਉਣਾ, ਰੱਬ ਦਾ ਭਾਣਾ ਜਿਨ੍ਹਾਂ ਨੂੰ ਭਾਉਣਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਨੂੰ ਅਸਲੀ ਵਡਿਆਈ ਜਿਹੜੀ ਹੈ ਨਾ ਉਹ ਮਿਲਦੀ ਹੈ। ਭਾਣਾ ਕਿਸੇ ਘਰਾਂ ਦਾ, ਕਿਸੇ ਵਿਰਲੇ ਨੂੰ, ਅਸੀਂ ਕੱਲ ਵੀ ਆਏ ਵੀ ਉਹ ਭਾਣੇ ਵਿੱਚ ਕੋ ਵਿਰਲਾ ਆਇਆ, ਔਰ ਰੱਬ ਨੇ ਆਪਣੀ ਜਿਹੜੀ ਹੈ ਕਸਵੱਟੀ, ਜਿਹੜਾ ਬੈਂਚਮਾਰਕ ਰੱਖਿਆ ਹੋਇਆ ਨਾ, ਉਹ ਰੱਬ ਦੀ ਕਸਵੱਟੀ ਕਹਿੰਦੇ ਕੂੜ ਕੀ ਸੋਏ ਪਹੁੰਚੇ ਨਹੀਂ, ਮਨਸਾ ਸੱਚ ਸਮਾਨੀ। ਉਹ ਕਹਿੰਦੇ ਨੇ ਇੱਕ ਤਿਲ ਪਿਆਰਾ ਵਿਸਰੇ ਭਗਤ ਕਿ ਨਹੀਂ ਹੋਏ, ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਇਹ ਕਸਵੱਟੀ ਰੱਬ ਨੇ ਨਾ ਇਹ ਬੈਂਚ ਤੋਂ ਥੋੜਾ ਉੱਚਾ ਰੱਖਿਆ ਹੋਇਆ। ਫਿਰ ਜੋ ਰੱਬ ਨੇ ਇਹ ਮਾਇਆ ਮਮਤਾ ਕਰਤੇ ਲਾਈ, ਜਿਹੜਾ ਹੈ ਨਾ ਵੀ ਉਹ ਜਗਤ ਭੁੱਲਿਆ ਤੇ ਆਪ ਭੁਲਾਇਆ, ਉਹਨੇ ਰੱਬ ਨੇ ਕਸਵੱਟੀ ਬੈਂਚਮਾਰਕ ਥੋੜਾ ਉੱਚਾ ਰੱਖਿਆ ਹੋਇਆ। ਜੇ ਜਿਸ ਸਮੇਂ ਜਿਤਨਾ ਸਮਾਂ ਅਸੀਂ ਰੱਬ ਦੇ ਸਿਧਾਂਤ ਤੋਂ ਟੁੱਟ ਜਾਂਦੇ ਹਾਂ, ਸਾਡੀ ਸਮਝੋ ਉਸ ਸਮੇਂ ਆਤਮਕ ਮੌਤ ਜਿਹੜੀ ਉਹ ਹੋ ਜਾਂਦੀ। ਹਾਂਜੀ ਵੀਰ ਜੀ। थैंक यू वीर जी। इकबाल वीर जी ने ज्वाइन किया है। जी आनू वीर जी प्लीज विचार दिया जाए। हाँ जी, वाहिगुरू जी का खालसा, वाहिगुरू जी की फतेह जी। फतेह जी। तेरा भाणा मन्ने सो मिले तुद आए। ਹੁਣ ਵੀਰ ਜੀ ਨੇ ਇੱਥੇ ਬਹੁਤ ਹੀ, ਹਰਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਭਾਣੇ ਦਾ ਅਰਥ ਖੋਲ ਦਿੱਤਾ। ਭਾਣਾ ਹੁਕਮ, ਮੰਨੇ ਸੋ ਮਿਲੇ ਤੁਧ ਆਏ। ਜਿਹੜੇ ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਦੇ ਵਿੱਚ, ਤੇਰੇ ਨਿਜ਼ਮ ਵਿੱਚ ਚੱਲਦੇ ਹਨ, ਸੋ ਮਿਲੇ ਉਹ ਹੀ ਮਿਲ ਸਕਦੇ। ਜਿਹੜਾ ਤੇਰਾ ਭਾਣਾ ਮਨ ਸਤ ਸਤ ਕਰ ਮੰਨੇ, ਗੁਰ ਕਿਹਾ ਸਾਕਾਰ ਕਮਾਇਆ। ਜਿਹੜੇ ਗੁਰੂ ਦੇ ਹੁਕਮ ਨੂੰ, ਸਤਿਗੁਰ ਦੀ, ਪ੍ਰਮਾਤਮਾ ਦੀ ਰਜ਼ਾ ਵਿੱਚ ਜਿਹੜਾ ਗੁਰੂ ਸਿੱਖ ਨੂੰ ਤੋਰ ਲੈਂਦਾ ਹੈ, ਭਾਵ ਕਿ ਮੰਨੇ, ਭਾਣਾ ਮੰਨੇ, ਤੇਰਾ ਭਾਣਾ ਮੰਨੇ ਸੋ ਮਿਲੇ ਤੁਧ ਆਏ। ਉਹ ਤੇਰੇ ਨਾਲ, ਤੇਰੇ ਹੁਕਮ ਵਿੱਚ ਤੁਰ ਪੈਂਦੇ ਆ, ਤੇਰੇ ਨਾਲ ਲੀਨ ਹੋ ਜਾਂਦੇ ਆ, ਤੇਰੇ ਅਨੁਸਾਰੀ ਜੀਵਨ ਬਤੀਤ ਕਰਦੇ। ਕਿਉਂਕਿ ਭਾਣੇ ਵਿੱਚ ਸਭ ਸੰਸਾਰ ਚੱਲਦਾ ਹੈ। ਹੁਕਮ, ਭਾਣਾ ਇੱਥੇ ਹੁਕਮ ਹੈ। ਜਿਸ ਭਾਣਾ ਭਾਵੈ, ਜਿਹਨੂੰ ਫਿਰ ਉਹਦਾ ਹੁਕਮ ਜਿਹੜਾ ਹੈਗਾ ਚੰਗਾ ਲੱਗਦਾ, ਮਿੱਠਾ ਲੱਗਦਾ ਹੈ, ਸੋ ਤੁਝੇ ਸਮਾਏ, ਉਹ ਤੇਰੇ ਵਿੱਚ ਸਮਾਏ ਰਹਿੰਦੇ ਹਨ। ਜਿਹੜਾ ਹੁਕਮ ਦੇ ਦੀ ਅਧੀਨਗੀ ਕਬੂਲ ਕਰ ਲੈਂਦਾ ਹੈ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਉਸ ਰਜਾ ਨੂੰ ਵੀ ਮਿੱਠਾ ਕਰਕੇ ਮੰਨਦਾ, ਉਹ ਹੈ ਭਾਣਾ। ਪਰਮਾਤਮਾ ਜਿਹੜਾ ਭਾਣਾ ਹਰ ਥਾਂ ਵਰਤਾ ਸਕਦਾ, ਜਦੋਂ ਮਰਜ਼ੀ ਵਰਤਾ ਸਕਦਾ। ਤੇ ਜਿਹੜਾ ਨਿਜ਼ਮ ਹੈ ਉਹ ਸਤਿਗੁਰ ਨੇ ਸਭਨਾਂ ਲਈ ਬਣਾਇਆ ਹੋਇਆ। ਉਹ ਨਿਜ਼ਮ ਦੇ ਵਿੱਚ ਕਾਰ ਚੱਲਦੀ ਪਈ ਹੈ, ਨਿਜ਼ਮ ਦੇ ਵਿੱਚ ਸੰਸਾਰ ਕੁਦਰਤ ਬੱਝੀ ਹੋਈ ਹੈ, ਇਸ ਲਈ ਉਹ ਨਿਜ਼ਮ ਅਨੁਸਾਰ ਚੱਲ ਰਹੀ ਹੈ। ਪਰ ਜਿਹੜਾ ਭਾਣਾ ਵਰਤਦਾ ਉਹ ਨਿਜ਼ਮ ਤੋਂ ਵੀ ਉੱਪਰ ਹੈ। ਨਿਜ਼ਮ ਬਦਲਿਆ ਨਹੀਂ ਜਾਣਾ। ਭਾਣੇ ਦੇ ਵਿੱਚ ਨਿਜ਼ਮ ਜਾਂ ਹੋਰ ਕੁਛ ਪ੍ਰਮਾਤਮਾ ਤੇ ਲਾਗੂ ਨਹੀਂ ਹੁੰਦੇ। ਸੰਸਾਰ ਦੀ ਕਾਰ ਪ੍ਰਮਾਤਮਾ ਨੇ ਨਿਜ਼ਮ ਦੇ ਵਿੱਚ ਵੱਜੀ ਹੈ, ਲੇਕਿਨ ਜਦੋਂ ਉਹ ਆਪਣਾ ਭਾਣਾ ਵਰਤਾਉਂਦਾ ਜਾਂ ਉਹਦਾ ਭਾਣਾ ਵਰਤਦਾ ਹੈ, ਹੁਕਮ ਦਾ ਹੀ ਰੂਪ, ਪਰ ਹੁਕਮ ਜਿਹੜਾ ਹੈਗਾ ਇੱਕ ਸਿਧਾਂਤ ਵਿੱਚ ਵੱਜਾ ਹੋਇਆ, ਨਿਯਮ 'ਚ ਵੱਜਾ ਹੋਇਆ, ਪਰ ਭਾਣਾ ਨਹੀਂ। ਜਦੋਂ ਭਾਣਾ ਵਰਤਾਉਂਦਾ ਉਹਨੂੰ ਨਿਯਮਾਂ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਨਿਯਮ ਵੀ ਉਹਦੇ ਆਪਣੇ ਹੀ ਬਣਾਏ ਹਨ। ਜਿਵੇਂ ਵੀਰ ਜੀ ਨੇ ਕਿਹਾ, ਜੇ ਉਹ ਸਾਹ ਤੋਂ ਬਿਨਾਂ ਵੀ ਜਿਉਂਦਾ ਤਾਂ ਉਹਦਾ ਭਾਣਾ ਹੈ। ਭਾਈ ਉਹਨੂੰ ਸਾਹ ਦੀ ਵੀ ਮੁਹਤਾਜੀ ਨਹੀਂ, ਸਾਹ ਦੀ ਲੋੜ ਨਹੀਂ, ਜੇ ਉਹਨੇ ਜੀਂਦਾ ਰੱਖਣਾ ਹੈ। ਜੇ ਜੀਵਾਲੇ ਤਾਂ ਕਿਆ ਸਾਹ, ਵੈਸੇ ਇਹ ਸਾਹ ਪਾਠ ਪੜ੍ਹਦੇ ਹਾਂ ਅਸੀਂ, ਤਾਂ ਸਾਹ ਦੀ ਵੀ ਕੀ ਮੁਹਤਾਜੀ ਹੈ ਜੀ। ਉਹ ਪ੍ਰਭ ਭਾਵੇ ਬਿਨ ਸਾਸ ਤੇ ਰੱਖ, ਇਹ ਭਾਣਾ ਆ, ਉਹਦਾ ਭਾਣਾ ਆ ਜਦੋਂ ਉਹ ਸਵਾਸਾਂ ਤੋਂ ਬਿਨਾਂ ਵੀ ਰੱਖ ਲੈਂਦਾ। ਪਰ ਜਿਹੜਾ ਹੁਕਮ ਹੈ, ਹੁਕਮ ਇਹ ਹੈ ਵੀ ਸਵਾਸ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ। ਹੁਕਮ ਔਰ ਭਾਣੇ ਦਾ ਇਹ ਫਰਕ ਹੈ ਜੀ। ਹੁਣ ਜਿਸ ਭਾਣਾ ਭਾਵ ਹੈ, ਜਿਸ ਕਿਸੇ ਨੂੰ ਜਿਹੜਾ ਪ੍ਰਭੂ ਦਾ ਭਾਣਾ ਹੈ, ਹੁਕਮ ਹੈ, ਭਾ ਜਾਂਦਾ, ਭਾਉਂਦਾ ਹੈ, ਸੋ ਤੁਝੇ ਬਹੁਵਚਨ, ਉਹ ਜੀਵ ਜਿਹੜੇ ਤੇਰੇ ਭਾਣੇ ਨੂੰ ਮੰਨਦੇ ਉਸ ਤੇਰੇ 'ਚ ਸਮਾਏ ਰਹਿੰਦੇ ਹਨ। ਭਾਣੇ ਵਿੱਚ ਵੱਡੀ ਵਡਿਆਈ, ਗੁਰੂ ਦੇ ਹੁਕਮ ਵਿੱਚ ਚੱਲਣਾ ਹੀ ਵਡਿਆਈ ਹੈ, ਧੰਤਾ ਹੈ
ਭਾਣੇ ਵਿੱਚ, ਹੁਣ ਇੱਥੇ ਭਾਣੇ ਵਿੱਚ ਆ ਗਿਆ, ਹੁਕਮ ਵਿੱਚ, ਨਿਯਮ ਵਿੱਚ ਨਾਲ ਲਾਇਆ ਭਾਣੇ ਵਿੱਚ। ਜਿਹੜਾ ਉਸ ਦੇ ਭਾਣੇ ਨੂੰ ਮੰਨਦਾ ਹੈ, ਵੱਡੀ ਵਡਿਆਈ, ਇਹ ਵਡਿਆਈ ਹੈ। ਭਾਣਾ ਕਿਸੇ ਕਰਾਏ ਦਾ ਇਹ ਵੀ ਉਹਦੀ ਚੋਜ ਹੈ, ਕਲਾ ਹੈ ਕਿ ਉਹ ਕਿਸ ਤੋਂ ਭਾਣਾ ਕਰਵਾ ਲੈਂਦਾ ਹੈ, ਭਾਣੇ ਨੂੰ ਕਿਸ ਨੂੰ ਭਾਣੇ ਵਿੱਚ ਲੈ ਆਉਂਦਾ, ਇਹ ਉਹਦੀ ਵੱਡੀ ਵਡਿਆਈ ਹੈ। ਉਹੀ ਜਾਣਦਾ, ਵੱਡੀ ਵਡਿਆਈ ਉਹੀ ਜਾਣੇ। ਉਸਦੀ ਕਲਾ ਸਮਰੱਥਾ ਹੈ ਕਿ ਉਸ, ਕਿਉਂਕਿ ਪ੍ਰਮਾਤਮਾ ਜਿਹੜਾ ਸਾਡਾ ਮਾਲਕ ਹੈ, ਖਸਮ ਪਰਮੇਸ਼ਵਰ ਹੈ, ਹਰ ਜੁਗ ਜੁਗ ਭਗਤ ਤੋਂ ਪਾਇਆ, ਭੈਜ ਰੱਖਦਾ, ਆਇਆ ਰਾਮ ਰਾਜ। ਹਰਨਾਕਸ਼ ਧਰੂ ਪ੍ਰਹਲਾਦ ਜਿਹੜੀਆਂ ਇਹ ਸਾਖੀਆਂ ਹੈਗੀਆਂ, ਇਹਦੇ ਵਿੱਚ ਭਾਣਾ ਵਰਤਦਾ। ਇਸ ਕਰਕੇ ਭਾਣੇ ਦੇ ਵਿੱਚ ਇਹ ਜਿਹੜੇ ਚੋਜ ਹੈ, ਭਗਤਾਂ ਦੀ ਵਡਿਆਈ ਜਾਂ ਭਗਤਾਂ ਦੀ ਜਿਹੜੀ ਰੱਖਿਆ ਹੈਗੀ ਆ, ਹਰ ਜੁਗ ਜੁਗ ਭਗਤੋ ਪਾਇਆ, ਭੈਜ ਰੱਖਦਾ। ਕਿਵੇਂ ਭੈਜ ਰੱਖਦਾ? ਇਹ ਭਾਣੇ ਵਿੱਚ ਆ ਕੇ ਭੈਜ ਰੱਖਦਾ। ਹੁਕਮ ਵਿੱਚ ਕਾਰ ਚੱਲਦੀ ਹੈ, ਸੰਸਾਰ ਦੀ ਕਾਰ ਚੱਲਦੀ ਹੈ, ਲੇਕਿਨ ਜਦੋਂ ਭਾਣਾ ਵਰਤਾਉਂਦਾ ਆ, ਉਦੋਂ ਜਿਹੜਾ ਹੈਗਾ ਇਹ ਜਿਹੜੇ ਆ ਅਸਚਰਜਾ ਵਾਲੇ ਕੌਤਕ, ਉਹਦੀ ਸਮਰੱਥਾ, ਕਿਉਂਕਿ ਸਮਰੱਥਾ ਵੱਡੀ ਸਮਰੱਥਾ ਦਾ ਮਾਲਕ ਨਾਮ ਪੁੱਛ ਕਰੇ ਵਿਚਾਰੋ, ਪੁੱਛ ਕੇ ਕਿਸੇ ਤੋਂ ਵਿਚਾਰ ਕਰਤਾ। ਆਪਣਾ ਜੋ ਵੀ ਹੁਕਮ ਉਹਨਾਂ ਨੇ ਲਾਗੂ ਕਰਨਾ ਹੈਗਾ, ਉਹ ਨਾ ਪੁੱਛਦਾ ਹੈ, ਨਾ ਹੁਕਮ ਨੂੰ ਉਹ ਸਮਝਦਾ ਹੈ, ਜੋ ਮਰਜ਼ੀ ਕਲਾ ਵਰਤਾ ਸਕਦਾ ਹੈ। ਇਸ ਕਰਕੇ ਧਰਤੀ ਦੀ ਕੁਦਰਤ ਦੀ ਕਾਰ ਨਿਯਮ ਹੁਕਮ ਵਿੱਚ ਹੈ, ਲੇਕਿਨ ਭਾਣਾ ਵਰਤਾਉਣ ਦੀ ਸਮਰੱਥਾ ਉਹ ਪ੍ਰਮਾਤਮਾ ਉਹਦੇ ਵਿੱਚ ਆਜ਼ਾਦ ਹੈ, ਜਿੱਥੇ ਮਰਜ਼ੀ ਜਿਵੇਂ ਮਰਜ਼ੀ ਕਰ। ਉਹੀ ਉਹਦੀ ਵਡਿਆਈ ਹੈ, ਵੱਡੀ ਵਡਿਆਈ ਹੈ ਉਹਦੀ। ਭਾਣਾ ਕਿਸੇ ਕਰਾਏ ਦਾ ਕਿੱਥੇ ਕਿੱਥੇ ਕੀ ਭਾਣਾ ਕਿਵੇਂ ਵਰਤਾ ਜਾਂਦਾ ਹੈ, ਉਹ ਉਹਦਾ ਆਪਣਾ ਹੁਕਮ ਹੈ, ਨਿਯਮ ਹੈ। ਉਹਦੇ ਵਿੱਚ ਕਿਸੇ ਨੂੰ ਵੀ ਪੁੱਛ ਵਿਚਾਰ ਦੀ, ਉਹਦੇ ਸਿਧਾਂਤ ਦੀ ਜਾਂ ਉਹਦੇ ਨਿਯਮ ਦੀ, ਹੁਕਮ ਦੀ ਉਹਦੇ ਵਿੱਚ ਲੋੜ ਨਹੀਂ ਰਹਿ ਜਾਂਦੀ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਨੇ ਵੀ ਭਾਣੇ ਤੇ ਹੁਕਮ ਉੱਤੇ ਰੋਸ਼ਨੀ ਪਾਈ ਹੈ। ਹਰਵਿੰਦਰ ਵੀਰ ਜੀ ਨੇ ਵੀ ਬੜੀ ਖੂਬਸੂਰਤੀ ਨਾਲ ਖੋਲਣਾ ਕੀਤਾ ਸੀ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ ਹਾਂਜੀ, ਤਿੰਨੋਂ ਤੁਕਾਂ ਵਿੱਚ ਤੁਸੀਂ ਦੇਖੋਗੇ ਕਿ ਮੰਨੇ, ਭਾਵੇ, ਵੱਡੀ ਵਡਿਆਈ, ਆਏ, ਸਮਾਏ ਤੇ ਕਰਾਏ ਦਾ। ਜਿਸ ਮਨ ਨੇ ਉਹਦੇ ਭਾਣੇ ਨੂੰ, ਉਹਦੇ ਹੁਕਮ ਨੂੰ, ਨਾਮ ਨੂੰ, ਕਨਸੈਪਟ ਨੂੰ ਵਿਚਾਰਦਾ ਹੈ, ਉਸਨੂੰ ਮੰਨ ਲੈਂਦਾ ਹੈ, ਤਾਂ ਸਮਝ ਲਓ ਕਿ ਉਹ ਇੱਕ ਆ ਜਾਂਦਾ ਹੈ, ਉਹ ਮਿਲ ਜਾਂਦਾ ਹੈ। ਪਰ ਜਦੋਂ ਅਸੀਂ ਉਹਦੇ ਭਾਣੇ ਦੇ, ਉਹਦੇ ਹੁਕਮ, ਉਹਦੇ ਨਾਮ, ਕਨਸੈਪਟ ਦੇ ਭਾਗੀਦਾਰ ਬਣ ਜਾਂਦੇ ਹਾਂ, ਇੰਪਲੀਮੈਂਟ ਸ਼ੁਰੂ ਕਰ ਦਿੰਦੇ ਹਾਂ, ਤੇ ਫਿਰ ਉਹ ਆ ਕੇ ਅੰਦਰ ਸਮਾ ਜਾਂਦਾ ਹੈ। ਔਰ ਜਦੋਂ ਉਹ ਸਮਾ ਜਾਂਦਾ ਹੈ ਤੇ ਇਹੀ ਸਮਾਣਾ ਹੀ ਵੱਡੀ ਵਡਿਆਈ ਹੈ। ਪੂਰੀ ਤਾਂ ਭਿੱਜ ਗਿਆ ਮਨ, ਪੂਰੀ ਤਾਂ ਭਿੱਜਿਆ ਹੋਇਆ ਚੜ੍ਹਦੀ ਕਲਾ ਦੇ ਵਿੱਚ, ਫਿਰ ਇਹੀ ਜਿਹੜਾ ਮਨ ਹੈ ਜਿਹਦੇ ਅੰਦਰ ਉਹ ਇੱਕ ਆ ਕੇ ਸਮਾ ਗਿਆ ਹੈ, ਫਿਰ ਉਹੀ ਕਰਾਏਦਾ, ਉਹੀ ਆਪਣੇ ਇੰਦਰੀਆਂ ਸ੍ਰਿਸ਼ਟੀਆਂ ਨੂੰ ਉਸ ਮਾਰਗ ਦੇ ਵਿੱਚ ਹੀ ਤੋੜਦਾ ਹੈ, ਚਲਾਉਂਦਾ ਹੈ। ਹਾਂਜੀ, ਧੰਨਵਾਦ ਭੂਆ ਜੀ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਵੀਰ ਜੀ ਜਿਹੜਾ ਲਫ਼ਜ਼ ਇੱਥੇ ਆ ਰਿਹਾ ਨਾ, ਤੇਰਾ ਭਾਣਾ ਮੰਨੇ, ਸਾਨੂੰ ਨਾ ਲਫ਼ਜ਼ ਕੀ ਕਹਿੰਦੇ, ਜਦੋਂ ਇਸ ਤਰ੍ਹਾਂ ਆਉਂਦਾ ਨਾ ਤੇਰਾ ਤੇ ਨਾਲ ਭਾਣਾ ਆ ਜਾਂਦਾ ਨਾ, ਤਾਂ ਸਾਨੂੰ ਆਮ ਤੌਰ ਤੇ ਅਸੀਂ ਸਾਰੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਚੱਲ ਰਿਹਾ, ਸਾਡਾ ਥਾਟ ਪ੍ਰੋਸੈਸ ਇਸ ਤਰ੍ਹਾਂ ਦਾ ਬਣ ਚੁੱਕਾ ਹੋਇਆ ਜਾਂ ਬਣਾ ਦਿੱਤਾ ਗਿਆ ਹੈ ਕਿ ਇਹ ਅਸੀਂ ਸ਼ੁਰੂ ਤੋਂ ਸਾਰੇ ਇਸ ਤਰ੍ਹਾਂ ਹੀ ਸਮਝ ਰਹੇ ਹਾਂ ਕਿ ਜਿਵੇਂ ਇੱਕ ਪਰਮਾਤਮਾ ਹੈ ਤੇ ਇੱਕ ਉਹਦਾ ਭਾਣਾ ਹੈ। ਇਹ ਸਾਨੂੰ ਦੋ ਲੱਗਦੇ, ਕਿਉਂਕਿ ਲਫ਼ਜ਼ ਵੀ ਦੋ ਆਉਂਦੇ ਆ, ਭੁਲੇਖਾ ਪੈਣ ਦਾ ਬਹੁਤ ਚਾਂਸਿਸ ਹੁੰਦੇ ਆ। ਔਰ ਅਸੀਂ ਸਾਡੇ ਤੇ ਦੁਨੀਆ ਅੱਜ ਤੱਕ ਸਾਨੂੰ ਸਾਡੇ ਪ੍ਰਚਾਰਕਾਂ ਨੇ ਵੀ ਇਸ ਤਰ੍ਹਾਂ ਹੀ ਸਮਝਾਇਆ, ਤੇ ਉਹ ਸਾਡੇ ਅੰਦਰ ਨਾ ਘਰ ਕਰਕੇ ਗੱਲਾਂ ਬੈਠ ਚੁੱਕੀਆਂ ਹੋਈਆਂ ਨੇ ਵੀ ਦੇਖੋ ਜਦੋਂ ਲਫ਼ਜ਼ ਆਉਂਦਾ ਨਾ ਤੇਰਾ ਭਾਣਾ, ਇਟ ਮੀਨਸ ਅਸੀਂ ਸਾਰੇ ਮਨ ਵਿੱਚ ਇਹ ਬੈਠਦੇ ਨੇ ਇੱਕ ਪਰਮਾਤਮਾ ਹੈ ਤੇ ਇੱਕ ਉਹਦਾ ਭਾਣਾ ਹੈ, ਸਾਨੂੰ ਇਸ ਤਰ੍ਹਾਂ ਲੱਗਦਾ ਹੈ। ਲੇਕਿਨ ਗੁਰਬਾਣੀ ਜਿਹੜੀ ਆਖਦੀ ਹੈ ਨਾ, ਗੁਰਬਾਣੀ ਵਿੱਚ ਭਾਣਾ, ਨਿਯਮ, ਹੁਕਮ ਔਰ ਨਾਮ, ਸ਼ਬਦ, ਬਾਣੀ, ਇਸ ਨੂੰ ਅਲੱਗ-ਅਲੱਗ ਕਰਕੇ ਨਹੀਂ ਮੰਨਦੀ, ਇਹ ਇੱਕੋ ਹੀ ਚੀਜ਼ ਹੈ। ਇਹ ਜਿਤਨੀ ਅਸੀਂ ਗੱਲਾਂ ਕਰਾਂਗੇ, ਜੇ ਅਸੀਂ ਇਸ ਤਰ੍ਹਾਂ ਗੱਲਾਂ ਕਰਾਂਗੇ ਤਾਂ ਸਾਡੇ ਡਾਊਟਸ ਵੀ ਵਧਣਗੇ, ਸਾਡੇ ਭੁਲੇਖੇ ਦੂਰ ਨਹੀਂ ਹੋਣਗੇ। ਅਗਰ ਅਸੀਂ ਨਿਯਮਾਂ ਨੂੰ
ਅਲੱਗ ਕਰਕੇ ਕਰਾਂਗੇ ਉਹ ਨਿਯਮ ਬਦਲ ਸਕਦਾ ਹੈ। ਹਾਂ, ਭਾਣਾ ਨਹੀਂ ਬਦਲ ਸਕਦਾ, ਭਾਣੇ ਵਿੱਚ ਚਲਾਉਂਦਾ ਪਰ ਨਿਯਮ ਬਦਲ ਸਕਦਾ ਹੈ। ਇਹ ਆਪਣੇ ਆਪ ਨੂੰ ਉਲਝਾਣਾ ਹੀ ਹੈ ਆਪਣੀ ਮੱਤ ਦੇ ਵਿੱਚ ਹੀ, ਕਿਉਂਕਿ ਸਤਿਗੁਰੂ ਜੀ ਸਾਨੂੰ ਇਹ ਜਿਹੜਾ ਕੀ ਕਹਿੰਦੇ ਸਾਡਾ ਇਹ ਵਾਲਾ ਦੁਨਿਆਵੀ ਮੱਤ ਦਾ ਜਿਹੜਾ, ਇਸੇ ਨੂੰ ਜੰਮ ਦਾ ਸਮੁੰਦਰ ਵੀ ਆਖਦੇ ਨੇ ਨਾ, ਇਸੇ ਨੂੰ ਕਹਿੰਦੇ ਨੇ ਸੁਰਤ ਸ਼ਬਦ ਭਵ ਸਾਗਰ ਤਰੀਏ। ਜਿਹਨੇ ਭਵ ਦਾ ਸਾਗਰ ਹੈ ਨਾ, ਇਹ ਸਾਡੇ ਖਿਆਲ ਨੇ ਜਿਹੜੇ ਸਾਨੂੰ ਉਹਦੇ ਵਿੱਚ ਹੀ ਅਸੀਂ ਡੁੱਬਦੇ ਜਾਂਦੇ ਹਾਂ ਇਸ ਤੋਂ ਨਿਕਾਲਦੇ ਨੇ ਸਤਿਗੁਰੂ। ਗੁਰਬਾਣੀ ਦੇਖੋ ਕਿਤਨਾ ਸੋਹਣਾ ਇਹ ਖਿਆਲ ਹੈ। ਸਤਿਗੁਰੂ ਜੀ ਕਹਿੰਦੇ ਹਰ ਇੱਕ ਇਨਸਾਨ, ਦੁਨੀਆ ਦਾ ਇਨਸਾਨ ਚਾਹੁੰਦਾ ਹੈ ਮੈਂ ਪਰਮਾਤਮਾ ਨੂੰ ਮਿਲਾਂ, ਹਨਾ। ਕਹਿੰਦਾ ਭਾਣਾ ਮੰਨੈ, ਉਸ ਦਾ ਭਾਣਾ ਪਸੰਦ ਕਰਕੇ ਭਾਣਾ ਮੰਨ ਲੈ, ਕਹਿੰਦੇ ਇਹੀ ਹੈ ਉਸ ਦਾ ਮਿਲਣਾ, ਕਹਿੰਦਾ ਇਹੀ ਹੈ ਉਸ ਦਾ ਮਿਲਣਾ। ਤੇਰਾ ਭਾਣਾ ਮੰਨੇ ਸੋ ਮਿਲੈ, ਕਹਿੰਦੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਜੋ ਉਹਦਾ ਭਾਣਾ ਹੈ ਨਾ ਉਸ ਨੂੰ ਮੰਨ ਲੈ, ਕਹਿੰਦੇ ਇਹੀ ਉਹਦਾ ਮਿਲਣਾ। ਇਸ ਨੂੰ ਇੱਥੇ ਇਸ ਤਰ੍ਹਾਂ ਬੋਲਦੇ, ਉਸੇ ਨੂੰ ਦੂਜੇ ਪਾਸੇ ਆਖਦੇ ਨੇ ਸਤਿਗੁਰੂ ਕਹਿੰਦੇ ਨੇ ਹੁਕਮ ਮਿਲੈ ਵਡਿਆਈ, ਇਹੀ ਵਡਿਆਈ ਪ੍ਰਾਪਤ ਹੁੰਦੀ ਹੈ। ਕੀ ਵਡਿਆਈ ਪ੍ਰਾਪਤ ਹੁੰਦੀ ਹੈ? ਕਿ ਹੁਕਮ ਵਿੱਚ ਮਿਲਣ ਦੇ ਨਾਲ ਹੁਕਮੀ ਹੀ ਬਣ ਜਾਂਦਾ ਹੈ, ਹੁਕਮੀ ਹੀ ਬਣ ਜਾਈਦਾ ਹੈ। ਭਾਣਾ ਕੀ ਕਹਿੰਦੇ ਜੋ ਅਸੀਂ ਰੱਬ ਪਰਮਾਤਮਾ, ਦੇਖੋ ਗੁਰੂ ਜੀ ਸਾਡੇ ਕੌਣ ਨੇ, ਸਾਡਾ ਗੁਰੂ ਕੌਣ ਹੈ। ਅਸੀਂ ਫਿਰ ਕੋਈ ਇਹ ਬਾਹਰ ਗੱਲਾਂ ਕਰਕੇ ਨਾ ਸਾਡੀ ਦ੍ਰਿੜਤਾ ਵੱਧਦੀ ਹੈ, ਇਹ ਸਾਨੂੰ ਕਰਨੀਆਂ ਚਾਹੀਦੀਆਂ ਨੇ ਬਾਰ ਗੱਲ। ਸਾਡਾ ਗੁਰੂ ਹੈ ਬਾਣੀ, ਬਾਣੀ ਦਾ ਸਰੂਪ ਕੀ ਹੈ? ਸੱਚ ਦਾ ਗਿਆਨ। ਔਰ ਸੱਚ ਦਾ ਗਿਆਨ ਕੀ ਹੈ? ਸੱਚ ਦਾ ਇੱਕ ਗਿਆਨ ਹੈ। ਸੱਚ ਦੇ ਗਿਆਨ ਦੇ ਵਿੱਚ ਹੀ ਇਹ ਦੱਸਿਆ ਗਿਆ ਹੈ ਕਿ ਸੱਚ ਦੇ ਹੁਕਮ, ਸੱਚ ਦੇ ਕੀ ਨਿਯਮ ਨੇ, ਸੱਚ ਜੀ ਕੀ ਭਾਣਾ ਵਰਤਾ ਰਹੇ ਨੇ, ਉਹਦੇ ਚ ਦੱਸਿਆ ਗਿਆ। ਸੱਚ ਦਾ ਇੱਕ ਗਿਆਨ ਹੈ। ਸੱਚ ਆਪਣੇ ਆਪ ਕਿਸੇ ਨੂੰ, ਸੱਚ ਦਾ ਗਿਆਨ ਕਿਸੇ ਨੂੰ ਕੁਝ ਨਹੀਂ ਚਲਾਉਂਦਾ, ਨਾ ਕਿਸੇ ਨੂੰ ਚੰਗੇ ਪਾਸੇ ਲਿਜਾਂਦਾ ਹੈ, ਨਾ ਕਿਸੇ ਨੂੰ ਮਾੜੇ ਪਾਸੇ ਲਿਜਾਂਦਾ ਹੈ। ਉਹ ਸੱਚ ਦਾ ਇੱਕ ਗਿਆਨ ਹੈ। ਜਿਵੇਂ ਇੱਕ ਮੀਲ ਪੱਥਰ ਹੁੰਦਾ ਹੈ, ਮੀਲ ਪੱਥਰ ਦੇ ਉੱਪਰ ਤਾਂ ਸਿਰਫ ਡਾਇਰੈਕਸ਼ਨ ਲਿਖੀ ਹੁੰਦੀ ਹੈ, ਚੱਲਣਾ ਜਾਂ ਨਾ ਚੱਲਣਾ ਉਹ ਸਾਡੇ ਤੇ ਡਿਪੈਂਡ ਕਰਦਾ। ਅਸੀਂ ਪਹਿਲਾਂ ਤਾਂ ਮੀਲ ਪੱਥਰ ਤੇ ਵਿਸ਼ਵਾਸ ਕਰਨਾ ਕਿ ਇਹ ਠੀਕ ਦੱਸ ਰਿਹਾ ਕਿ ਨਹੀਂ, ਉਹ ਵੀ ਸਾਡੇ ਤੇ ਪਹਿਲਾਂ, ਅਸੀਂ ਅਗਰ ਮੀਲ ਪੱਥਰ ਨੂੰ ਅਸੀਂ ਮੰਨ ਲਵਾਂਗੇ, ਹਾਂ ਮੀਲ ਪੱਥਰ ਜੋ ਕਹਿ ਰਿਹਾ, ਹਾਂ ਇਸ ਤੇ ਭਰੋਸਾ ਕਰਾਂਗੇ, ਹਾਂ ਇਹ ਬਿਲਕੁਲ ਠੀਕ ਕਹਿ ਰਿਹਾ ਹੈ, ਵੀ ਕੋਈ ਗਿਆ ਹੈ ਇਸ ਰਸਤੇ ਤੇ, ਉੱਥੇ ਪਹੁੰਚਿਆ ਹੈ, ਫਿਰ ਉਸੀ ਨੇ ਹੀ ਮੀਲ ਪੱਥਰ ਲਗਾਏ ਨੇ। ਜਿਸ ਨੂੰ ਆਪਾਂ ਬਾਰ ਗੱਲ ਕਰਦੇ ਕਿ ਇਹ ਜਿਹੜੇ ਸ਼ਬਦ ਨੇ ਇਹ ਉਹਨਾਂ ਮਹਾਂਪੁਰਸ਼ਾਂ ਦੇ ਨੇ ਜਿਨ੍ਹਾਂ ਨੇ ਇਹ ਅਵਸਥਾ ਪ੍ਰਾਪਤ ਕਰ ਲਿੱਤੀਆਂ ਹੋਈਆਂ ਨੇ। ਉਹ ਸਿਰਫ ਜ਼ੁਬਾਨੀ ਗੱਲਾਂ ਨਹੀਂ ਕਰ ਰਹੇ, ਇਹਨਾਂ ਨੇ ਮਹਿਲ ਪ੍ਰਾਪਤ ਕਰ ਲਿੱਤਾ ਹੋਇਆ। ਇਹ ਭਾਣੇ ਨੂੰ ਮੰਨ ਕੇ ਭਾਣੇ ਵਿੱਚ ਸਮਾ ਚੁੱਕੇ ਹੋਏ ਲੋਕ, ਉਹੀ ਫਿਰ ਸਾਨੂੰ ਇਹ ਸਮਝਾ ਰਹੇ ਨੇ ਆਪਣੇ ਐਕਸਪੀਰੀਅੰਸ। ਇਹ ਸਾਨੂੰ ਐਕਸਪੀਰੀਅੰਸ ਸਮਝਾ ਰਹੇ ਨੇ ਕਿਉਂਕਿ ਇਹ ਉਹਨਾਂ ਰਸਤਿਆਂ ਤੇ ਚੱਲ ਕੇ ਪਹੁੰਚ ਕੇ ਚੁੱਕੇ, ਸਮਾਏ ਚੁੱਕੇ ਹੋਏ ਨੇ। ਜਿਸ ਨੂੰ ਕਹਿੰਦੇ ਨੇ ਨਾ ਸੋ ਤੁਝੇ ਸਮਾਏ, ਇਹ ਸਮਾਏ ਹੋਏ ਬੰਦੇ ਗੱਲ ਕਰ ਰਹੇ ਨੇ। ਇਹ ਉਹ ਗੱਲਾਂ ਕਰ ਰਹੇ ਨੇ ਜਿਹੜੇ ਪਹਿਲਾਂ ਇਸ ਰਸਤੇ ਤੇ ਚੱਲ ਗਏ ਨੇ, ਫਿਰ ਹੁਣ ਸਾਡੇ ਵਾਸਤੇ ਮੀਲ ਪੱਥਰ ਦੱਸ ਰਹੇ ਨੇ। ਸਾਨੂੰ ਸਭ ਤੋਂ ਪਹਿਲਾਂ ਅਸੀਂ ਅਗਰ ਕਿੱਥੇ ਪਹੁੰਚਣਾ ਹੈ, ਕਿਸੇ ਡੈਸਟੀਨੇਸ਼ਨ ਤੇ ਰਸਤੇ 'ਚ ਜੋ ਮੀਲ ਪੱਥਰ ਆਉਂਦੇ ਉਸ ਤੇ ਭਰੋਸਾ ਕਰਨਾ ਪਏਗਾ। ਮੀਲ ਪੱਥਰ ਜੋ ਆਖ ਰਿਹਾ ਸਾਨੂੰ ਉਸ ਨੂੰ ਪਸੰਦ ਕਰਨਾ ਪਏਗਾ। ਹਾਂ ਵੀ ਮੀਲ ਪੱਥਰ ਜੋ ਕਹਿ ਰਿਹਾ ਵੀ ਅਗਰ ਦਿੱਲੀ ਪਹੁੰਚਣਾ ਤਾਂ 200 ਕਿਲੋਮੀਟਰ ਅਗਰ ਮੀਲ ਪੱਥਰ ਬੋਲ ਰਿਹਾ ਤਾਂ ਹਾਂ ਇਹ 200 ਕਿਲੋਮੀਟਰ ਹੈ, ਮੰਨ ਕੇ ਤੁਰ ਪਈਏ ਅਸੀਂ। ਉਹ ਗੱਲ ਚੱਲ ਕੇ ਚੱਲਣਾ ਹੀ ਹੈ। ਫਿਰ ਉਸ ਨੂੰ ਪਸੰਦ ਕਰਕੇ ਪਹਿਲਾਂ ਮੀਲ ਪੱਥਰ ਨੂੰ ਅਸੀਂ ਪੜ੍ਹਦੇ ਹਾਂ, ਫਿਰ ਉਸ ਨੂੰ ਮੰਨਦੇ ਹਾਂ ਵੀ ਮੀਲ ਪੱਥਰ ਕਹਿ ਰਿਹਾ 200 ਕਿਲੋਮੀਟਰ ਰਸਤਾ ਇਹੀ ਹੈ, ਤੁਰ ਪਓ। ਮੀਲ ਪੱਥਰ ਨੂੰ ਮੰਨਿਆ ਕੀ ਹੁੰਦਾ, ਹੌਲੀ ਪਹੁੰਚ ਜਾਂਦੇ ਆ ਉੱਥੇ। ਦਿੱਲੀ ਪਹੁੰਚ ਕੇ ਦਿੱਲੀ ਦੇ ਵਿੱਚ ਸਮਾ ਜਾਂਦੇ ਆ, ਦਿੱਲੀ ਦੇ ਵਿੱਚ ਹੀ ਕਾਰ ਵਿਹਾਰ ਕਰਦੇ ਆ। ਸਤਿਗੁਰੂ ਭਾਣਾ, ਸਤਿਗੁਰੂ ਸਾਡਾ ਸੱਚ ਸਰੂਪ ਹੈ, ਸੱਚ ਦਾ ਗਿਆਨ ਦਿੰਦਾ ਹੈ ਸਾਨੂੰ, ਉਸੀ ਨੂੰ ਕਹਿੰਦੇ ਨੇ ਸਤਿਗੁਰੂ। ਅਦਰਵਾਈਜ਼ ਕਹਿੰਦੇ ਨੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਜਿਸ ਬਾਣੀ ਦੇ ਵਿੱਚ ਸੱਚ ਦਾ ਗਿਆਨ, ਸੱਚ ਦਾ ਗੁਰ ਨਹੀਂ ਹੈ, ਕਹਿੰਦੇ ਉਹ ਬਾਣੀ ਹੀ ਨਾ ਸਮਝਣਾ, ਕੱਚੀ ਬਾਣੀ ਹੈ, ਉਹ ਕੱਚਾ ਗਿਆਨ ਹੈ, ਉੱਥੇ ਉਸ ਨੂੰ ਸਤਿਗੁਰੂ ਨਹੀਂ ਆਖਿਆ ਜਾ ਸਕਦਾ। ਸਾਡਾ ਗੁਰੂ ਹੈ ਸੱਚ ਦਾ ਗਿਆਨ। ਉਹ ਸੱਚ ਦਾ ਗਿਆਨ ਕਿਸੇ ਨੂੰ ਵੀ ਜ਼ਬਰਦਸਤੀ ਕੁਝ ਨਹੀਂ ਕਰਵਾਉਂਦਾ, ਕਿਸੇ ਦੇ ਨਿਯਮਾਂ ਨੂੰ ਕਿਸੇ ਨੂੰ ਨਾ ਭਾਣੇ 'ਚ ਚਲਵਾਉਂਦਾ ਹੈ, ਨਾ ਨਿਯਮਾਂ ਵਿੱਚ ਚਲਵਾਉਂਦਾ ਹੈ, ਨਾ ਕਿਸੇ ਦੇ ਨਿਯਮ ਬਦਲਦਾ ਹੈ, ਨਾ ਕਿਸੇ ਨੂੰ ਭਾਣੇ ਤੋਂ ਉਲਟ ਚਲਵਾਉਂਦਾ। ਉਹ ਤਾਂ ਸੱਚ ਦਾ ਗਿਆਨ ਹੈ, ਨਿਯਮਾਂ ਦਾ ਗਿਆਨ ਹੈ, ਭਾਣੇ ਦਾ ਗਿਆਨ ਹੈ। ਭਾਣਾ ਹੀ ਹੈ ਸਤਿਗੁਰੂ ਜੀ। ਸਤਿਗੁਰੂ ਦੇ ਵਿੱਚ ਕੀ ਲਿਖਿਆ ਹੋਇਆ ਹੈ? ਹੁਕਮ। ਸਤਿਗੁਰੂ ਦੇ ਵਿੱਚ ਕੀ ਹੈ? ਗੁਣ ਮੈਂ ਸਾਚਾ, ਗੁਣ ਮੈਂ ਨਿਰਮਲ ਏਕੋ ਸਾਚਾ। ਬਾਣੀ ਵਿੱਚ ਗੁਣ ਨੇ, ਗੁਣ ਹੀ ਪਰਮਾਤਮਾ ਨੇ। ਬਾਣੀ ਵਿੱਚ ਹੁਕਮ ਹੈ,
ਬਾਣੀ ਵਿੱਚ ਭਾਣੇ ਬਾਰੇ ਦੱਸਿਆ ਗਿਆ ਵੀ ਸਤਿਗੁਰੂ ਦਾ ਕੀ ਭਾਣਾ ਹੈ, ਇਸ ਤਰ੍ਹਾਂ ਚੱਲ ਰਿਹਾ ਸਾਡਾ ਸਿਸਟਮ। ਉਹ ਸਿਸਟਮ ਨੂੰ ਸਮਝ ਕੇ ਅਸੀਂ ਉਸ ਤੇ ਸੱਤ ਕਰਕੇ ਸਿਸਟਮ ਤੇ ਕਾਰ ਕਰਨੀ ਹੈ। ਰੱਬ ਜੀ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਇੱਕ ਸਰੀਰ ਕਰਕੇ ਕਿੱਥੇ ਬੈਠੇ ਹੋਏ ਆ ਤੇ ਫਿਰ ਅਸੀਂ ਉਸ ਨੂੰ ਖੁਸ਼ ਕਰਾਂਗੇ, ਉਹ ਖੁਸ਼ ਹੋ ਵੀ ਜਾਂਦੇ ਹੈ। ਕਮਾਲ ਹੈ। ਹੁਣ ਇਟ ਮੀਨਸ ਕਿ ਇਸ ਟਾਈਮ ਉਹ ਸਾਡੇ ਤੋਂ ਨਾਰਾਜ਼ ਵੀ ਹੈ। ਅਗਰ ਉਹਨਾਂ ਦੇ ਵਿੱਚ ਵੀ ਸੋਗ ਹਰਕ ਹੈ ਤਾਂ ਰੱਬ ਜੀ ਹੀ ਨਹੀਂ ਹਨ। ਅਗਰ ਉਸ ਨੂੰ ਖੁਸ਼ ਕਰਨਾ ਪਵੇ ਇਟ ਮੀਨਸ ਉਹ ਰੱਬ ਹੀ ਨਹੀਂ ਹੈ ਜਿਸ ਨੂੰ ਖੁਸ਼ ਕਰਨਾ ਪਵੇ, ਜਾਂ ਕੋਈ ਨਾਰਾਜ਼ ਵੀ ਹੁੰਦਾ ਹੋਵੇ। ਰੱਬ ਜੀ ਨਾ ਖੁਸ਼ ਹੁੰਦੇ ਹਨ ਨਾ ਰੱਬ ਉਹ ਨਾਰਾਜ਼ ਹੁੰਦੇ। ਰੱਬ ਹੀ ਸੱਚ ਦਾ ਗਿਆਨ ਹੀ ਰੱਬ ਹੈ, ਹੁਕਮ ਹੀ ਰੱਬ ਹੈ, ਭਾਣਾ ਹੀ ਰੱਬ ਹੈ। ਉਸਨੇ ਜੋ ਆਪਣੇ ਬਾਰੇ ਗਿਆਨ ਦਿੱਤਾ ਹੈ ਉਹ ਗਿਆਨ ਹੀ ਰੱਬ ਹੈ। ਉਸਨੇ ਜੋ ਆਪਣੇ ਬਾਰੇ ਦੱਸਿਆ ਹੈ ਕਿ ਅਕਾਲ ਮੂਰਤ ਹੈ, ਨਿਰਭਉ ਨਿਰਵੈਰ ਹੈ, ਉਹ ਹੀ ਰੱਬ ਦਾ ਕਨਸੈਪਟ ਹੈ। ਅਸੀਂ ਜਦੋਂ ਦੁਨਿਆਵੀ ਪੜ੍ਹਾਈਆਂ ਵੀ ਕਰਦੇ ਹਾਂ, ਡਾਕਟਰ ਬਣਦੇ ਹਾਂ, ਇੰਜੀਨੀਅਰ ਬਣਦੇ ਹਾਂ, ਵਕੀਲ ਬਣਦੇ ਹਾਂ, ਤਾਂ 4-5 ਸਾਲ ਵਕੀਲ ਦੀ ਪੜ੍ਹਾਈ ਕਰਦੇ ਹਾਂ, ਵਕੀਲ ਬਣ ਜਾਂਦੇ ਹਾਂ। 4-5 ਸਾਲ ਡਾਕਟਰ ਦਾ ਗਿਆਨ ਲੈਂਦੇ ਹਾਂ, ਡਾਕਟਰੀ ਦਾ, ਡਾਕਟਰ ਬਣ ਜਾਂਦੇ ਹਾਂ। ਡਾਕਟਰੀ ਦਾ ਗਿਆਨ ਹੀ ਡਾਕਟਰ ਬਣਨਾ ਹੈ, ਡਾਕਟਰੀ ਦਾ ਗਿਆਨ ਲੈਣਾ ਹੀ ਡਾਕਟਰ ਬਣਨਾ ਹੈ। ਵਕੀਲ ਦਾ 4-5 ਸਾਲ ਮਿਹਨਤ ਕਰਕੇ ਵਕੀਲ ਐਡਵੋਕੇਟ ਦਾ ਗਿਆਨ ਲੈਣਾ ਹੀ ਐਡਵੋਕੇਟ ਬਣਨਾ। ਇਸ ਤਰ੍ਹਾਂ ਸੱਚ ਦਾ ਗਿਆਨ ਲੈ ਕੇ ਸੱਚ ਦੇ ਗਿਆਨ ਤੇ ਅਮਲ ਕਰਨੇ ਹੀ ਸੱਚ ਨੂੰ ਮਿਲਣਾ ਹੈ। ਸੱਚ ਹੀ ਰੱਬ ਹੈ। ਸੱਚ ਨੂੰ ਮੰਨਣਾ, ਸੱਚ ਤੇ ਅਮਲ ਕਰਨੇ, ਸੱਚ ਨੂੰ ਆਪਣੇ ਵਿਹਾਰ ਤੇ ਲੈ ਕੇ ਆਣਾ ਹੀ ਸੱਚ ਨੂੰ ਮਿਲਣਾ ਹੈ। ਸੱਚ ਇੱਕ ਕਨਸੈਪਟ ਹੈ, ਸੱਚ ਇੱਕ ਵਿਚਾਰਧਾਰਾ ਹੈ। ਇਸੇ ਨੂੰ ਕਹਿੰਦੇ ਨੇ ਸ਼ਬਦ ਵਿਚਾਰ। ਸ਼ਬਦ ਦੀ ਵਿਚਾਰਨਾ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਸ਼ਬਦ ਦੀ ਵਿਚਾਰਧਾਰਾ। ਸ਼ਬਦ ਦੀ ਵਿਚਾਰਧਾਰਾ ਦੇ ਵਿੱਚ ਜਦੋਂ ਅਸੀਂ ਅਪਣਾ ਲੈਂਦੇ ਹਾਂ, ਸ਼ਬਦ ਵਿੱਚ ਮਿਲ ਜਾਣਾ। ਸ਼ਬਦ ਨੂੰ ਮਿਲਣਾ ਹੀ ਗੁਰੂ ਨੂੰ ਮਿਲਣਾ ਹੈ, ਸੱਚ ਨੂੰ ਮਿਲਣਾ ਹੈ। ਹਾਂ, ਇੱਥੇ ਸਤਿਗੁਰੂ ਜੀ ਜਿਹੜੀ ਪਹਿਲੀ ਗੱਲ ਆਖ ਰਹੇ ਨੇ, ਤੇਰਾ ਭਾਣਾ ਮੰਨੇ ਸੋ ਮਿਲੈ, ਇੱਕ ਵਚਨ ਵਿਚਾਰੀ ਹੈ ਗੱਲ, ਤੁਧ ਆਏ। ਜਦੋਂ ਮਨ ਪਹਿਲਾਂ ਅੰਦਰ ਵਸਦੇ, ਅੱਛਾ ਮਿਲੈ ਦੀ ਗੱਲ ਆ ਰਹੀ ਹੈ, ਆਪਾਂ ਇੱਕ ਗੱਲ ਹੋਰ ਕਰੀਏ, ਮਿਲਣਾ ਕਿਸ ਦੀ ਹੈ, ਕਿਸ ਦਾ ਭਾਣਾ ਮੰਨਣਾ ਹੈ। ਗੁਰਬਾਣੀ ਆਖਦੀ, ਕਹਿੰਦੇ ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਅੰਤਰ ਆਤਮਾ, ਅੰਦਰ ਜੋ ਸਾਨੂੰ ਸੱਚ ਦਾ ਗਿਆਨ ਮਿਲਦਾ ਹੈ, ਸਾਨੂੰ ਜੋ ਅੰਦਰ ਦੀ ਬਾਣੀ ਨੂੰ ਜਦੋਂ ਅਸੀਂ ਅੰਦਰ ਵਸਦੇ ਪ੍ਰਮਾਤਮਾ ਨੂੰ ਸੁਣ ਕੇ ਉਸ ਦੀ ਗੱਲ ਮੰਨਦੇ ਹਾਂ, ਉਸ ਨੂੰ ਕਹਿੰਦੇ ਨੇ ਅੰਤਰ ਆਤਮੈ ਜੋ ਮਿਲੈ। ਇੱਥੇ ਵੀ ਲਫ਼ਜ਼ ਆ ਰਿਹਾ ਨਾ ਮਿਲੈ। ਜਿਹੜਾ ਮਨ ਪਹਿਲਾਂ ਆਪਣੇ ਭਾਣੇ ਵਿੱਚ ਚੱਲਦਾ ਸੀ, ਅੰਦਰ ਵਸਦੇ ਰੱਬ ਜੀ ਦੀ ਗੱਲ ਨਹੀਂ ਸੁਣਦਾ ਸੀ, ਅੰਦਰ ਵਸਦੇ ਆਤਮਾ ਰਾਮ ਦੀ ਗੱਲ ਨਹੀਂ ਸੁਣਦਾ ਸੀ, ਉਹ ਮਨ ਹੁਣ ਅੰਦਰ ਵਸਦੇ ਆਤਮਾ ਰਾਮ ਜੀ ਦੀ ਪ੍ਰਮਾਤਮਾ ਦਾ ਭਾਣਾ ਸੁਣਦਾ ਵੀ ਹੈ ਔਰ ਉਸ ਨੂੰ ਮੰਨਦਾ ਵੀ ਹੈ। ਉਸਨੇ ਮੰਨਿਆ, ਉਸੇ ਨੂੰ ਕਹਿੰਦੇ ਨੇ ਮੰਨੈ ਸੁਰਤ। ਮਨ ਵਿੱਚ ਕੀ ਪ੍ਰਗਟ ਹੁੰਦਾ? ਫਿਰ ਮਨ ਹੋਵੇ ਮਨ ਬੁੱਧ। ਬੁੱਧ ਨੂੰ ਹੀ ਕਹਿੰਦੇ ਨੇ ਵਿਵੇਕ ਬੁੱਧੀ। ਇਸੇ ਨੂੰ ਕਹਿੰਦੇ ਨੇ ਵਿਵੇਕੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਵਿਵੇਕ ਕਦੋਂ ਪ੍ਰਾਪਤ ਹੁੰਦਾ ਹੈ? ਜਦੋਂ ਮੰਨੈ ਸੁਰਤ, ਜਦੋਂ ਸਾਡਾ ਮਨ ਭਾਵ ਸਾਡੇ ਵਿਚਾਰ, ਸਾਡੇ ਜਿਹੜੀ ਵਿਚਾਰਨ ਵਾਲੀ ਜਿਹੜੀ ਸ਼ਕਤੀ ਹੈ ਨਾ, ਉਹ ਸਾਡੇ ਧਿਆਨ ਵਾਲੀ ਸ਼ਕਤੀ ਦੇ ਵਿੱਚ ਜੋ ਗਿਆਨ ਪ੍ਰਾਪਤ ਹੁੰਦਾ ਉਹਨੂੰ ਮੰਨਣ ਲੱਗ ਜਾਂਦੀ। ਜਦੋਂ ਸਾਡਾ ਧਿਆਨ ਸ਼ਬਦ ਗੁਰੂ ਵਿੱਚ ਜੁੜਦਾ ਹੈ, ਅੰਤਰ ਆਤਮਾ ਵਿੱਚ ਜੁੜਦਾ ਹੈ, ਉਹ ਜੋ ਕਹਿੰਦਾ ਸੁਣਦਾ, ਇਹਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਸਾਡੇ ਧਿਆਨ ਦਾ, ਜਦੋਂ ਸਾਡਾ ਧਿਆਨ ਅੰਦਰ ਵਸਦੇ ਆਤਮਾ ਰੂਪੀ ਸ਼ਬਦ ਗੁਰੂ ਦੇ ਨਾਲ ਜੁੜ ਜਾਂਦਾ ਹੈ, ਫਿਰ ਉਸ ਨੂੰ ਸਾਡਾ ਮਨ ਮੰਨਦਾ ਹੈ। ਉਹਨੂੰ ਕਹਿੰਦੇ ਮੰਨੈ ਸੁਰਤ। ਇੱਥੇ ਵਿਸ਼ਰਾਮ ਦੇਣਾ, ਮੰਨੈ ਸੁਰਤ ਹੋਵੇ ਮਨ ਬੁੱਧ। ਮਨ ਚ ਬੁੱਧ ਪ੍ਰਗਟ ਹੁੰਦੀ, ਔਰ ਬੁੱਧ ਨੂੰ ਹੀ ਵਿਵੇਕ ਬੁੱਧੀ ਕਹਿੰਦੇ, ਔਰ ਇਸੀ ਨੂੰ ਗੁਰੂ ਕਹਿੰਦੇ ਨੇ। ਕੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਇੱਥੇ ਮਨ ਨੇ ਭਾਣਾ ਮੰਨਿਆ ਅੰਦਰ ਵਸਦੇ ਰੱਬ ਜੀ ਨੂੰ, ਉਹ ਮਿਲ ਗਿਆ ਅੰਦਰ ਵਸਦੇ ਰੱਬ ਜੀ ਨੂੰ, ਉਹਦੇ ਵਿੱਚ ਸਮਾ ਗਿਆ। ਇਸੇ ਨੂੰ ਤਾਂ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਮਤ ਆਣ ਨੂੰ ਹੀ ਸਮਾਣਾ ਕਹਿੰਦੇ ਨੇ। ਮਤ ਪ੍ਰਾਪਤ ਕਰਨੀ ਹੀ ਗੁਰੂ ਜੀ ਨੂੰ, ਰੱਬ ਜੀ ਨੂੰ ਪ੍ਰਾਪਤ ਕਰਨਾ ਹੈ। ਮਤ ਪ੍ਰਾਪਤ ਕਰਕੇ ਉਹਦੇ ਵਿੱਚ ਚੱਲਣਾ ਹੀ। ਫਿਰ ਕੀ ਕਰੇਗਾ? ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਪਹਿਲਾਂ ਹੁਕਮ ਨੂੰ ਮੰਨਿਆ, ਫਿਰ ਹੁਕਮ ਵਿੱਚ ਕਾਰ ਕਰੇਗਾ। ਇਹ ਪਹਿਲਾਂ ਤੇਰਾ ਭਾਣਾ ਮੰਨੇ ਕੌਣ ਕਰਦਾ ਹੈ? ਮਨ ਭਾਣਾ ਮੰਨਦਾ ਹੈ ਤੇ ਭਾਣੇ ਵਿੱਚ ਮਿਲ ਜਾਂਦਾ, ਭਾਵ ਅੰਦਰ ਵਸਦੇ ਰੱਬ ਚ ਸਮਾ ਜਾਂਦਾ ਹੈ, ਹੁਕਮਾਂ ਵਿੱਚ ਕਾਰ ਕਰਨ ਲੱਗ ਜਾਂਦਾ ਹੈ। ਹੁਣ ਹੁਕਮ ਤੋਂ ਬਾਅਦ ਇਹਦਾ ਇੱਕ ਵੀ ਕਾਰਜ ਨਹੀਂ ਹੁੰਦਾ। ਪਹਿਲਾਂ ਹੁਕਮ ਚ ਚੱਲਦਾ ਨਹੀਂ ਸੀ, ਅੱਗੇ
ਹੁਣ ਇਹ ਮਨ ਦੇ ਅੰਦਰ ਮਨ ਨਹੀਂ ਵਸ ਰਿਹਾ, ਮਨ ਹੁਣ ਹੁਕਮ 'ਚ ਸਮਾ ਗਿਆ, ਹੁਣ ਅੰਦਰ ਰੱਬ ਜੀ ਦਾ ਰੱਬੀ ਹੁਕਮ ਹੀ ਵਸ ਰਿਹਾ ਹੈ। ਹੁਣ ਕੀ ਹੁੰਦਾ ਹੈ, ਹੁਣ ਜਿਸ ਭਾਣਾ ਭਾਵੈ ਸੋ ਤੁਝੈ ਸਮਾਏ, ਇਹ ਜਿਹੜਾ ਤੁਝਾ ਲਫ਼ਜ਼ ਹੈ ਨਾ, ਇਹ ਜੀ ਜੰਤ ਵਾਸਤੇ ਆ ਰਿਹਾ, ਪਲੂਰਲ ਫਾਰਮ ਵਿੱਚ ਆ ਰਿਹਾ। ਹੁਣ ਜਿਤਨੇ ਜੀ ਜੰਤ ਨੇ ਨਾ, ਜੀ ਗੁਰਬਾਣੀ ਜਿਸ ਨੂੰ ਬੋਲਦੀ ਹੈ ਕਿ ਆਪਾਂ ਕਈ ਵਾਰ ਗੱਲ ਕਰਦੇ ਹਾਂ, ਬਾਰ-ਬਾਰ ਕਰਾਂਗੇ ਕਿਉਂਕਿ ਦ੍ਰਿੜਤਾ ਆਏਗੀ। ਪਰਿਵਾਰ ਵੀ ਇਹਨਾਂ ਨੂੰ ਬੋਲਦੀ ਹੈ, ਰਈਅਤ ਵੀ ਬੋਲਦੀ ਹੈ, ਤੇ ਇਸ ਨੂੰ ਜੀ ਜੰਤ ਵੀ ਆਖਦੀ ਹੈ, ਤੇ ਇਸ ਨੂੰ ਤਨ ਰੂਪੀ ਸੰਸਾਰ ਵੀ ਆਖਦੀ ਹੈ। ਲੇਕਿਨ ਇਹਨਾਂ ਨੂੰ ਵੀ ਉਹੀ ਤਰੀਕਾ ਅਪਣਾਉਣਾ ਪਏਗਾ। ਤਰੀਕਾ ਉਹੀ ਹੈ ਜਿਸ ਨਾਲ ਜਿਹੜਾ ਤਰੀਕਾ ਮਨ ਨੇ ਅਪਣਾਇਆ ਸੀ। ਕਹਿੰਦੇ ਨੇ ਇਹ ਮਨ ਜੈਸਾ ਸੇਵੈ ਤੈਸਾ ਹੋਏ। ਮਨ ਨੇ ਭਾਣੇ ਨੂੰ ਮੰਨਿਆ, ਭਾਣੇ ਦੇ ਵਿੱਚ ਹੋ ਗਿਆ, ਭਾਣਾ ਰੂਪ ਹੋ ਗਿਆ, ਭਾਣੇ 'ਚ ਸਮਾ ਗਿਆ। ਰੱਬੀ ਹੁਕਮ, ਰੱਬੀ ਭਾਣਾ ਹੀ ਰੱਬ ਹੈ, ਪਾਵੇ ਰੱਬ ਵੀ ਸਮਾ ਗਿਆ। ਜੀ ਜਨਤਾ ਨੂੰ ਵੀ ਸੇਮ ਇਹੀ ਕਰਨਾ ਪਵੇਗਾ। ਮਨ ਨੇ ਲੇਖਾ ਆਪਣਾ ਕਿਵੇਂ ਲਿਖਿਆ, ਲੇਖਾ ਲਿਖੀ ਹੈ ਮਨ ਕਹਿ ਪਾਏ। ਮਨ ਨੇ ਕੀ ਪਸੰਦ ਕੀਤਾ ਸੀ, ਭਾਣਾ। ਮਨ ਦਾ ਭਾਣੇ ਨੂੰ ਵਿੱਚ ਸਮਾਨ ਦਾ ਲੇਖਾ ਲਿਖਿਆ ਗਿਆ। ਜੀ ਜਨਤਾ ਨੂੰ ਵੀ ਭਾਣਾ ਪਸੰਦ ਕਰਨਾ ਪਏਗਾ, ਇਹ ਵੀ ਭਾਣੇ 'ਚ ਤਾਂ ਹੀ ਸਮਾਣਗੇ। ਲੇਕਿਨ ਉਹ ਹੁਣ ਭਾਣਾ ਜਿਹੜਾ ਪਸੰਦ ਕਰਨਾ ਪਏਗਾ, ਉਹ ਭਾਣਾ ਹੁਣ ਕਿੱਥੇ ਵਰਤ ਰਿਹਾ, ਮਨ ਦੀ ਜਗ੍ਹਾ ਤੇ ਬੈਠ ਕੇ ਹੁਣ ਭਾਣਾ ਹੀ ਵਰਤ ਰਿਹਾ। ਰੱਬ ਜੀ ਹੀ ਆਪ ਸਭ ਕੁਝ ਚਲਾ ਰਹੇ ਨੇ। ਅੰਦਰਲੀ ਸ੍ਰਿਸ਼ਟੀ ਪਹਿਲਾਂ ਮਨ ਚਲਾਉਂਦਾ ਸੀ ਆਪਣੀ ਮੱਤ ਦੇ ਅਨੁਸਾਰ, ਹੁਣ ਉਹ ਰੱਬੀ ਹੁਕਮ ਹੀ ਚਲਾ ਰਿਹਾ ਅੰਦਰਲੀ ਸ੍ਰਿਸ਼ਟੀ ਵਿੱਚ। ਭਾਵ ਜਦੋਂ ਸਾਡੀ ਬੋਡੀ 'ਚ ਅੰਦਰ ਸਭ ਕੁਝ ਠੀਕ ਹੋ ਜਾਂਦਾ ਨਾ, ਸਾਡੇ ਕੈਮੀਕਲ ਵੀ ਇਨਬੈਲੈਂਸ ਨਹੀਂ ਹੁੰਦੇ, ਸਾਡੀ ਅੰਦਰ ਸਾਨੂੰ ਕੋਈ ਰੋਗ ਵੀ ਨਹੀਂ ਅੰਦਰ ਵਿਆਪਦੇ, ਸਾਡੇ ਅੰਦਰ ਹਮੇਸ਼ਾ ਆਨੰਦ ਵਾਲੀ ਅਵਸਥਾ, ਅਸੀਂ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਅੰਦਰ। ਇਟ ਮੀਨਸ ਕਿ ਅੰਦਰ ਵਾਲੇ ਜਿਹੜੀ ਸ੍ਰਿਸ਼ਟੀ ਨਾ ਹੁਣ ਭਾਣੇ ਵਿੱਚ ਚੱਲ ਰਹੀ ਹੈ। ਇਹ ਰਿਜ਼ਲਟ ਹੈ। ਅਸੀਂ ਸ਼ਾਂਤ ਹੋਵਾਂਗੇ, ਅਸੀਂ ਸਹਿਜ ਵਿੱਚ ਆਵਾਂਗੇ, ਸਾਨੂੰ ਸੁੱਖ ਮਿਲੇਗਾ, ਸਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਅਸੀਂ ਰਵਾਂਗੇ, ਸਾਡੇ ਖਿਆਲਾਂ ਦੇ ਵਿੱਚ ਬੁਰੇ ਖਿਆਲ ਆਉਣਗੇ ਹੀ ਨਹੀਂ। ਇਹ ਰਿਜ਼ਲਟ ਹੈ ਕਿ ਸਾਡੀ ਅੰਦਰਲੀ ਸ੍ਰਿਸ਼ਟੀ ਹੁਣ ਭਾਣੇ ਵਿੱਚ ਚੱਲ ਰਹੀ ਹੈ। ਇਸ ਨੂੰ ਕਹਿੰਦੇ ਨੇ ਭਾਣੇ ਵਿੱਚ ਵੱਡੀ ਵਡਿਆਈ। ਇਹ ਵਡਿਆਈ ਕਿਵੇਂ ਪ੍ਰਾਪਤ ਹੋਈ, ਕਹਿੰਦੇ ਨੇ ਹੁਕਮ ਮਿਲੈ। ਜਦੋਂ ਅਸੀਂ ਹੁਕਮ ਨੂੰ ਪਸੰਦ ਕਰਕੇ ਹੁਕਮ ਵਿੱਚ ਮਿਲ ਜਾਂਦੇ ਹਾਂ, ਭਾਵ ਹੁਕਮ ਵਾਲੀ ਕਾਰ ਕਰਨ ਲੱਗ ਜਾਂਦੇ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਇਸ ਨੂੰ ਕਹਿੰਦੇ ਨੇ ਇਹ ਵਡਿਆਈ ਪ੍ਰਾਪਤ ਹੁੰਦੀ ਹੈ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਓ। ਜਦੋਂ ਅਸੀਂ ਸਾਡੇ ਅੰਦਰ ਸੱਚ ਆਪ ਆਪਣਾ ਸੱਚਾ ਨਿਆਓ ਕਰਨ ਲੱਗ ਜਾਂਦੇ। ਪਰ ਇਹ ਕਹਿੰਦੇ ਨੇ ਭਾਣਾ ਕਿਸਾ ਕਰਾਂਦਾ, ਕਰਦਾ ਕੌਣ ਹੈ। ਇਹ ਸ਼ਬਦ ਦੀ ਪਹਿਲੀ ਤੁਕ ਤੇ ਜਾਈਏ ਹੁਣ ਆਪਾਂ। ਗੁਰਬਾਣੀ ਕਹਿੰਦੇ ਨੇ ਜੋ ਤੁਧ, ਅਗਰ ਵੀਰ ਜੀ ਪਹਿਲੀ ਤੁਕ ਤੇ ਉੱਪਰ ਲੈ ਕੇ ਜਾ ਸਕਦੇ ਆ, ਪਹਿਲੇ ਬੰਦ ਤੇ ਉੱਪਰ ਕਰਨਾ, ਥੋੜੀ ਸਕਰੋਲਿੰਗ ਸ਼ਬਦ ਦੀ। ਜੋ ਤੁਧ ਕਰਨਾ ਸੋ ਕਰ ਪਾਇਆ, ਜੋ ਸਾਨੂੰ ਕਹਿ ਰਹੇ ਸੀ ਨਾ ਤੂੰ ਆਪੇ ਕਰਾਏਂਦਾ। ਉਹ ਕਿਵੇਂ, ਜੋ ਇਸਨੇ ਪ੍ਰਾਪਤ ਕੀਤਾ ਨਾ, ਜੋ ਕਰਕੇ ਪਾਇਆ, ਤਾਂ ਹੀ ਉਹ ਆਪਣੇ ਜੀਵ ਜਨਤਾ ਤੋਂ ਕਰਾਉਂਦਾ ਹੈ ਅੱਗੇ। ਜੋ ਤੁਧ ਕਰਨਾ ਨੇ ਪਹਿਲਾਂ ਆਪ ਭਾਣੇ ਨੂੰ ਮੰਨ ਕੇ ਭਾਣੇ ਵਿੱਚ ਕਰਮ ਕਰ ਰਿਹਾ ਹੈ, ਤਾਂ ਹੀ ਇਸਨੇ ਉਹ ਪਾਇਆ ਸੀ। ਹੁਣ ਤਾਂ ਹੀ ਇਹ ਦੂਜਿਆਂ ਤੋਂ ਵੀ ਉਹ ਕਰਾ ਰਿਹਾ ਹੈ। ਇਹ ਕਰਾਏਂ ਦਾ ਬਾਕੀ ਸਾਰੇ ਭਾਵ ਅੰਦਰਲੀ ਜਿਹੜੇ ਸਾਡੇ ਪੂਰੀ ਜਿਹੜੀ ਅੰਦਰਲੀ ਸ੍ਰਿਸ਼ਟੀ ਹੈ ਨਾ, ਉਹ ਸਾਰੇ ਇੱਕ ਦੂਜੇ ਨਾਲ ਕਨੈਕਟਡ ਹੈ। ਅਗਰ ਅਸੀਂ ਅੰਦਰਲੀ ਆਪਣੇ ਸਰੀਰ ਦੇ ਬਾਰੇ ਸਮਝਣ ਲੱਗਾਂਗੇ ਨਾ, ਦੇਖੋ ਜਦੋਂ ਅਸੀਂ ਕਿਤੇ ਧਿਆਨ ਲਗਾਉਂਦੇ ਹਾਂ, ਉਹ ਧਿਆਨ ਤੋਂ ਸਾਨੂੰ ਇੱਕ ਇਨਫੋਰਮੇਸ਼ਨ, ਇੱਕ ਮੱਤ ਪ੍ਰਾਪਤ ਹੁੰਦੀ ਹੈ। ਉਹ ਮੱਤ ਨੂੰ ਜਦੋਂ ਸਾਡਾ ਮਨ ਉਸ ਨੂੰ ਦਲੀਲ ਦੇ ਨਾਲ ਪਰਖਦਾ ਹੈ ਨਾ, ਪਰਖ ਕੇ ਫਿਰ ਮਨ ਨੂੰ ਉਸ ਤੋਂ ਨੌਲੇਜ ਮਿਲਦੀ ਹੈ। ਉਸ ਨੂੰ ਕਹਿੰਦੇ ਨੇ ਵਿਵੇਕ ਬੁੱਧੀ। ਫਿਰ ਮਨ ਉਹ ਵਿਵੇਕ ਬੁੱਧੀ ਨੂੰ ਬ੍ਰੇਨ ਨੂੰ ਕਹਿੰਦਾ ਹੁਣ ਇਹਦੇ ਅਕੋਰਡਿੰਗ ਕੰਮ ਕਰ। ਫਿਰ ਬ੍ਰੇਨ ਉਹ ਵਾਲੇ ਮੈਸੇਜ ਅੱਗੇ ਪੂਰੀ ਬੋਡੀ ਨੂੰ ਦਿੰਦਾ ਹੈ, ਇੱਕ ਇੱਕ ਸੈੱਲ ਤੱਕ। ਫਿਰ ਉਹ ਮੈਸੇਜ ਤਾਂ ਜਾਂਦਾ ਹੈ। ਸਟਾਰਟ ਕਿੱਥੋਂ ਹੁੰਦਾ ਕੰਮ, ਸਾਡੇ ਫੋਕਸ ਤੋਂ, ਸਾਡੇ ਧਿਆਨ ਤੋਂ। ਇਹ ਸਾਰਾ ਕੁਝ ਅੰਦਰ ਜੁੜਿਆ ਹੋਇਆ ਹੈ, ਇਹ ਇੱਕ ਦੂਜੇ ਤੋਂ ਅਲੱਗ ਨਹੀਂ ਅੰਦਰਲੀ ਸ੍ਰਿਸ਼ਟੀ। ਲੇਕਿਨ ਇਹ ਕੰਮ ਸਟਾਰਟ ਕਿੱਥੋਂ ਹੁੰਦਾ ਹੈ, ਸਾਡੇ ਧਿਆਨ ਤੋਂ। ਜਦੋਂ ਅਸੀਂ ਆਪਣਾ ਧਿਆਨ ਗਲਤ ਗਿਆਨ ਤੇ ਗਲਤ ਖਿਆਲ ਵੱਲ ਅਸੀਂ ਆਪਣਾ ਧਿਆਨ ਦਿੱਤਾ, ਸਾਰੇ ਅੱਗੇ ਇੱਕ ਦੂਜੇ ਦੇ ਨਾਲ ਉਹ ਗਲਤ ਖਿਆਲ ਦੇ ਅਕੋਰਡਿੰਗ ਜੋ ਸਾਡਾ ਸੁਭਾਅ ਬਣ ਜਾਂਦਾ, ਅੱਗੇ ਤੱਕ ਉਹ ਖਿਆਲ ਚਲੇ ਜਾਂਦੇ ਔਰ ਉਹਨੂੰ ਇੰਪਲੀਮੈਂਟ ਵੀ ਹੋ ਜਾਂਦੇ ਨੇ। ਉਸ ਤੇ ਸਾਰੇ ਆਟੋਮੈਟਿਕਲੀ ਕਾਰਜ ਕਰ ਵੀ ਦਿੰਦੇ ਨੇ। ਉਹ ਸਤਿਗੁਰੂ ਜੀ ਉਹ ਅੰਦਰਲਾ ਜਿਹੜਾ ਸਿਸਟਮ ਸਮਝਾ ਰਹੇ ਨੇ ਕਿ ਚੱਲਦਾ ਕਿਵੇਂ ਹੈ। ਕਹਿੰਦੇ ਨੇ ਆਪਣਾ ਨਾ ਤੁਸੀਂ ਆਪਣਾ ਧਿਆਨ ਤੇ ਬਹੁਤ ਤੇ ਕੰਮ ਕਰਿਆ ਕਰੋ, ਧਿਆਨ ਨਾ ਜਾਣ ਦਿਆ ਕਰੋ। ਸਾਨੂੰ ਕਹਿੰਦੇ ਨੇ ਧਿਆਨ ਗਿਆਨ ਤੋਂ ਹਟਿਆ, ਜਦ ਸੱਚ ਦੇ ਗਿਆਨ ਤੋਂ ਹਟਿਆ ਤੇ ਅੰਦਰ ਕਹਿੰਦੇ ਨੇ ਕਾਰ ਕਿਹਦੀ ਹੋਣ ਲੱਗ ਜਾਂਦੀ ਹੈ, ਜੰਮ ਕੀ ਕਾਰ। ਹੁਣ ਇਸ ਟਾਈਮ ਭਾਰਤ ਇੰਡੀਆ ਦੇ ਵਿੱਚ ਕਿਹਦੀ ਸਰਕਾਰ ਚੱਲ ਰਹੀ। ਸਰਕਾਰ ਦਾ ਮਤਲਬ ਹੁੰਦਾ ਹੈ ਸਾਡੇ ਸਿਰ ਤੇ ਕਿਸ ਦੀ ਕਾਰ ਚੱਲ ਰਹੀ ਹੈ, ਸਰਕਾਰ ਉਸ ਨੂੰ ਕਹਿੰਦੇ ਨੇ। ਇਸ ਟਾਈਮ
ਬੀਜੇਪੀ ਦੀ ਮਤ ਦੀ ਸਰਕਾਰ ਚੱਲ ਰਹੀ ਹੈ। ਬੀਜੇਪੀ ਜੋ ਪਾਰਟੀ ਹੈ ਉਹ ਜੋ ਸੋਚਦੀ ਹੈ, ਉਹਨਾਂ ਨੇ ਜਿੱਥੇ ਧਿਆਨ ਲਗਾ ਕੇ ਜੋ ਉਹਨਾਂ ਦੀ ਸੋਚ ਬਣ ਚੁੱਕੀ ਹੋਈ ਹੈ, ਉਹਨਾਂ ਦੀ ਸੋਚ ਦੀ ਕਾਰ ਸਾਡੇ ਸਾਰਿਆਂ ਦੇ ਸਿਰ ਤੇ ਚੱਲ ਰਹੀ ਹੈ। ਇਸ ਨੂੰ ਕਹਿੰਦੇ ਨੇ ਸਰਕਾਰ। ਜਦੋਂ ਅਸੀਂ ਆਪਣਾ ਧਿਆਨ ਜਮਾਂ ਵਾਲੇ ਖਿਆਲਾਂ ਤੇ, ਦੁਰਮਤ ਵਾਲੇ ਖਿਆਲ ਤੇ, ਮਾਇਆ ਦੇ ਮੋਹ ਵਾਲੇ ਖਿਆਲ ਤੇ ਚੱਲਦੇ, ਕਹਿੰਦੇ ਨੇ ਜੰਮ ਕੀ ਸਿਰ ਕਾਰ ਹੈ ਸਾਡੇ ਉੱਪਰ, ਅਸੀਂ ਕਾਰ ਕਿਹੜੀ ਅਸੀਂ ਕਿਹੜੀ ਕਾਰ ਕਰਨ ਲੱਗ ਜਾਂਦੇ, ਜੰਮ ਕੀ ਕਾਰ। ਤੇ ਜਦੋਂ ਅਸੀਂ ਸੱਚ ਦੇ ਖਿਆਲਾਂ ਦੇ ਵਿੱਚ ਧਿਆਨ ਲਾਉਂਦੇ ਹਾਂ, ਸੱਚ ਦੇ ਖਿਆਲਾਂ ਨੂੰ ਗ੍ਰਹਿਣ ਕਰਦੇ ਹਾਂ, ਸਾਡੇ ਤੇ ਕਾਰ ਕਿਹੜੀ ਚੱਲਣ ਲੱਗ ਜਾਂਦੀ, ਕਹਿੰਦੇ ਨੇ ਜਿਵ ਜਿਵ ਹੁਕਮ ਤੇ ਵੈ ਤਿਵ ਕਾ ਹੁਕਮ ਦੀ ਕਾਰ ਚੱਲਣ ਲੱਗ ਜਾਂਦੀ। ਅਸੀਂ ਸਾਡੀ ਜਿਹੜੀ ਧਿਆਨ ਲਾਉਣ ਦੀ ਸ਼ਕਤੀ ਹਮੇਸ਼ਾ ਅੰਦਰ ਰਹਿੰਦੀ ਹੈ, ਵਿਚਾਰਨ ਦੀ ਸ਼ਕਤੀ ਹਮੇਸ਼ਾ ਅੰਦਰ ਰਹਿੰਦੀ ਹੈ। ਧਿਆਨ ਕਿੱਥੇ ਲਾਣਾ, ਇਸ ਵਿੱਚ ਅਸੀਂ ਸੁਤੰਤਰ ਹਾਂ। ਵਿਚਾਰਨਾ ਕੀ ਹੈ, ਅਸੀਂ ਸੁਤੰਤਰ ਹਾਂ। ਬਟ ਜਿੱਥੇ ਇੱਕ ਵਾਰ ਅਸੀਂ ਜੋ ਵਿਚਾਰ ਗ੍ਰਹਿਣ ਕਰ ਲਏ, ਉਸ ਤੋਂ ਬਾਅਦ ਉਸ ਤੇ ਅਸੀਂ ਜੋ ਅਮਲ ਕਰ ਲਿਆ, ਉਸ ਤੋਂ ਬਾਅਦ ਉਹਦੇ ਫਲ ਤੇ ਅਸੀਂ ਸੁਤੰਤਰ ਨਹੀਂ। ਅਗਰ ਅਸੀਂ ਬੁਰੇ ਵਿਚਾਰਾਂ ਨੂੰ ਅਸੀਂ ਇੰਪਲੀਮੈਂਟ ਕਰਵਾ ਲਿਆ ਤਾਂ ਉਹਦੇ ਨਾਲ ਸਾਡੇ ਅੰਦਰ ਸਾਰਾ ਕੁਝ ਡਿਸਟਰਬ ਹੋ ਜਾਂਦਾ, ਸਾਡੇ ਕੈਮੀਕਲ ਇੰਬੈਲੈਂਸ ਹੋ ਜਾਂਦੇ, ਹਾਰਮੋਨਸ ਸਾਡੇ ਬਦਲ ਜਾਂਦੇ, ਹਾਰਮੋਨਾਂ ਵਿੱਚ ਇੰਬੈਲੈਂਸ ਹੋ ਜਾਂਦਾ। ਉਹਦਾ ਰਿਜ਼ਲਟ ਹੀ ਹੈ ਸਾਨੂੰ ਬਹੁਤ ਸਾਰੀ ਬਿਮਾਰੀਆਂ ਤੇ ਦੁੱਖਾਂ ਵਿੱਚ ਅਸੀਂ ਪੈਂਦੇ ਹਾਂ। ਹਾਂਜੀ, ਧੰਨਵਾਦ ਵੀਰ ਜੀ, ਬੜੀ ਬਰੀਕੀ ਦੇ ਨਾਲ ਡਿਟੇਲ ਵਿੱਚ ਆਪ ਜੀ ਨੇ ਸਮਝਾਣਾ ਕੀਤਾ। ਬਿਲਕੁਲ ਜੈਸੀ ਜਿੱਥੇ ਸਾਡੀ ਸੁਰਤ ਹੁੰਦੀ ਹੈ, ਮਨ ਦੇ ਵਿੱਚ ਉਹ ਜੀ ਭੁੱਖ ਉਤਪੰਨ ਹੋਣ ਲੱਗ ਪੈਂਦੀ ਹੈ। ਜਦੋਂ ਮਨ ਦੇ ਵਿੱਚ ਕਾਮ ਤੇ ਸੁਰਤ ਟਿਕੇ ਤੇ ਮਨ ਵਿੱਚ ਕਾਮ ਜਾਗ ਪੈਂਦਾ ਹੈ। ਜਦੋਂ ਕ੍ਰੋਧ ਵਾਲੇ ਵਿਚਾਰਾਂ ਵਿੱਚ ਸੁਰਤ ਟਿਕੇ, ਐਸੀ ਤਰੀਕੇ ਦੇ ਨਾਲ ਜਦੋਂ ਸੱਚ ਨਾਮ ਤੇ ਸੁਰਤ ਟਿਕ ਜਾਏ ਤੇ ਸੱਚ ਨਾਮ ਕੀ ਲਾਗੇ ਭੂਖ ਭੁੱਖੇ ਚਲੀਏ, ਦੁੱਖ ਸਾਰੇ ਦੁੱਖ ਜਿਹੜੇ ਹਨ ਉਹ ਸਾਰੇ ਨਿਪਟ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਧੰਨਵਾਦ ਆਪ ਜੀ ਦਾ। ਜਾ ਤਿਸ ਭਾਵੇ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਤੁਧ ਆਪਣੇ ਭਾਣੇ ਸਭ ਸ੍ਰੇਸ਼ਟ ਉਪਾਈ, ਜਿਸਨੂੰ ਭਾਣਾ ਦੇ ਤਿਸ ਭਾਇੰਦਾ। ਜਾ ਤਿਸ ਭਾਵੇ ਤਾਂ ਗੁਰੂ ਮਿਲਾਏ, ਜਾ ਤਿਸ ਭਾਵੇ। ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੀ, ਉਸ ਪ੍ਰਮਾਤਮਾ ਦੇ ਹੁਕਮ ਤੇ ਤੁਰਿਆ ਹੀ ਗੁਰੂ ਨਾਲ ਮਿਲਾਪ ਹੁੰਦਾ। ਜਾ ਤਿਸ ਭਾਵੇ ਤਾਂ ਗੁਰੂ ਮਿਲਾਏ। ਜਦੋਂ ਉਸਦੇ ਹੁਕਮ ਤੇ ਤੁਰਨਾ ਕਰੀਏ ਤੇ ਉਸਦੇ ਹੁਕਮ ਤੇ ਤੁਰਿਆ ਹੀ ਗੁਰੂ ਨਾਲ ਸਾਂਝ ਬਣਦੀ ਹੈ। ਦੇਖੋ ਅਕਰ ਮਿਲਾਏ ਆਇਆ, ਗੁਰੂ ਮਿਲਾਏ। ਗੁਰੂ ਨੂੰ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਬਹੁਤ ਹੈ, ਸ਼ਬਦ ਸੁਣਨ ਵਾਲਿਆਂ ਦੀ, ਪੜਨ ਵਾਲਿਆਂ ਦੀ ਵੀ ਗਿਣਤੀ ਬਹੁਤ ਹੈ, ਪਰ ਮਿਲਣ ਵਾਲਿਆਂ ਦੀ ਗਿਣਤੀ ਕਿੰਨੀ ਹੈ ਉਸ ਦੇ ਬਾਰੇ ਰੋਜ਼ਾਨਾ ਗੁਰੂ ਸਾਹਿਬ ਕਹਿੰਦੇ ਨੇ ਕੋਈ ਮਿਲਣਾ ਜਿਹਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਬਣ ਜਾਂਦੀ ਹੈ, ਇੱਕ ਮਿੱਕਤਾ ਬਣ ਜਾਂਦੀ ਹੈ। ਜਾਂ ਤੇ ਭਾਵੇ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਔਰ ਜਿਹੜਾ ਗੁਰੂ ਦੇ ਨਾਲ ਮਿਲ ਪੈਂਦਾ ਹੈ ਉਹ ਗੁਰੂ ਦੇ ਕੋਲੋਂ ਨਾਮ ਰੂਪ ਅਮੋਲਕ ਵਸਤ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਮੁਖ ਨਾਮ ਪਦਾਰਥ ਪਾਏ। ਦੇਖੋ ਨਾਮ ਪਦਾਰਥ, ਨਾਮ ਦੇ ਨਾਲ ਪਦਾਰਥ ਅੱਖਰ ਆਇਆ। ਪਦਾਰਥ ਅਮੂਮਨ ਵਸਤੂਆਂ ਦੇ ਲਈ ਆਉਂਦਾ ਹੈ, ਪਰ ਅਸੀਂ ਵਸਤੂਆਂ ਦੀ ਕੀਮਤ ਨੂੰ ਜਾਣਦੇ ਹਾਂ, ਪਰ ਨਾਮ ਦੀ ਕੀਮਤ ਨੂੰ ਅਸੀਂ ਨਹੀਂ ਪਹਿਚਾਣ ਪਾਉਂਦੇ। ਵਸਤੂਆਂ ਦੇ ਰਾਹੀਂ ਅਸੀਂ ਸਰੀਰਕ ਤੌਰ ਦੀ ਸੁੱਖ ਸੁਵਿਧਾਵਾਂ ਖਰੀਦ ਸਕਦੇ ਹਾਂ, ਅਸੀਂ ਘਰ ਇਕੱਠੀ ਕਰ ਸਕਦੇ ਹਾਂ, ਪਰ ਨਾਮ ਜਿਹੜਾ ਹੈ ਸਾਨੂੰ ਆਨੰਦ ਦਿੰਦਾ ਹੈ। ਨਾਮ ਜਿਹੜਾ ਹੈ ਸਾਨੂੰ ਉਹ ਆਤਮਕ ਆਨੰਦ ਦਿੰਦਾ ਹੈ, ਆਤਮਕ ਖੇੜਾ ਦਿੰਦਾ ਹੈ, ਜੋ ਸੰਸਾਰੀ ਵਸਤੂਆਂ, ਸੰਸਾਰੀ ਪਦਾਰਥ ਨਹੀਂ ਦੇ ਪਾਉਂਦੇ। ਤੇ ਗੁਰੂ ਸਾਹਿਬ ਉਹੀ ਸਮਝਾਣਾ ਕਰ ਰਹੇ, ਗੁਰਮੁਖ ਨਾਮ ਪਦਾਰਥ ਪਾਏ। ਤੁਧ ਆਪਣੇ ਭਾਣੇ ਸਭ ਸ਼ਿਸ਼ਟ ਉਪਾਈ। ਇਹ ਪ੍ਰਮਾਤਮਾ ਤੁਧ ਇੱਕ ਵਚਨ ਰੂਪ ਵਿੱਚ ਆਇਆ। ਆਪਣੇ ਭਾਣੇ ਵਿੱਚ ਹੀ, ਭਾਣੇ ਦੁਲਾ ਹੈਗੀ ਉੱਪਰ, ਵੱਡੇ ਏ ਦੀ ਮਾਤਰਾ ਲੱਗੀ ਹੈ, ਭਾਣੇ ਵਿੱਚ। ਤੁਧ ਆਪਣੇ ਭਾਣੇ ਸਭ ਸ਼ਿਸ਼ਟ ਉਪਾਈ, ਜਿਸਨੂੰ ਭਾਣਾ ਦੇ ਤਿਸ ਪਾਏਂਦਾ। ਜਿਸਨੂੰ ਭਾਣਾ ਦੇ, ਜੋ ਤੇਰੇ ਭਾਣੇ ਨੂੰ ਸੱਚ ਕਰਕੇ ਮੰਨਣ ਵਾਲੀ ਅਵਸਥਾ ਜਿਸਨੂੰ ਬਖਸ਼ ਦਿੰਦਾ ਹੈ, ਤਿਸ ਪਾਏਂਦਾ, ਉਸ ਨੂੰ ਇਹ ਪਾਉਣ ਲੱਗ ਪੈਂਦਾ ਹੈ। ਭਾਵ ਉਸਦੇ ਹੁਕਮ ਵਿੱਚ ਤੁਰਿਆ ਹੀ ਉਹ ਅਵਸਥਾ ਬਣਦੀ ਹੈ,
ਉਸਦੇ ਹੁਕਮ ਵਿੱਚ ਤੁਰਿਆ ਹੀ ਉਸਨੂੰ ਪਰਮਾਤਮਾ ਦਾ ਭਾਣਾ ਸੱਚ ਕਰਕੇ ਮੰਨਣ ਲੱਗ ਪੈਂਦਾ ਹੈ। ਪਰਮਾਤਮਾ ਦੇ ਭਾਣੇ ਨੂੰ ਸੱਚ ਕਰਕੇ ਮੰਨਣ ਲੱਗ ਪੈਂਦਾ ਹੈ। ਜੀ ਅਰਵਿੰਦਰ ਵੀਰ ਜੀ। ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ। ਜਿਸ ਜੀਵ ਦਾ ਜੀਵਨ ਰੱਬ ਨੂੰ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ, ਅਸੀਂ ਜਿਹੜਾ ਕਹਿੰਦੇ ਨੇ ਵੀ ਉਹ ਜਿਹੜੀ ਧਰਮਖੰਡ ਵਾਲੀ ਅਵਸਥਾ ਰੱਬ ਪ੍ਰਥਾ ਇੱਕ ਹੋਰ ਕਾਰਜ ਕਹਿੰਦੇ ਨੇ, ਆਪ ਸੱਚ ਭਾਵੈ ਤਿਸ ਸੱਚ। ਰੱਬ ਆਪ ਸੱਚ ਸਰੂਪ ਹੈ। ਜਿਹੜੇ ਬੰਦੇ ਉਸ ਪਾਸੇ ਟੁਰਨ ਦਾ ਹੀਆ ਬਣਾ ਲੈਣ, ਜਿਹੜੇ ਬੰਦਿਆਂ ਦੇ ਮਨ ਵਿੱਚ ਰੱਬ ਪ੍ਰਥਾਈ ਉਹ ਕਹਿ ਲੋ ਦਿਖਾਵੇ ਦਾ ਨਹੀਂ, ਜਿਸ ਬੰਦੇ ਦਾ ਮਨ ਕਰੇ ਨਾ ਕਿ ਮੈਂ ਹੁਣ ਇਸ ਪਾਸੇ ਟੁਰਨਾ ਹੈ। ਅਸੀਂ ਲਾਸਟ ਟਾਈਮ ਵੀ ਗੱਲ ਕਰਦੇ ਪਏ ਸੀ ਕਿ ਗਿਆਨ ਖੰਡ 2 ਨੰਬਰ ਤੇ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਸਵੀਰ ਧਰਤੀ ਥਾਪ ਰੱਖੀ ਧਰਮਸਾਲ ਇਨ ਦ ਮਿਡਸ ਆਫ ਆਲ ਦਿਸ। ਰਾਤੀ ਰੁੱਤੀ ਰਾਤਾਂ ਵੀ ਨੇ, ਰੁੱਤਾਂ ਵੀ ਨੇ, ਥਿੱਤਾਂ ਵੀ ਨੇ, ਵਾਰ ਵੀ ਨੇ, ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ, ਇਹਨਾਂ ਸਾਰਿਆਂ ਦੇ ਵਿੱਚ ਰੱਬ ਨੇ ਮਾਨੋ ਇਹ ਧਰਤੀ ਤੇਰੇ ਵਾਸਤੇ ਇੱਕ ਧਰਮਸਾਲ ਬਣਾ ਕੇ ਰੱਖੀ, ਇਹਦੇ ਧਰਮ ਕਮਾ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਆਨੰਦ। ਫਿਰ ਜਦੋਂ ਇਹ ਵਿਸ਼ਵਾਸ ਆ ਜਾਏ ਨਾ, ਕਰਮੀ ਕਰਮੀ ਹੋਏ ਵਿਚਾਰ, ਵੀ ਮਤਾ ਮੈਂ ਸਮਝਾਂ ਕਿ ਮੈਂ ਜੋ ਮਰਜ਼ੀ ਕਰੀ ਜਾਵਾਂਗਾ, ਵੀ ਅੱਜ ਮੇਰੇ ਕੋਲ ਅੱਜ ਤਾਕਤ ਹੈ, ਮੈਂ ਜੋ ਮਰਜ਼ੀ ਕਰੀ ਜਾਵਾਂ, ਮੈਂ ਜੋ ਜਿੱਦਾਂ ਮਰਜ਼ੀ ਬੰਦਾ ਹੱਕ ਖਿੱਚ ਲਵਾਂ, ਮੈਂ ਜਿਹਨੂੰ ਜੋ ਮਰਜ਼ੀ ਦੁੱਖ ਤਕਲੀਫ ਦੇ ਦੇਵਾਂ, ਉਹ ਜੀਵਨ ਰੱਬ ਨੂੰ ਪ੍ਰਵਾਨ ਨਹੀਂ ਹੈ। ਤੇ ਉਹ ਕਹਿੰਦਾ ਕਰਮੀ ਕਰਮੀ ਹੋਏ ਵਿਚਾਰ। ਜਦੋਂ ਇਹ ਭਰੋਸਾ ਤੇਰੇ ਆ ਜਾਵੇ ਨਾ, ਫਿਰ ਅਗਲੀ ਜਿਹੜੀ ਗੁਰੂ ਕਾਰ ਕਰਦਾ ਨਾ, ਉਹ ਰੱਬ ਕਾਰ ਕਰਦਾ, ਉਹ ਤੇਰਾ ਗੁਰੂ ਦੇ ਨਾਲ ਮਿਲਾਪ ਕਰਵਾ ਦਿੰਦਾ। ਕਹਿੰਦਾ ਜਾਂ ਤਿਸ ਭਾਵੈ, ਉਹਨੂੰ ਤੇਰਾ ਜੀਵਨ ਉਹਨੂੰ ਇਹ ਜਦੋਂ ਹੀ ਫੀਲਸ ਕਿ ਨਹੀਂ ਇਹ ਬੰਦਾ ਟੁਰਨਾ ਚਾਹੁੰਦਾ ਹੈ, ਇਹ ਬੱਚਾ ਪੜ੍ਹਾਈ ਕਰਨਾ ਚਾਹੁੰਦਾ ਹੈ, ਕਹਿੰਦਾ ਇਹਨੂੰ ਗੁਰੂ ਕੋਲ ਭੇਜੋ, ਇਹਨੂੰ ਸਕੂਲ 'ਚ ਭੇਜ ਦਿਓ। ਇਹ ਕਹਿੰਦੇ ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ। ਫਿਰ ਗੁਰੂ ਜਿਸ ਨੂੰ ਮਿਲ ਜਾਂਦਾ ਹੈ ਨਾ, ਜਿਹੜਾ ਬੰਦਾ ਜਿਹੜਾ ਸਟੂਡੈਂਟ ਜਾ ਕੇ ਗੁਰੂ ਕੋਲੋਂ ਇਹ ਦੇਖੋ ਨਾ ਬੜੀ ਜਿਹੜੇ ਇਹਨਾਂ 'ਚ ਵੱਖ-ਵੱਖ ਭੇਦ ਨੇ, ਇਹਨਾਂ ਵਿੱਚ ਆਪਣਾ ਹੁਣ ਅਸੀਂ ਐਜੂਕੇਸ਼ਨ ਨੂੰ ਟੀਚਰ ਨਹੀਂ ਕਹਿ ਸਕਦੇ, ਨੌਲੇਜ ਨੂੰ ਐਜੂਕੇਸ਼ਨ ਨਹੀਂ ਕਹਿ ਸਕਦੇ, ਅਸੀਂ ਸਟੱਡੀ ਨੂੰ ਜਿਹੜਾ ਹੈ ਉਹ ਨੌਲੇਜ ਨਹੀਂ ਕਹਿ ਸਕਦੇ। ਇਹਨਾਂ ਵਿੱਚ ਵੱਖ-ਵੱਖ ਜਿਹੜੇ ਭੇਦ ਨੇ ਨਾ, ਇਹ ਕਿਉਂਕਿ ਹਰ ਇੱਕ ਅੱਖਰ ਜਿਹੜਾ ਹੈ ਨਾ, ਉਹ ਆਪਣੇ ਵਿੱਚ ਇੱਕ ਕਨਸੈਪਟ ਨੂੰ ਲੈ ਕੇ ਬੈਠਿਆ ਹੋਇਆ। ਕਹਿੰਦਾ ਜਿਹੜਾ ਬੰਦਾ ਗੁਰਮੁਖ ਹੋ ਜਾਂਦਾ, ਜਿਹੜਾ ਗੁਰੂ ਕੋਲੋਂ ਕਹਿੰਦੇ ਵੀ ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਭਾਈ ਹੈ। ਜਿਨ੍ਹਾਂ ਨੂੰ ਸਤਿਗੁਰ ਦੀ ਸੇਵਾ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਨਾ, ਸਤਿਗੁਰ ਦੀ ਸੇਵਾ ਭਾਉਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਫਿਰ ਉਹ ਕੀ ਹੁੰਦਾ, ਕਹਿੰਦੇ ਸਤਿਗੁਰ ਤੇ ਨਾਮ ਰਤਨ ਧਨ ਪਾਇਆ। ਨਾਮ ਕੀ ਹੈ? ਅਸੀਂ ਕਹਿੰਦੇ ਵੀ ਨਾਮ ਉਹ ਜੀਵਨ ਜਾਚ ਹੈ ਜੋ ਰੱਬ ਨੂੰ ਸਹੀ ਮਾਇਨੇ ਵਿੱਚ ਪਾਉਂਦੀ ਹੈ। ਅਸੀਂ ਕਹਿੰਦੇ ਵੀ ਜਿਹੜਾ ਇਸ ਭਾਣਾ ਉਹਨੇ ਰੱਬ ਨੂੰ ਆਪਣੇ ਨੂੰ ਪਤਾ ਹੈ, ਲੇਕਿਨ ਉਹ ਗੁਰੂ ਦੇ ਨਾਲ ਹੀ ਸਾਡੇ ਭਾਣੇ ਦੀ ਸਾਂਝ ਪਾਉਂਦਾ ਪਿਆ। ਕਹਿੰਦੇ ਵੀ ਜਿਹੜਾ ਗੁਰਮੁਖ ਹੋ ਜਾਂਦਾ ਹੈ ਗੁਰੂ ਕੋਲੋਂ, ਆਪਣੇ ਬਾਹਰੋਂ ਨਹੀਂ, ਉਹ ਕਿਸੇ ਹੋਰ, ਉਹ ਕਈ ਬੰਦੇ ਕਹਿੰਦੇ ਨੇ ਅੱਛਾ ਫਿਰ ਇਹ ਛਾਪਾਂ ਪਾ ਲਓ, ਫਰਕ ਕੀ ਹੁੰਦਾ, ਅੱਛਾ ਗੁਰਦੁਆਰੇ ਵੀ ਜਾਓ ਲੇਕਿਨ ਛਾਪਾਂ ਵੀ ਪਾ ਲਓ। ਸਾਡੇ ਪਰਿਵਾਰਾਂ ਵਿੱਚੋਂ ਸਾਨੂੰ ਮਿਲ ਜਾਣਗੇ, ਸਾਡੇ ਕਲੋਜ਼ ਸੰਬੰਧੀਆਂ ਵਿੱਚੋਂ ਸਾਨੂੰ ਐਸੇ ਮਿਲ ਜਾਣਗੇ ਬੰਦੇ ਜਿਨ੍ਹਾਂ ਦੇ ਘਰ ਵਿੱਚੋਂ ਵਾਸਤੂ ਦੇ ਪੱਟੇ ਲੱਗੇ ਹੋਏ ਹੋਣਗੇ, ਉਹਨਾਂ ਨੇ ਘਰ ਦਾ ਸ਼ੀਸ਼ਾ ਹੈ ਉਹਨੂੰ ਢੱਕਿਆ ਹੋਇਆ ਰਹੇਗਾ, ਉਹ ਪੋਜ਼ਿਟਿਵ ਐਨਰਜੀ ਆਉਂਦੀ ਹੈ, ਨੈਗੇਟਿਵ ਆਉਂਦੀ ਹੈ, ਅੰਦਰ ਦੇਖੋਗੇ ਤਾਂ ਬਾਹਰ ਚਲੇ ਜਾਂਦੀ ਹੈ। ਉਹਨਾਂ ਨੇ ਬੰਦਿਆਂ ਨੇ ਜਿਹੜੇ ਆਪਣਾ ਨਾਮ ਬਦਲੀ ਕਰਦੇ ਨੇ, ਉਹ ਮਨਜੀਤ ਸਿੰਘ ਦਾ ਮਨਜੈਟ ਸਿੰਘ ਕਰ ਦਿੱਤਾ, ਕਿਉਂ? ਕਿਤੇ ਨਿਊਮਰੋਲੋਜੀ ਦਾ ਪ੍ਰਭਾਵ ਪੈ ਗਿਆ, ਬੰਦਿਆਂ ਨੇ ਛਾਪਾ ਪਾ ਲਿੱਤੀਆਂ। ਵੱਖ-ਵੱਖ ਜਿਹੜੇ ਸਾਡੇ ਜੀਵਨ ਵਿੱਚ ਪ੍ਰਭਾਵ ਪੈ ਚੁੱਕਿਆ ਹੋਇਆ ਨਾ, ਇਹ ਨਾਮ ਨਹੀਂ ਹੈ, ਇਹਨਾਂ ਵਿੱਚ ਨਾਮ ਨਹੀਂ ਹੈ। ਕਹਿੰਦੇ ਵੀ ਉਹ ਕਹਿੰਦੇ ਗੁਰਮਤਿ ਸਾਰ ਹੋਰ ਨਾਮ ਵੀ ਹੋਣੀ। ਗੁਰਮਤਿ ਸ੍ਰੇਸ਼ਟ ਕਿਉਂ ਹੈ? ਕਿਉਂਕਿ ਇਹਦੇ ਵਿੱਚ ਨਾਮ ਹੈ। ਰੱਬ ਦਾ ਭਾਣਾ ਰੱਬ ਨੂੰ ਪਤਾ ਹੈ, ਰੱਬ ਉਹਦੀ ਸਾਂਝ ਕੇਵਲ ਤੇ ਕੇਵਲ ਗੁਰੂ ਦੇ ਰਾਹੀਂ ਹੀ ਸਾਨੂੰ ਦਿੰਦਾ ਹੈ। ਗੁਰਮਤਿ ਸਾਰ ਹੋਰ ਨਾਮ, ਬਾਕੀ ਵਿੱਚ ਨਾਮ ਨਹੀਂ ਹੈ। ਜੋ ਰੱਬ ਨੂੰ ਚੰਗਾ ਲੱਗਦਾ ਸੀ ਨਾ, ਉਹਦੀ ਸਾਂਝ ਸਾਨੂੰ ਨਹੀਂ ਪੈ ਰਹੀ। ਜਿਹੜਾ ਗੁਰਮੁਖ ਬਣ ਜਾਂਦਾ ਹੈ, ਜਿਹੜਾ ਬੰਦਾ ਉਹ ਗੇਟ ਖੋਲਦਾ ਕਿ ਮੈਂ ਗੁਰੂ ਕੋਲੋਂ ਹੀ ਅਗਵਾਈ ਲੈਣੀ ਹੈ, ਦੂਜੀ ਅਗਵਾਈ ਮੇਰੇ ਮਨ ਦੇ ਉੱਤੇ ਪ੍ਰਭਾਵ ਨਹੀਂ ਪਾਏਗੀ। ਹੁਣ ਕਹਿੰਦਾ ਗੁਰਮੁਖ ਉਹ ਕਰਦਾ ਕੀ? ਕਹਿੰਦਾ ਗੁਰਮੁਖ ਨਾਮ ਪਦਾਰਥ ਪਾਵੇ। ਇਹ ਨਾਮ ਵਾਲੀ ਕਮੋਡਿਟੀ ਜਿਹੜੀ ਹੈ ਨਾ, ਕਿਉਂਕਿ ਇਹ ਐਸੀ ਕਮੋਡਿਟੀ ਜੋ ਤੇਰੇ ਨਾਲ ਚੱਲੇਗੀ, ਤੇਰਾ ਇੱਥੇ ਉੱਥੇ ਜਿਹੜਾ ਸਹਾਈ ਹੋਏਗੀ ਹਮੇਸ਼ਾ, ਜਿਹਨੂੰ ਤੂੰ ਟ੍ਰੇਡ ਕਰ ਸਕਣਾ, ਜਿੱਦਾਂ ਤੂੰ ਵਪਾਰ ਕਰ ਸਕਣਾ। ਗੁਰਮੁਖ ਨਾਮ ਪਦਾਰਥ ਹੋਏ, ਤੁਧ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਈ। ਤੂੰ ਨੇ ਆਪਣੇ ਤੈਨੂੰ ਭਾਉਂਦਾ ਸੀ,
ਤੂੰ ਨੇ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ। ਆ ਜਿਹੜਾ ਉਹ ਜਦੋਂ ਅਰਬਨ ਨਰਬਨ ਧੁੰਦੂ ਕਰਾ ਵਾਲਾ ਜਿਹੜਾ ਵੀ ਸ਼ਬਦ ਸੀ ਉਹ ਤੇ ਕਹਿੰਦਾ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਪੈਦਾ ਕੀਤੀ, ਸਾਰ ਸੰਭਾਲ ਨਹੀਂ ਕੀਤੀ। ਟਰਾਂਸਫਾਰਮ ਕਰਨਾ ਵੱਖਰੀ ਚੀਜ਼ ਹੈ। ਅਸੀਂ ਜਦੋਂ ਇਹਨੂੰ ਮਨ ਦੇ ਪ੍ਰਥਾਈ ਜੋੜਾਂਗੇ ਨਾ, ਮਨ ਸਾਡੇ ਇੰਦਰੀਆਂ ਗਿਆਨ ਇੰਦਰੀਆਂ ਦੀ ਸੋਚ ਬਦਲੀ ਕਰ ਸਕਦਾ ਹੈ, ਮਨ ਗਿਆਨ ਇੰਦਰੀਆਂ ਨੂੰ ਪੈਦਾ ਨਹੀਂ ਕਰ ਸਕਦਾ। ਉਪਾਏ ਦਾ ਮਤਲਬ ਹੈ ਪੈਦਾ ਕਰਨਾ, ਉਹਦੀ ਉਤਪत्ति ਕਰਨੀ। ਕਹਿੰਦੇ ਜਾਂ ਅਬ ਤੁਧ ਆਪਣੇ ਭਾਣੇ ਸਭ ਸ੍ਰਿਸ਼ਟ, ਉਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਮਨ ਜਦੋਂ ਮਨ ਟਰਾਂਸਫਾਰਮ ਹੋਏਗਾ ਤੇ ਉਹ ਆਪਣੇ ਇੰਦਰੀਆਂ ਦੇ ਵਿਚਾਰ, ਵੈਸੇ ਮਨ ਟਰਾਂਸਫਾਰਮ ਹੋਏ ਤਾਂ ਆਟੋਮੈਟਿਕਲੀ ਹੱਥ ਜਿਹੜੇ ਉਸ ਪਾਸੇ ਮਨ ਕੰਟਰੋਲ ਕਰਦਾ ਪਿਆ ਉਹਨਾਂ ਨੂੰ। ਇਹਨਾਂ ਵਿੱਚ ਤਾਂ ਕੋਈ ਅਕਲ ਹੈ ਨਹੀਂ ਵੀ ਬੰਦਾ ਕਹੇ ਕਿ ਮੇਰੀ ਉਂਗਲੀਆਂ ਵਿੱਚ ਕੋਈ ਅਕਲ ਹੈ ਜਾਂ ਮੇਰੇ ਪੈਰ ਦੀ ਹੱਡੀ ਵਿੱਚ ਕੋਈ ਅਕਲ ਹੈ। ਲੇਕਿਨ ਜਦੋਂ ਰੱਬ ਨੂੰ ਪਾਉਂਦਾ ਹੈ ਨਾ, ਉਹ ਇਹ ਬਾਹਰ ਦੀ ਸ੍ਰਿਸ਼ਟੀ ਦੀ ਗੱਲ ਜਿਹੜੀ ਚੱਲਦੀ ਪਈ, ਜਦੋਂ ਰੱਬ ਨੂੰ ਪਾਉਂਦਾ ਹੈ ਫਿਰ ਉਹ ਸਾਰੀ, ਉਹਨੂੰ ਚੰਗਾ ਲੱਗਿਆ ਸੀ, ਕਹਿੰਦਾ ਕੀਤਾ ਪਸਾਓ ਏਕੋ ਕਵਾ। ਉਹਨੂੰ ਉਹ ਖੇਡ ਰਚਨਾ ਚਾਹੁੰਦਾ ਸੀ, ਉਹਨੂੰ ਕੋਈ ਰੁਕਾ ਨਹੀਂ ਸਕਦਾ। ਵੇਖੋ ਕਹਿੰਦੇ ਜੋ ਤੁਧ ਪਾਣਾ ਜੋ ਤੁਧ ਕਰਨਾ ਸੋ ਕਰ ਪਾਇਆ, ਤੇਰੇ ਵਿੱਚ ਸਮਰੱਥਾ ਹੀ ਇਤਨੀ, ਤੂੰ ਕਰਨਾ ਚਾਹੁੰਦਾ ਨਾ। ਅਸੀਂ ਕਹਿੰਦੇ ਅਸੀਂ ਕੋਈ ਬੰਦਾ ਕੋਈ ਚੀਜ਼ ਉਲੀਕ ਲੈ ਕੇ ਨਹੀਂ ਕਰ ਪਾਏਗਾ ਯਾਰ, ਇਤਨਾ ਵੱਡਾ ਕਾਰਜ ਤੂੰ ਕਰ ਪਾਏਗਾ। ਰੱਬ ਦੇ ਪ੍ਰਥਾਈ ਐਸਾ ਨਹੀਂ ਹੈ, ਕਹਿੰਦੇ ਜੋ ਤੁਧ ਕਰਨਾ, ਤੇਰੇ ਮਨ ਵਿੱਚ ਆਇਆ ਤੂੰ ਕਰਨਾ ਚਾਹੁੰਦਾ, ਤੈਨੂੰ ਕੌਣ ਰੋਕ ਸਕਦਾ? ਤੇਰੇ ਸਮਰੱਥਾ ਹੀ ਇਤਨੀ ਹੈ, ਜੋ ਤੁਧ ਕਰਨਾ ਸੋ ਕਰ ਪਾਇਆ, ਤੇਰੇ ਵਿੱਚ ਉਹ ਕਰ ਪਾਉਣ ਦੀ ਸਮਰੱਥਾ ਹੀ ਇਤਨੀ ਹੈ। ਕਹਿੰਦੇ ਤੁਧ ਆਪਣੇ ਭਾਣੇ, ਤੈਨੂੰ ਭਾਉਂਦਾ ਸੀ, ਤੂੰ ਸਾਰੀ ਸ੍ਰਿਸ਼ਟ ਪੈਦਾ ਕਰ ਦਿੱਤੀ, ਸ੍ਰਿਸ਼ਟ ਉਪਾਈ। ਕਹਿੰਦਾ ਜਿਸ ਨੂੰ ਭਾਣਾ ਦੇ, ਇਹ ਭਾਣੇ ਦੀ ਦਾਤ ਨਾ ਜੋ ਰੱਬ ਨੂੰ ਭਾਉਂਦਾ ਹੈ ਉਹ ਸਾਨੂੰ ਭਾ ਜਾਵੇ, ਇਹ ਵਾਲੀ ਦਾਤ। ਕਹਿੰਦੇ ਹਰ ਕਾ ਭਾਣਾ ਭਗਤੀ ਮੰਨਿਆ, ਪਰਮਾਤਮਾ ਦੇ ਭਾਣੇ ਨੂੰ ਪਸੰਦ ਕਰ ਲੈਣਾ ਇਹੀ ਭਗਤੀ। ਹਰ ਕਾ ਭਾਣਾ ਭਗਤੀ ਮੰਨਿਆ। ਇੱਥੇ ਕਹਿੰਦੇ ਵੀ ਜਿਸ ਨੂੰ ਭਾਣਾ ਦੇ, ਜਿਸ ਨੂੰ ਆਪਣਾ ਭਾਣਾ ਮਨਵਾ ਲੈਂਦਾ ਹੈ, ਜਿਸ ਨੂੰ ਉਹਦੇ ਜੀਵਨ ਐਸਾ ਬਣਾ ਲੈਂਦਾ ਕਿ ਉਹਨੂੰ ਰੱਬ ਦਾ ਭਾਣਾ ਚੰਗਾ ਲੱਗਣਾ ਸ਼ੁਰੂ ਹੋ ਜਾਵੇ, ਤੇਰਾ ਭਾਣਾ ਮਿੱਠਾ ਲੱਗੇ। ਰੱਬ ਨੂੰ ਜੋ ਭਾਉਂਦਾ ਜਦੋਂ ਉਹਨੂੰ ਮਿੱਠਾ ਕਰਨ ਵਾਲੂ ਕਹਿੰਦੇ ਨੇ, ਕਹਿੰਦੇ ਜਿਸ ਨੂੰ ਭਾਣਾ ਦੇ ਤਿਸ ਭਾਏਂਦਾ, ਉਸ ਨੂੰ ਇਹ ਭਾਣਾ ਫਿਰ ਚੰਗਾ ਮਿੱਠਾ ਲੱਗਣਾ, ਜਿਹੜਾ ਜਿਹਨੂੰ ਇਹ ਦਾਤ ਪਰਮਾਤਮਾ ਦਿੰਦਾ ਹੈ, ਫਿਰ ਉਸ ਨੂੰ ਇਹ ਦਾਤ ਬੜੀ ਮਿੱਠੀ ਪਿਆਰੀ ਲੱਗਣੀ ਸ਼ੁਰੂ ਹੋ ਜਾਂਦੀ। ਹਾਂਜੀ ਧੰਨਵਾਦ ਵੀਰ ਜੀ। ਆਪ ਜੀ ਨੇ ਬੜੀ ਬਰੀਕੀਆਂ ਨਾਲ ਬੜੀ ਖੂਬਸੂਰਤੀ ਨਾਲ ਸਮਝਾਣਾ ਕੀਤਾ, ਗੁਰਬਾਣੀ ਦੇ ਉਦਾਹਰਨ ਦੇ ਕੇ ਆਪ ਜੀ ਨੇ ਸਮਝਾਣਾ ਕੀਤਾ। ਆਪ ਜੀ ਨੇ ਕੁਝ ਡਰਾਂ ਬਾਰੇ ਵੀ ਜ਼ਿਕਰ ਕੀਤਾ ਹੈ, ਭਾਵੇਂ ਫੈਂਕਚੁਈ ਦਾ ਜਾਂ ਸ਼ੀਸ਼ੇ ਦੇ ਢੱਕਣ ਦਾ ਜਾਂ ਛਾਪਾਂ ਪਾਉਣ ਦਾ ਜ਼ਿਕਰ ਕੀਤਾ। ਐਕਚੁਅਲੀ ਜੈਸਾ ਸਾਡਾ ਮਾਈਂਡ ਸੈਟ ਹੁੰਦਾ ਨਾ, ਅਸੀਂ ਫਿਰ ਉਹ ਜਿਹੇ ਕਾਰ ਵਿਹਾਰ ਕਰਨ ਲੱਗ ਪੈਂਦੇ ਹਾਂ। ਤੇ ਗੁਰੂ ਦੀ ਬਾਣੀ ਦਾ ਕਮਾਲ ਹੀ ਆਈ ਹੋਵੇ, ਗੁਰੂ ਸਾਹਿਬ ਸਾਡਾ ਮਾਈਂਡ ਸੈਟ ਹੀ ਚੇਂਜ ਕਰ ਦਿੰਦੇ। ਅਸੀਂ ਧਿਆਨ ਦਈਏ ਨਾ, ਅਸੀਂ ਭਾਵੇਂ ਹਿੰਦੁਸਤਾਨ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਇਹਦੇ ਚ ਮੂਵੀਜ਼ ਵੀ ਬਣਦੇ ਹਨ ਨਾ ਜਿਹੜੀਆਂ, ਉਹਦੇ ਵਿੱਚ ਵੀ ਮਾਈਂਡ ਸੈਟ ਇਹ ਦਿੱਤਾ ਜਾਂਦਾ ਹੈ ਕਿ ਇੱਕ ਹੀਰੋ ਆਏਗਾ ਤੇ ਉਹ ਸਾਰਿਆਂ ਨੂੰ ਬਚਾਏਗਾ, ਬਾਕੀ ਸਾਰੇ ਜਿਹੜੇ ਹਨ ਉਹ ਇੰਜ ਸਮਝੀਏ ਕਿ ਨਿਮਾਣੇ ਜਿਹੇ ਬਣ ਕੇ ਰਹਿ ਰਹੇ ਹੁੰਦੇ। ਉਹ ਮਾਈਂਡ ਸੈਟ ਸਾਡਾ ਐਸਾ ਬਣਾ ਦਿੱਤਾ ਜਾਂਦਾ ਹੈ ਓਵਰ ਦਾ ਪੀਰੀਅਡ ਕਿ ਕੋਈ ਇੱਕ ਆਏਗਾ ਉਹ ਸਾਡਾ ਭਲਾ ਕਰੇਗਾ। ਤੇ ਗੁਰੂ ਸਾਹਿਬ ਮਾਈਂਡ ਸੈਟ ਹੀ ਚੇਂਜ ਕਰਦੇ ਹਨ ਕਿ ਤੂੰ ਆਪਣਾ ਭਲਾ ਆਪ ਕਰ, ਸਾਰੇ ਡਰਾਂ, ਸਾਰੇ ਵਹਿਮਾਂ, ਸਾਰੇ ਭਰਮਾਂ ਤੋਂ ਬਾਹਰ ਨਿਕਲ, ਬਾਹਰ ਉੱਪਰ ਨਿਕਲ, ਤਈਓ ਤੇਰਾ ਭਲਾ ਹੋ ਸਕਦਾ ਹੈ, ਤਈਓ ਤੂੰ ਜਿਹੜਾ ਹੈ ਸੱਚ ਦੀ ਰਾਹ ਤੇ ਟੁਰ ਸਕਦਾ ਹੈ। ਜਦੋਂ ਤੱਕ ਇਹ ਬੰਧਨ ਨਹੀਂ ਕੱਟਾਂਗੇ ਤਦ ਤੱਕ ਅਸੀਂ ਡਰੇ ਰਵਾਂਗੇ, ਤਦ ਤੱਕ ਅਸੀਂ ਦੁਖੀ ਰਵਾਂਗੇ, ਪਰੇਸ਼ਾਨ ਰਵਾਂਗੇ। ਗੁਰੂ ਸਾਹਿਬ ਸਾਡੇ ਬੰਧਨ ਹੀ ਕੱਟਦੇ ਹਨ, ਸਾਡੇ ਵਹਿਮ ਭਰਮ ਹੀ ਕੱਟਦੇ ਹਨ, ਸਾਡਾ ਮਾਈਂਡ ਸੈਟ ਹੀ ਚੇਂਜ ਕਰਦੇ ਹਨ। ਇਹਦੇ ਵਿੱਚ ਬਸ ਇੱਕ ਗੱਲ ਹੋਰ ਮੈਂ ਐਡ ਕਰ ਦਿਆਂ, ਜਿਹੜੀ ਰੱਖੜੀ ਔਰ ਭਈਆ ਦੂਜ ਦਾ ਤਿਉਹਾਰ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਹਨ ਨਾ, ਉਹ ਰੱਖੜੀ ਔਰ ਭਈਆ ਦੂਜ ਦਾ ਤਿਉਹਾਰ ਵੀ ਇੱਕ ਮਾਈਂਡ ਸੈਟ ਸਾਡਾ ਬਣਾਉਂਦਾ ਹੈ ਕਿ ਸ਼ਾਇਦ ਔਰਤ ਜਿਹੜੀ ਹੈ ਜਾਂ ਇਸਤਰੀਆਂ ਜਿਹੜੀਆਂ ਜਾਂ ਲੜਕੀਆਂ ਜਿਹੜੀਆਂ ਉਹ ਕਮਜ਼ੋਰ ਹਨ ਤੇ ਪੁਰਸ਼ ਸਟਰੋਂਗ ਹਨ। ਪੁਰਸ਼ਾਂ ਨੇ ਲੜਕੀਆਂ ਦੀ ਰਾਖੀ ਕਰਨੀ ਹੈ। ਗੁਰੂ ਸਾਹਿਬ ਨੇ ਅਸੀਂ ਲਈ ਇਸ ਮਾਈਂਡ ਸੈਟ ਨੂੰ ਵੀ ਬਦਲਣ ਲਈ ਇਹਨਾਂ ਤਿਉਹਾਰਾਂ ਦੇ ਵਿੱਚ ਸਾਨੂੰ ਨਹੀਂ ਪਾਇਆ, ਸਾਨੂੰ ਮੈਸੇਜ ਦਿੰਦੇ, ਸਮਝਾਣਾ ਕਰਦੇ। ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। इकबाल वीर जी आवाज नहीं आ रही आप जी दी। मेरे ख्याल नाल नहीं इस टाइम ते उन्हां दा शायद लिंकेज प्रॉब्लम है। भूआ जी आप जी आराम करे जे विचार।
जी ਜਾ ਤਿਸ ਪਾਵੇ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ। ਉਹ ਜਿਹੜਾ ਨਾ ਮਨ ਸੀ ਜਦੋਂ ਉਸ ਨੂੰ ਟਿਊਨ ਕਰ ਦਿੱਤਾ ਕਿਸ ਨਾਲ, ਉਸ ਇੱਕ ਦੇ ਗੁਣਾ ਦੇ ਨਾਲ, ਉਹਦੇ ਕਨਸੈਪਟ, ਹੁਕਮ, ਵਨਨੈਸ, ਜਦੋਂ ਉਹ ਟਿਊਨ ਹੋ ਗਿਆ ਤਾਂ ਸਮਝੋ ਕਿ ਇਹੀ ਮਿਲਾਪ ਹੈ, ਗੁਰੂ ਮਿਲਾਏ। ਗੁਰੂ ਹੀ ਇੱਕ ਹੈ, ਇਟ ਇਜ਼ ਅ ਵਨਨੈਸ। तो ਜਦੋਂ ਮਨ ਨੇ ਪੂਰੀ ਤਰ੍ਹਾਂ ਭਿੱਜ ਗਿਆ ਤੇ ਸਮਝੋ ਸਾਨੂੰ ਗੁਰੂ ਮਿਲ ਗਿਆ, ਉਹ ਇੱਕ ਮਿਲ ਗਿਆ। ਜਦੋਂ ਇੱਕ ਮਿਲ ਗਿਆ ਤੇ ਸਮਝੋ ਗੁਰਮੁਖ ਨਾਮ ਪਦਾਰਥ ਪਾਏ। ਇੱਕ ਖਜ਼ਾਨਾ ਹੈ, ਅਨਮੋਲ ਖਜ਼ਾਨਾ, ਇੱਕ ਖੁਰਾਕ ਹੈ ਜੋ ਹਰ ਇੱਕ ਉਸ ਵੇਲੇ ਮਨ ਨੂੰ ਜੋ ਗੁਰੂ ਦੇ ਮੁਖ ਦੀ ਗੱਲ ਨੂੰ ਸਮਝ ਕੇ ਭਿੱਜਿਆ ਹੋਇਆ ਹੈ ਉਸਨੂੰ ਇੱਕ ਖਜ਼ਾਨਾ ਮਿਲ ਜਾਂਦਾ ਹੈ। ਤੁਧ ਆਪਣੇ ਪਾਣੇ ਸਭ ਸ੍ਰਿਸ਼ਟ ਪਾਏ। ਹੁਣ ਭਿੱਜਿਆ ਹੋਇਆ ਉਹ ਮਨ ਜਿਹੜਾ ਹੈ ਉਹ ਉਸਦੇ ਪਾਣੇ ਵਿੱਚ ਉਸ ਇੱਕ ਦੇ ਨਾਲ, ਉਸ ਵਨਨੈਸ ਦੇ ਨਾਲ ਭਿੱਜ ਕੇ ਉਹ ਫਿਰ ਆਪਣੀ ਇੱਕ ਸ੍ਰਿਸ਼ਟੀ ਆਪਣੇ ਅੰਦਰ ਹੀ ਥਾਪਦਾ ਹੈ, ਹੀ ਕ੍ਰੀਏਟਸ। ਕਿਉਂਕਿ ਉਹਦੇ ਅੰਦਰ ਦੀ ਜਿਹੜੀ ਸ੍ਰਿਸ਼ਟੀ ਹੈ ਉਹਦਾ ਪੂਰਾ ਇੱਕ ਪਰਿਵਾਰ ਹੈ, ਉਹਦੇ ਇੰਦਰੀਆਂ ਹਨ, ਉਹਦੇ ਅੰਗ ਹਨ, ਦੀ ਆਰਗਨਸ ਆ ਦੇयर। ਉਹ ਭਿੱਜਿਆ ਹੋਇਆ ਮਨ ਉਸ ਖਜ਼ਾਨੇ ਦੇ ਨਾਲ ਉਹ ਆਪਣੇ ਪੂਰੀ ਸ੍ਰਿਸ਼ਟੀ ਨੂੰ ਕ੍ਰੀਏਟ ਕਰਦਾ ਹੈ, ਥਾਪਦਾ ਹੈ। ਔਰ ਥਾਪ ਕੇ ਫਿਰ ਜਿਸ ਨੂੰ ਪਾਣੇ ਦੇ ਤਿਸ ਭਾਲਦਾ ਕਿ ਉਹ ਸਾਰਿਆਂ ਨੂੰ ਉਸੀ ਦੇ ਪਾਣੇ ਦੇ ਵਿੱਚ ਹੀ ਚਲਾ ਦਿੰਦਾ ਹੈ, ਆਪਣੀ ਪੂਰੀ ਸ੍ਰਿਸ਼ਟੀ ਨੂੰ ਆਪ ਵੀ ਚਲਦਾ ਤੇ ਨਾਲ ਸਾਰਿਆਂ ਨੂੰ ਚਲਾ ਦਿੰਦਾ, ਕਿਉਂਕਿ ਉਸ ਦੇ ਅੰਦਰ ਉਹ ਖਜ਼ਾਨਾ ਆ ਗਿਆ, ਉਹ ਪਦਾਰਥ ਆ ਗਿਆ, ਨਾਮ ਰਤਨ ਦਾ। ਹਾਂਜੀ थैंक यू भूल जी, बिल्कुल आप जी शॉर्टेज टू द पॉइंट गल कर दो। बहुत बहुत धन्यवाद आपकी। दा भुपिंदर वीर जी ने ज्वाइन किया है। जी आया नु वीर जी। ਅੱਜ ਦੋ ਪਦਿਆਂ ਦਾ ਪਾਠ ਹੋਇਆ, ਤੀਜੇ ਦਾ ਤੇ ਚੌਥੇ ਪਦੇ ਦਾ। ਆਪ ਜੀ ਵਿਚਾਰ ਦਿਓ ਜੀ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜਿਸ ਮਨ ਨੇ ਸਤਿਗੁਰ ਦੀ ਮੱਤ ਲੈ ਕੇ ਆਪ ਵੀ ਪਹਿਲਾਂ ਉਸ ਦੇ ਭਾਣੇ ਨੂੰ ਪਸੰਦ ਕੀਤਾ, ਉਹਨੂੰ ਮੰਨਿਆ ਔਰ ਮੰਨ ਕੇ ਆਪ ਸੁਖੀ ਹੋਇਆ, ਆਪਣੇ ਸਾਰੇ ਅੰਗਾਂ ਨੂੰ ਦੂਜੇ ਪਦੇ ਵਿੱਚ ਭਾਣੇ 'ਚ ਚਲਾਉਂਦਾ। ਤੇਰਾ ਭਾਣਾ ਮੰਨੇ ਸੋ ਮਿਲਿਆ ਤੁਧਾਏ। ਉਹ ਫਿਰ ਆਪ ਹੀ ਹੁੰਦਾ ਹੈ ਕਿਉਂਕਿ ਉਹਨੇ ਇਸ ਨੂੰ ਮੰਨਿਆ ਔਰ ਇਹਨੂੰ ਪਸੰਦ ਕੀਤਾ ਸੀ। ਜਿਸ ਭਾਣਾ ਪਾਵੇ ਸੋ ਤੁਝੈ ਸਮਾਏ। ਉਹ ਵੀ ਉਹਦੇ ਨਾਲ ਫਿਰ ਬਾਕੀ ਸਾਰੇ ਅੰਗ ਅੰਦਰ ਦੇ ਜੀ ਜੰਤ ਉਹ ਵੀ ਸਾਰੇ ਇਸ ਦੇ ਭਾਣੇ ਦੇ ਨਾਲ ਟਿਊਨਡ ਹੁੰਦੇ ਜਾਂਦੇ ਨੇ। ਕਿਹੜਾ ਭਾਣਾ? ਸਤਿਗੁਰ ਕਾ ਭਾਣਾ। ਸਤਿਗੁਰ ਕਾ ਭਾਣਾ ਕਿਹਨੇ ਲਿਆ? ਇਸ ਮਨ ਨੇ। ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੇ ਕਰਾਏਗਾ। ਉਹ ਰੱਬੀ ਭਾਣੇ ਵਿੱਚ ਚੰਗੇ ਗੁਣਾਂ ਦੀਆਂ ਸਿਫਤਾਂ ਕਮਾਉਂਦਾ ਹੈ ਔਰ ਸਾਰਿਆਂ ਨੂੰ ਉਹ ਕਰਾਉਂਦਾ ਆਪਣੇ ਸਾਰੇ ਅੰਗਾਂ ਨੂੰ। ਜੇ ਮੈਂ ਧਾਰਮਿਕ ਇਨਸਾਨ ਹਾਂ ਪਰ ਮੈਂ ਕਿਸੇ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦਾ ਹਾਂ, ਕਿਸੇ ਨੂੰ ਮੈਂ ਅਮੀਰ ਗਰੀਬ ਦੀ ਨਜ਼ਰ ਨਾਲ ਵੇਖਦਾ, ਆਪਣਾ ਪਰਾਇਆ ਦੀ ਨਜ਼ਰ ਨਾਲ ਵੇਖਦਾ ਹਾਂ, ਹਾਲਾਂਕਿ ਮੈਂ ਧਰਮੀ ਹਾਂ। ਸਾਰੀ ਦੁਨੀਆ ਮੈਨੂੰ ਬੜਾ ਧਰਮੀ ਸਮਝਦੀ ਹੈ, ਮੈਨੂੰ ਧਰਮ ਦੇ ਗ੍ਰੰਥ ਵੀ ਯਾਦ ਹਨ, ਮੈਂ ਕਰਮ ਕਾਂਡ ਵੀ ਪੂਰੇ ਕਰਦਾ ਹਾਂ, ਮੈਂ ਅੰਮ੍ਰਿਤ ਵੇਲੇ ਵੀ ਉੱਠਦਾ, ਮੈਂ ਨਿਤਨੇਮ ਵੀ ਕਰਦਾ, ਮਾਲਾ ਵੀ ਫੇਰਦਾ, ਬੜਾ ਮੈਂ ਤਿਆਗੀ ਵੀ ਹਾਂ, ਸ਼ਰਾਬ ਵੀ ਨਹੀਂ ਪੀਂਦਾ। ਧਰਮ ਦੇ ਸਾਰੇ ਬਾਹਰਲੇ ਨੋਰਮਸ ਦੇ ਮੈਨੂੰ ਸਰਟੀਫਿਕੇਟ ਵੀ ਮਿਲੇ ਹੋਏ ਨੇ। ਪਰ ਜਦੋਂ ਉਸ ਮਨੁੱਖ ਦੇ ਨਾਲ ਦੇਖਣ ਵੇਲੇ ਮੇਰੀਆਂ ਅੱਖਾਂ 'ਚ ਵਿਤਕਰਾ ਹੈ ਨਾ, ਜਾਂ ਇਹ ਖਿਆਲ ਹੈ ਇਹ ਅਗਿਆਨੀ ਹੈ, ਮੈਨੂੰ ਗਿਆਨ ਜ਼ਿਆਦਾ ਹੈ, ਤਾਂ ਇਹਦਾ ਮਤਲਬ ਮੇਰੀਆਂ ਅੱਖਾਂ ਨੇ ਤਾਂ ਭਾਣਾ ਮੰਨਿਆ ਹੀ ਨਹੀਂ। ਇੰਜ ਜੇ ਮੇਰੀਆਂ ਅੱਖਾਂ ਵੀ, ਮੇਰੇ ਸਾਰੇ ਸੁਰਤਮਤ ਬੁੱਧ ਵੀ, ਮੇਰਾ ਇੱਕ ਇੱਕ ਅੰਗ, ਮੇਰੇ ਸਾਰਾ ਰੋਮ ਰੋਮ, ਮੇਰੇ ਅੰਦਰ ਦੇ ਜੀ ਜੰਤ ਸਾਰੇ ਉਹਨੂੰ ਮੰਨਦੇ ਹਨ, ਤਾਂ ਹੀ ਗੱਲ ਇਹ ਸਾਰੀ ਬਣਦੀ ਹੈ। ਜਾਂ ਤਿਸ ਭਾਵ ਹੈ ਤਾਂ ਗੁਰੂ ਮਿਲਾਏ। ਆਪ ਹੀ ਗੁਰੂ ਨਾਲ ਮਿਲਦਾ ਹੈ ਔਰ ਉਹਨਾਂ ਸਾਰਿਆਂ ਨੂੰ ਵੀ ਉਹਨੇ ਮਿਲਾ। ਕਿਉਂ ਮਿਲਿਆ? ਕਿਉਂਕਿ ਉਹਨੇ ਪਸੰਦ ਕੀਤਾ ਹੈ। ਇਹ ਪੁਆਇੰਟ ਅਸੀਂ ਬਿਲਕੁਲ ਨਹੀਂ ਆਪਣੇ ਆਪ ਨੂੰ ਓਲੇ ਕਰਨਾ। ਆਮ ਤੌਰ ਤੇ ਅਸੀਂ ਕਹਿਣਾ ਰੱਬ ਕਿਰਪਾ ਕਰੇਗਾ ਵਰਸਿਸ ਦਾਤੇ ਦਾਤ ਰੱਖਿਆ ਤਾਂ ਪੜਾ। ਜਿਸ ਭਾਵ ਹੈ ਤਿਸ ਦੀ ਕਿਰਪਾ ਤੇ ਉਹਦੀ ਹੋ ਰਹੀ ਹੈ। ਜਿਹਨੂੰ ਭਾਵ ਹੈ, ਜਿਹਨੂੰ ਪਸੰਦ ਆਉਂਦੀ ਹੈ ਉਹਨੂੰ ਦੇ ਦਿੰਦਾ है। दे दिंदा ਦਾ ਵੀ ਮਤਲਬ ਹੈ ਨਹੀਂ लो तुम्हें पसंद है तुम्हें दे रहा हूं, उससे पसंद नहीं है वो जाए यहाँ से, इंज नहीं करता है। ਜਿਹਨੂੰ ਪਸੰਦ ਹੈ ਮੀਨਸ ਉਹ ਨਮਰਤਾ 'ਚ ਆ ਗਿਆ ਹੈ, ਉਹਨੇ ਆਪਣੇ ਥਾਟ ਪ੍ਰੋਸੈਸ ਦਾ ਭਾਂਡਾ ਸਿੱਧਾ ਕਰ ਲਿਆ। ਜਿਉਂ ਹੀ ਅਸੀਂ ਥਾਟ ਪ੍ਰੋਸੈਸ ਦਾ ਨਮਰਤਾ 'ਚ ਭਾਂਡਾ ਸਿੱਧਾ ਕਰਦੇ ਆ ਨਾ, ਇਹ ਅੰਦਰ ਦੇ ਰੱਬ ਗੁਰੂ ਨਾਲ ਮਿਲਾਪ ਸਟਾਰਟਸ। ਜਾਂ ਤਿਸ ਭਾਵ ਹੈ ਤਾਂ ਗੁਰੂ ਮਿਲਾਏ। ਇਹ ਅਸੀਂ ਕਹਿ ਰਹੇ ਹਾਂ ਰੱਬ ਨੂੰ ਭਾਵ ਹੈ ਤਾਂ ਇੱਕ ਥਰਡ ਐਂਟੀਟੀ ਗੁਰੂ ਮਿਲਾਵੇ।
ਇਹ ਤੇ ਸਾਡਾ ਭੁਲੇਖਾ ਹੋ ਗਿਆ ਨਾ। ਰੱਬ ਇੱਕ ਚੀਜ਼ ਹੈ, ਗੁਰੂ ਇੱਕ ਚੀਜ਼ ਹੈ, ਫਿਰ ਮੈਂ ਇੱਕ ਚੀਜ਼ ਹਾਂ, ਦੁਨੀਆ ਇੱਕ ਚੀਜ਼ ਹੈ। ਸਾਨੂੰ ਤਾਂ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਨਾਲ ਜੋੜਿਆ ਔਰ ਸਾਨੂੰ ਗੁਰ ਪਰਮੇਸ਼ਰ ਇੱਕੋ ਜਾਨ ਸਿਖਾਇਆ। ਨਾਨਕ ਪਾਰ ਬ੍ਰਹਮ ਗੁਰ ਭੇਦ ਨਾ ਪਾਈ। ਗੁਰ ਤੇ ਰੱਬ ਕੋਈ ਫਰਕ ਹੀ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਣ ਸਮਝਦੇ ਹਾਂ ਤਾਂ ਫਿਰ ਇਹਦਾ ਮਤਲਬ ਮੈਨੂੰ ਉਹ ਆਪਣੇ ਅੰਦਰ ਦਾ ਸੁਨਿਆ, ਆਪਣੇ ਅੰਦਰ ਦਾ ਹੁਕਮ ਰਜ਼ਾਈ ਨੂੰ ਪਸੰਦ ਕਰਨਾ ਹੈ। ਜੇ ਮੈਂ ਮੰਨਦਾ ਹਾਂ ਕਿ ਮੈਂ ਕੂੜ ਹਾਂ, ਮਨੋਂ ਮੈਲਾਈਨ ਜਾਂ ਗਲੂਮੀ ਥਾਟਸ ਆਉਂਦੀਆਂ ਨੇ, ਜੇ ਮੈਂ ਮੰਨਦਾ ਕਿ ਮੈਂ ਹਨੇਰੇ ਦੀ ਅਗਿਆਨਤਾ ਦੀ ਅਵਸਥਾ 'ਚ ਧੁੰਦੂਕਾਰਾ 'ਚ ਰਹਿੰਦਾ ਹਾਂ, ਜੇ ਮੈਂ ਇਹ ਹੀ ਮੰਨਾਂ ਮੈਂ ਤੇ ਪੈਦਾ ਹੋਇਆ ਸੀ ਔਰ ਉਸ ਤੋਂ ਬਾਅਦ 10-11 ਸਾਲ ਦੀ ਉਮਰ 'ਚ ਮੈਂ ਅੰਮ੍ਰਿਤ ਛਕ ਲਿਆ ਸੀ, ਮੈਂ ਤਾਂ ਧੁੰਦੂਕਾਰੀ 'ਚ ਰਹਿੰਦਾ ਹੀ ਨਹੀਂ, ਮੈਂ ਤੇ ਤਰ ਚੁੱਕਾ ਹੋਇਆ ਵਾਂ, ਫਿਰ ਤੇ ਮੈਨੂੰ ਕੌਣ ਸਿਖਾ ਸਕਦਾ? ਹਾਂ, the moment ਮੈਂ ਨਮਰਤਾ 'ਚ ਆਇਆ, ਮੈਂ ਗੁਰੂ ਦੀ ਮੱਤ ਨੂੰ ਸੁਣਿਆ, ਗੁਰੂ ਦੀ ਮੱਤ ਨੂੰ ਪਸੰਦ ਕੀਤਾ, ਸੁਣਿਆ, ਮਾਨੋ ਮੈਂ ਡਾਕਟਰ ਦੀ ਦਿੱਤੀ ਹੋਈ ਅਕਲ ਨੂੰ ਲਿਆ। ਡਾਕਟਰ ਜਿਹੜੀ ਅਕਲ ਦਿੰਦਾ ਨਾ, ਉਹਨੂੰ ਗਿਆਨ ਖੰਡ ਕਾ ਆਖੋ ਕਰਮ ਕਹਿੰਦੇ ਨੇ। ਉਹ ਗਿਆਨ ਦਿੰਦਾ ਹੈ, ਗਿਆਨ ਦੇ ਨਾਲ ਮੈਂ ਆਪਣੇ ਰੋਗਾਂ ਤੋਂ ਮੁਕਤ ਹੁੰਦਾ। ਗਿਆਨ ਪਦਾਰਥ ਸਾਡੀ ਪਿਛਲੇ ਹਫਤੇ ਹੀ ਇਹ ਟੇਪ ਨਿਕਲੀ ਹੈ। 4 ਪਦਾਰਥ ਗੁਰਮਤ ਦੇ ਕੀ ਹੁੰਦੇ ਨੇ? ਪਹਿਲਾ ਹੁੰਦਾ ਗਿਆਨ ਪਦਾਰਥ, ਇਹਦੇ ਸਿੰਪਲੀ ਅਰਥ ਕਰ ਦੇਣੇ ਪੁਰਾਣੇ ਚਲਦੇ ਆ ਰਹੇ ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਾਰਥ ਹੈ, ਇਹਨਾਂ ਦੀ ਗੱਲ ਨਹੀਂ ਚੱਲ ਰਹੀ। ਗੁਰਮਤ ਨੂੰ ਪੜਾਂਗੇ ਤਾਂ ਪਤਾ ਲੱਗੇਗਾ ਸਤਵੀਰ ਜੀ, ਪਹਿਲਾਂ ਮੈਂ ਬਿਮਾਰ ਮੰਨਿਆ ਆਪਣੇ ਆਪ ਨੂੰ ਧਰਮ ਖੰਡ ਤੋਂ, ਮੈਂ ਡਾਕਟਰ ਕੋਲ ਗਿਆ, ਉਹਨੂੰ ਕਿਹਾ ਗਿਆਨ ਖੰਡ ਕਾ ਆਖੋ ਕਰਮ, ਤੁਸੀਂ ਆਪਣੀ ਮਤ ਦਿਓ। ਉਹਦੀ ਮਤ ਲੈ ਕੇ ਮੈਂ ਰੋਗ ਤੋਂ ਛੁੱਟਿਆ, ਉਹਨੂੰ ਕਹਿੰਦੇ ਨੇ ਮੁਕਤ ਪਦਾਰਥ। ਪਹਿਲਾ ਗਿਆਨ ਪਦਾਰਥ ਸਾਨੂੰ ਮਿਲਦਾ ਹੈ, ਫਿਰ ਮੁਕਤ ਪਦਾਰਥ ਮਿਲਦਾ ਹੈ। ਮੁਕਤ ਪਦਾਰਥ ਦੇ ਬਾਅਦ ਸਾਨੂੰ ਨਾਮ ਪਦਾਰਥ ਮਿਲਦਾ ਹੈ। ਨਾਮ ਪਦਾਰਥ ਕੀ ਹੈ? ਜੋ ਤੁਸੀਂ ਦੱਸਿਆ ਇਹ ਮੈਂ ਸਾਰੀ ਉਮਰ ਕਮਾਣਾ ਹੈ, ਜੋ ਤੁਸੀਂ ਮੈਨੂੰ ਦੱਸਿਆ ਇਹ ਮੈਂ ਵਿਵੇਕ ਬੁੱਧੀ ਵਰਤ ਕੇ ਗੁਣਾ ਔਰ ਅਵਗੁਣਾ ਦਾ ਪੂਰੀ ਤਰ੍ਹਾਂ ਵਿਵੇਕਤਾ ਦੇ ਨਾਲ ਅਲਰਟ ਰਹਿਣਾ ਹੈ। ਇਹਨੂੰ ਨਾਮ ਕਮਾਣਾ ਕਹਿੰਦੇ ਨੇ, ਨਾਮ ਪਦਾਰਥ ਕਹਿੰਦੇ ਨੇ। ਔਰ ਜਿਸ ਨੂੰ ਨਾਮ ਪਦਾਰਥ ਪ੍ਰਾਪਤ ਹੋ ਜਾਏ ਨਾ, ਉਹਦਾ ਜਨਮ ਪਦਾਰਥ ਹੋ ਜਾਂਦਾ ਹੈ, ਉਹਦਾ ਜਨਮ ਸਫਲ ਹੋ ਜਾਂਦਾ ਹੈ। ਗੁਰਮੁਖ ਨਾਮ ਪਦਾਰਥ ਪਾਏ, ਉਹ ਮਨ ਨੇ ਗੁਰੂ ਦੀ ਮੱਤ ਨੂੰ ਸੁਣਿਆ, ਸੁਣ ਕੇ ਉਹਨੇ ਇਹ ਵਾਲਾ ਬਿਲਕੁਲ ਪੱਕਾ ਕੁਦਰਤ ਦਾ ਖਰਾ ਸਪਿਰਿਚੁਅਲਿਟੀ ਦਾ ਨਿਯਮ ਸਮਝ ਲਿਆ, ਨਾਮੜਾ ਸਮਝ ਲਿਆ। ਉਹ ਸੱਚ ਹੈ, ਉਹਨੂੰ ਸਤਨਾਮ ਕਹਿੰਦੇ ਨੇ। ਤੁਧ ਆਪਣੇ ਭਾਣੇ ਸਭ ਸ੍ਰਿਸ਼ਟੀ ਪਾਈ, ਉਹਨੇ ਆਪਣੇ ਅੰਦਰ ਦੀ ਸ੍ਰਿਸ਼ਟੀ ਉਪਾਈ। ਭੂਆ ਜੀ ਵੈਲ ਸੈਡ ਕਿ ਉਹ ਆਪਣੇ ਅੰਦਰ ਦੀ ਸ੍ਰਿਸ਼ਟੀ ਵੀ ਪੈਦਾ ਕਰਦਾ ਹੈ ਨਾ। ਜੇ ਉਹ ਸ੍ਰਿਸ਼ਟੀ ਨਹੀਂ ਪੈਦਾ ਕਰਦਾ ਤਾਂ ਕੀ ਹੁੰਦਾ ਹੈ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਅਸੀਂ ਸ੍ਰਿਸ਼ਟੀ ਦੇ ਅਰਥ ਜੇ ਬਾਹਰਲੇ ਕਰਾਂਗੇ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਭਗਵਾਨ ਜੀ ਹੈ, ਰੱਬ ਜੀ ਹੈ। ਰੱਬ ਜੀ ਦੁਖੀ ਹੋ ਜਾਂਦੇ ਨੇ, ਇਹਦਾ ਮਤਲਬ ਕੋਈ ਹੋਰ ਵੀ ਸ੍ਰਿਸ਼ਟੀ ਹੈ, ਉਹ ਮੇਰੇ ਅੰਦਰ ਦੀ ਹੈ। ਅਸੀਂ ਪੂਰਾ ਸੈਮੀਨਾਰ ਕੀਤਾ ਪੈਰਲਲ ਯੂਨੀਵਰਸ ਦੇ। ਇਹ ਸਾਰੀ ਯੂਨੀਵਰਸ ਤੋਂ ਇਲਾਵਾ ਇੱਕ ਪੈਰਲਲ ਯੂਨੀਵਰਸ ਚੱਲਦੀ ਹੈ ਜਿਹੜੀ ਮੇਰਾ ਮਨ ਚਲਾਉਂਦਾ ਹੈ, ਔਰ ਮੇਰੇ ਮਨ ਕਾਰਨ ਇਹ ਵਾਲੀ ਬਾਹਰਲੀ ਯੂਨੀਵਰਸ ਨੂੰ ਵੀ ਖਰਾਬ ਕਰ ਦਿੰਦਾ ਹੈ। ਪਰ ਜੇ ਮੇਰਾ ਮਨ ਅੰਦਰ ਦੀ ਵਧੀਆ ਸੋਹਣੀ ਯੂਨੀਵਰਸ ਬਣਾਏ, ਅੰਦਰ ਦੀ ਸੋਹਣੀ ਸ੍ਰਿਸ਼ਟੀ ਸਾਜੇ, ਤਾਂ ਫਿਰ ਇਹ ਬਾਹਰ ਦੀ ਸਾਰੀ ਸ੍ਰਿਸ਼ਟੀ ਵਾਸਤੇ ਵੀ ਮੈਂ ਦੁਨੀਆ ਦਾ ਭਲਾ ਕਰ ਸਕਾਂਗਾ। ਆਪਣੇ ਵੀ 10 ਕਾਜ ਸਵਾਰਾਂਗਾ, ਦੁਨੀਆ ਦੇ ਵੀ 10 ਕਾਜ ਸਵਾਰਾਂਗਾ, ਔਰ ਇਸ ਸ੍ਰਿਸ਼ਟੀ ਵਾਸਤੇ ਵੀ ਮੈਂ ਨੁਕਸਾਨ ਨਹੀਂ ਕਰਾਂਗਾ। ਤੁਧ ਆਪਣੇ ਪਾਣੇ ਸਭ ਸ੍ਰਿਸ਼ਟ ਉਪਾਈ। ਆਪਣਾ ਪਾਣਾ ਉਹਦਾ ਕੀ ਹੈ? ਸਤਿਗੁਰ ਦਾ ਪਾਣਾ, ਕਿਉਂਕਿ ਉਹ ਸਤਿਗੁਰ ਦਾ ਮਰਜ ਹੋ ਚੁੱਕਾ ਹੈ। ਉਹ ਸਤਿਗੁਰ ਨੂੰ ਮੇਰਾ ਸਤਿਗੁਰ ਰਖਵਾਲਾ ਕਹਿੰਦਾ ਹੈ। ਪਤਨੀ ਪਤੀ ਨੂੰ ਕਹਿੰਦੀ ਹੈ ਜੋ ਆਪਕਾ ਹੈ ਉਹ ਸਭ ਕੁਝ ਮੇਰਾ ਹੀ ਤਾਂ ਹੈ। ਤਾਂ ਉਹ ਰੱਬ ਜੀ ਨੂੰ ਸਤਿਗੁਰ ਨੂੰ ਕਹਿ ਰਿਹਾ ਤੁਹਾਡਾ ਪਾਣਾ ਮੇਰਾ ਪਾਣਾ, ਮੇਰੇ ਪਾਣੇ ਅੰਦਰ ਮੇਰੀ ਸਾਰੀ ਸ੍ਰਿਸ਼ਟੀ। ਹੁਣ ਤੁਸੀਂ ਇਹ ਜੋ ਨਿਯਮ ਜੋ ਬਣਾਇਆ ਹੋਇਆ ਬਸ ਉਹਨੇ ਪੈਦਾ ਕੀਤੀ ਹੈ। ਜਿਸ ਨੂੰ ਪਾਣਾ ਦੇ ਤਿਸ ਪਾਇੰਦਾ। ਇਹਦਾ ਮਤਲਬ ਸਾਰੇ ਆਪਣੇ ਅੰਗਾਂ ਨੂੰ ਵੀ ਉਹ ਸ੍ਰਿਸ਼ਟੀ ਦੇ ਅੰਦਰ ਪਾਣਾ ਦੇ ਹੀ ਜਾਂਦਾ ਹੈ, ਕਿਉਂਕਿ ਈਚ ਅੰਗ ਵੀ ਟਿਊਨਡ ਹੋਣਾ ਚਾਹੁੰਦਾ ਹੈ। ਅਸਾਂ ਵੀ ਉੱਥੇ ਜਾਣਾ। ਈਚ ਅੰਗ ਸਾਰਿਆਂ ਨੇ ਮਿਲ ਕੇ ਤਾਂ ਇਸ ਨੂੰ ਕਿਹਾ ਸੀ ਤੁਸੀਂ ਸਾਰੀ ਸ੍ਰਿਸ਼ਟੀ ਤੇ ਕਲਯੁਗ ਵਰਤਾਇਆ ਹੋਇਆ ਹੈ। ਸਾਨੂੰ ਵਿਛੋੜੇ ਵਾਲਾ ਜੀਵਨ ਜੀਣਾ ਪੈ ਰਿਹਾ ਹੈ। ਤੁਹਾਡੇ ਕਾਰਨ ਇਤਨੀ ਮਾਰ ਪਈ ਕੁਰਲਾਣੇ ਵਾਲਾ ਜੀਵਨ ਹੋ ਰਿਹਾ ਹੈ। ਹਾਂਜੀ,
सतवीर जी सॉरी मैं टाइम ज्यादा लिया, नहीं मन इतना ही समझ आएगा। बड़ी खूबसूरती नाल आप जी ने बड़े प्यार नाल सौखे सौखे उदाहरण दे के आप जी बड़ी मैं कहूँगा सौखी लैंग्वेज भी समझाते हो कि एक लेमैन की भाषा भी समझाते हो कि हर एक Thank को you. सब कुछ आ जाता है। थैंक यू सो Thank मच जी। जी सुखविंदर ਵੀਰ जी। ਹਾਂਜੀ ਵੀਰ ਜੀ। ਵੀਰ ਜੀ ਦੇਖੋ ਸਤਿਗੁਰੂ ਜੀ ਪਹਿਲੀ ਤੁਕ ਦੇ ਵਿੱਚ ਆਪ ਸਮਝਾ ਰਹੇ, ਦੇਖੋ ਪਿੱਛੇ ਕਹਿ ਰਹੇ ਸਨ ਤੇਰਾ ਭਾਣਾ ਮੰਨੇ ਸੋ ਮਿਲੈ ਤੁਧਾ ਹੈ, ਇੱਥੇ ਹੁਣ ਹੋਰ ਖੋਲ ਰਹੇ ਨੇ, ਕਹਿੰਦੇ ਨੇ ਜਾ ਤਿਸ ਭਾਵੈ, ਕਹਿੰਦੇ ਨੇ ਅਗਰ ਅਸੀਂ ਭਾਵੈ ਤੇ ਸਤਿਗੁਰੂ ਜੀ ਸਾਨੂੰ ਬਾਰ-ਬਾਰ ਦ੍ਰਿੜ ਕਰਵਾਉਂਦੇ ਨੇ ਕਿ ਭਾਈ ਤੇਰੇ ਜੋ ਤੂੰ ਪਸੰਦ ਕਰੇਗਾ, ਮੈਂ ਕਿਸੇ ਦੇ ਨਾਲ ਕਿਸੇ ਦਾ ਹੱਕ ਨਹੀਂ ਮਾਰਦੇ। ਸਤਿਗੁਰੂ ਜੀ ਦੇ ਜਿਹੜੇ ਨਿਯਮ ਨੇ ਨਾ ਉਹ ਕਿਸੇ ਦੇ ਨਾਲ ਵਿਤਕਰਾ ਨਹੀਂ ਹੋ ਰਿਹਾ। ਸਤਿਗੁਰੂ ਜੀ ਦੇ ਸਿਸਟਮ ਜੋ ਸਿਸਟਮ ਚੱਲ ਰਿਹਾ ਉਹਦੇ ਨਾਲ ਕਿਸੇ ਨਾਲ ਵਿਤਕਰਾ ਨਹੀਂ ਹੋ ਰਿਹਾ ਕਿ ਕੋਈ ਗਰੀਬ ਅਮੀਰ ਦੀ ਸਤਿਗੁਰੂ ਜੀ ਸਾਨੂੰ ਕਹਿ ਰਹੇ ਨੇ, ਕਹਿੰਦੇ ਭਾਈ ਤੂੰ ਪਸੰਦ ਹੀ ਨਹੀਂ ਕਰ ਰਿਹਾ ਉਹ ਵਾਲੀ ਅਵਸਥਾ ਜੋ ਕਹਿੰਦੇ ਤੂੰ ਪਸੰਦ ਕਰੇਗਾ। ਇੱਥੇ ਸ਼ਬਦ ਦੇ ਵਿੱਚ ਨਾ ਸਾਡੀ ਇਹ ਪਸੰਦ ਦੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਇਹਦੇ ਚ ਕੀ ਕਹਿੰਦੇ ਨੇ, ਕਹਿੰਦੇ ਨੇ ਜੋ ਤੁਧ ਕਰਨਾ ਸੋ ਕਰ ਪਾਇਆ, ਇਹਦੇ ਤੇ ਹੀ ਸਾਰਾ ਸ਼ਬਦ ਖੁੱਲ ਰਿਹਾ। ਬਾਰ-ਬਾਰ ਉਹੀ ਲਫ਼ਜ਼ ਆ ਰਿਹਾ, ਸਾਨੂੰ ਸਮਝਾ ਰਹੇ ਨੇ, ਕਹਿੰਦੇ ਤੈਨੂੰ ਜੋ ਪ੍ਰਾਪਤ ਹੋ ਰਿਹਾ ਨਾ, ਕਹਿੰਦੇ ਤੇਰੀ ਪਸੰਦ ਦਾ ਨਤੀਜਾ ਹੈ, ਤੂੰ ਜੋ ਪਸੰਦ ਕੀਤਾ ਨਾ ਉਹੀ ਤੈਨੂੰ ਪ੍ਰਾਪਤ ਹੋ ਰਿਹਾ। ਸਤਿਗੁਰੂ ਜੀ ਬਾਰ-ਬਾਰ ਐਗਜ਼ਾਮਪਲ ਦੇ ਕੇ ਸਾਨੂੰ ਸਮਝਾ ਰਹੇ ਨੇ, ਦ੍ਰਿੜ ਕਰਵਾ ਰਹੇ ਨੇ ਕਿ ਤੂੰ ਆਪਣੀ ਪਸੰਦ ਚੇਂਜ ਕਰ ਸਕਦਾ ਹੈ ਔਰ ਕਰਨੀ ਹੀ ਚਾਹੀਦੀ ਹੈ ਤੈਨੂੰ, ਕਿਉਂਕਿ ਸਾਨੂੰ ਇਹ ਰਿਅਲਾਈਜ਼ ਕਰਵਾਉਂਦੇ ਨੇ, ਕਹਿੰਦੇ ਤੂੰ ਆਪਣੀ ਪਸੰਦ ਕਰਕੇ ਹੀ ਨਾ ਜੋ ਕੁਝ ਤੂੰ ਮੰਗਿਆ ਸੀ ਨਾ ਉਹ ਵਿਣ ਤੁਧ ਸੀ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਕਹਿੰਦੇ ਨੇ ਤੂੰ ਜੋ ਮੰਗ ਰਿਹਾ ਸੀ ਨਾ ਉਸੇ ਕਰਕੇ ਤੈਨੂੰ ਦੁੱਖ ਨੇ, ਤੈਨੂੰ ਦੁੱਖਾਂ ਕਰਕੇ ਤੂੰ ਨਹੀਂ ਹੈ, ਕਹਿੰਦੇ ਤੇਰੀ ਮੰਗਾਂ ਕਰਕੇ ਤੇਰੇ ਦੁੱਖ ਨੇ। ਵਿਣ ਤੁਧ ਹੋਰ ਜੇ ਮੰਗਦੇ, ਜਦੋਂ ਅਸੀਂ ਰੱਬੀ ਸੱਚ ਦੇ ਗਿਆਨ ਤੋਂ ਇਲਾਵਾ ਹੋਰ ਕੁਝ ਮੰਗਦੇ ਆ ਨਾ ਉਹਦਾ ਰਿਜ਼ਲਟ ਹੀ ਦੁੱਖ ਬਣਦਾ ਹੈ। ਸਾਨੂੰ ਦੁੱਖ ਇਸ ਲਈ ਪ੍ਰਾਪਤ ਹੁੰਦੇ ਨੇ ਕਿਉਂਕਿ ਸਾਡੀ ਨਾ ਪਸੰਦ ਉਹ ਚੀਜ਼ਾਂ ਨੇ ਜਿਹਦਾ ਰਿਜ਼ਲਟ ਦੁੱਖ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਨਾ ਆਪੇ ਬੀਜ ਆਪੇ ਹੀ ਖਾਓ, ਲੇਕਿਨ ਅਸੀਂ ਬੀਜ ਰਹੇ ਹਾਂ ਬਿੱਖ ਤੇ ਬਿੱਖ ਹੀ ਮਿਲ ਰਹੇ। ਸਤਿਗੁਰੂ ਕਹਿੰਦੇ ਨੇ ਆਪਣਾ ਨਾ ਪਸੰਦ ਚੇਂਜ ਕਰ ਲੈ, ਤੂੰ ਗੁਰੂ ਨੂੰ ਪਸੰਦ ਕਰ, ਭਾਵ ਸੱਚ ਦੇ ਗਿਆਨ ਨੂੰ ਜੋ ਰੱਬੀ ਨਿਯਮ ਵਰਤ ਰਹੇ ਨੇ ਨਾ, ਤੇਰਾ ਇਹ ਧਿਆਨ ਇੱਧਰ ਜਾਣਾ ਚਾਹੀਦਾ ਵੀ ਰੱਬ ਜੀ ਮੈਂ ਨਾ ਇਹੀ ਸਮਝਣਾ ਚਾਹੁੰਦਾ, ਮੈਂ ਤੁਹਾਨੂੰ ਸਮਝਣਾ ਚਾਹੁੰਦਾ, ਤੁਹਾਨੂੰ ਮਿਲਣਾ ਹੀ ਚਾਹੁੰਦਾ ਹਾਂ, ਤੁਸੀਂ ਹੋ ਸੱਚ ਤੇ ਮੈਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਹਰਵਿੰਦਰ ਵੀਰ ਜੀ ਨੇ ਤੁਕ ਬੋਲੀ ਸੀ ਨਾ ਬੜੀ ਪਿਆਰੀ ਸੀ, ਅਸੀਂ ਰੋਜ਼ ਪੜ੍ਹਦੇ ਹਾਂ ਲੇਕਿਨ ਸਾਡਾ ਧਿਆਨ ਨਹੀਂ ਜਾਂਦਾ, ਜਿਸ ਨੂੰ ਆਖਦੇ ਨੇ ਨਾ ਗੋਬਿੰਦ ਮਿਲਣ ਕੀ ਹੈ ਤੇਰੀ ਬਰੀ। ਇੱਥੇ ਸਾਨੂੰ ਇਹ ਨਹੀਂ ਸਮਝਾ ਰਹੇ ਕਿ ਗੋਬਿੰਦ ਨੂੰ ਤੁਸੀਂ ਸਿਰਫ ਪੂਜੀ ਜਾਣਾ ਹੈ, ਗੋਬਿੰਦ ਨੂੰ ਸਿਰਫ ਸੇਵਾ ਕਰੀ ਜਾਣੀ, ਕਹਿੰਦੇ ਨਹੀਂ ਗੋਬਿੰਦ ਨੂੰ ਮਿਲਣਾ ਹੈ, ਗੋਬਿੰਦ ਬਣਨ ਵਾਸਤੇ ਸਾਡਾ ਇਹ ਕੰਮ ਹੋਣਾ ਚਾਹੀਦਾ, ਸਾਡੀ ਇੱਛਾ ਇਹ ਹੋਣੀ ਚਾਹੀਦੀ ਹੈ ਸਤਿਗੁਰੂ ਜੀ ਮੈਨੂੰ ਨਾਮ ਦਾਨ ਦਿਓ, ਕਿਉਂਕਿ ਨਾਮ ਨੂੰ ਹੀ ਅਸੀਂ ਰੱਬ ਤੇ ਨਾਮ ਨੂੰ ਹੀ ਗੁਰੂ ਸਮਝਦੇ ਹਾਂ। ਇੱਥੇ ਜਿਹੜਾ ਲਫ਼ਜ਼ ਆ ਰਿਹਾ ਹੈ ਗੁਰਮੁਖ ਨਾਮ ਪਦਾਰਥ ਪਾਏ, ਇਸੇ ਨੂੰ ਗੁਰਬਾਣੀ ਆਖਦੀ ਹੈ ਗੁਰ ਗਿਆਨ ਪਦਾਰਥ ਨਾਮ ਹੈ। ਇੱਥੇ ਹੀ ਕਹਿ ਰਹੇ ਨੇ ਗੁਰਮੁਖ ਨਾਮ ਪਦਾਰਥ ਪਾਏ, ਗੁਰੂ ਦੇ ਮੁਖ ਤੋਂ ਜੋ ਗਿਆਨ ਸੱਚ ਦਾ ਗਿਆਨ ਨਿਕਲਦਾ ਉਸੇ ਨੂੰ ਹੀ ਨਾਮ ਪਦਾਰਥ ਆਖਦੇ ਨੇ। ਗੁਰਬਾਣੀ ਇਸੇ ਨੂੰ ਕਹਿੰਦੀ ਨੇ ਗੁਰ ਗਿਆਨ ਪਦਾਰਥ ਨਾਮ ਹੈ, ਗੁਰੂ ਦੇ ਗਿਆਨ ਨੂੰ ਗੁਰੂ ਦੇ ਮੁਖ ਤੋਂ ਜੋ ਬਾਣੀ ਸ਼ਬਦ ਉਸੇ ਨੂੰ ਹੀ ਨਾਮ ਬੋਲਦੇ ਨੇ, ਉਹ ਨਾਮ ਨੂੰ ਹੀ ਗੁਰਬਾਣੀ ਬਾਣੀ ਨੂੰ ਰੱਬ ਆਖਦੀ ਹੈ, ਨਾਮ ਨੂੰ ਪ੍ਰਭ ਆਖਦੀ ਹੈ। ਲੇਕਿਨ ਕਹਿੰਦੇ ਇਹ ਗੁਰਮੁਖ ਤੋਂ ਗੁਰੂ ਦੇ ਮੁਖ ਤੋਂ ਨਿਕਲਿਆ ਸੱਚ ਦਾ ਗਿਆਨ ਰੂਪੀ ਨਾਮ, ਇਹ ਪਦਾਰਥ ਪਾਉਂਦਾ ਕੌਣ ਹੈ, ਕਹਿੰਦੇ ਜਾਤਿ ਸੁਭਾਵ ਹੈ, ਜਿਸ ਨੂੰ ਇਹ ਪਦਾਰਥ ਪਸੰਦ ਆਉਂਦਾ ਹੈ। ਅਸੀਂ ਇਸ ਨੂੰ ਪਸੰਦ ਕਰਨਾ ਸ਼ੁਰੂ ਕਰੀਏ, ਅਸੀਂ ਇਸ ਨੂੰ ਲੈਣਾ ਚਾਹੀਏ, ਅਸੀਂ ਇਹ ਨਾ ਕਹੀਏ ਸਤਿਗੁਰੂ ਜੀ ਸਾਨੂੰ ਸਿਰਫ ਆਪਣੇ ਚਰਨਾਂ ਨਾਲ ਜੁੜੀ, ਅਸੀਂ ਕਹਿਣਾ ਸਤਿਗੁਰੂ ਜੀ ਅਸੀਂ ਤੁਹਾਡੇ ਮੱਤ ਦੇ ਵਿੱਚ ਸਮਾਣਾ ਚਾਹੁੰਦੇ ਹਾਂ, ਤੁਹਾਨੂੰ ਪਤਾ ਹੈ ਤੁਹਾਡੀ ਮੱਤ ਵਿੱਚ ਸਮਾਣਾ ਹੀ ਤੁਹਾਡੇ 'ਚ ਸਮਾਣਾ ਹੈ, ਤੁਹਾਡੇ ਨਾਮ ਨੂੰ ਪ੍ਰਾਪਤ ਕਰਕੇ ਨਾਮ ਵਿੱਚ ਜੀਵਨ ਜਿਉਣਾ ਹੀ ਤੁਹਾਡੇ ਵਿੱਚ ਜੀਵਨ ਜਿਉਣਾ ਹੈ। ਅਸੀਂ ਗੁਰੂ ਦੇ ਨਾਲ ਤੁਹਾਡੇ ਨਾਲ ਮਿਲਣਾ ਚਾਹੁੰਦੇ ਹਾਂ, ਇਹ ਪਸੰਦ ਹੋਏਗੀ, ਕਹਿੰਦੇ ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰੂ ਮਿਲ ਜਾਏਗਾ। ਅਸੀਂ ਗੁਰੂ ਨੂੰ ਮਿਲਣਾ ਪਸੰਦ ਕਰੀਏ, ਅਸੀਂ ਇਹ ਨਾ ਕਹੀਏ ਵੀ ਸਾਡੇ ਗੁਰੂ ਜੀ ਆਏ ਸਨ ਉਹ ਚੱਲ ਗਏ, ਉਹ ਗੁਰੂ ਜੀ ਨੇ ਅਸੀਂ ਹਮੇਸ਼ਾ ਉਹਨਾਂ ਦੇ ਗੁਰਸਿੱਖ ਬਣ ਕੇ ਰਹਿਣਾ, ਅਸੀਂ ਉਹਨਾਂ ਦੇ ਸਿੱਖ ਬਣ ਕੇ ਰਹਿਣਾ, ਇਹ ਫਿਲਾਸਫੀ ਨਹੀਂ। ਅਸੀਂ ਇਹ ਸਾਡੀ ਅਵਸਥਾ, ਅਸੀਂ ਸਾਡੀ ਚੁਆਇਸ ਇਹ ਹੋਣੀ ਚਾਹੀਦੀ ਹੈ, ਅਸੀਂ ਆਪਣੀ ਚੁਆਇਸ ਪਹਿਲਾਂ ਦ੍ਰਿੜ ਹੋਈਏ ਕਿ ਅਸੀਂ ਗੁਰੂ ਨੂੰ ਨਾਮ ਨੂੰ ਹੁਕਮਾਂ ਨੂੰ ਮੰਨਣਾ ਨਹੀਂ, ਹੁਕਮ ਮੰਨ ਕੇ ਉਹਦੇ 'ਚ ਸਮਾਣਾ ਹੈ। ਫਿਰ ਕੀ ਹੁੰਦਾ, ਸਤਿਗੁਰੂ ਜੀ ਅੱਗੇ ਕਹਿੰਦੇ ਨੇ, ਕਹਿੰਦੇ ਤੁਧ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਈ,
ਦੇਖੋ ਗੁਰਬਾਣੀ ਦੇ ਵਿੱਚ ਨਾ ਸ੍ਰਿਸ਼ਟ ਇਹ ਜਗ ਕਹਿੰਦੇ ਕਿਸ ਨੂੰ ਹੈ, ਗੁਰਬਾਣੀ 'ਚ ਬੜੇ ਸੋਹਣੇ ਸੋਹਣੇ ਸਤਿਗੁਰੂ ਜੀ ਨੇ ਪ੍ਰਮਾਣ ਦਿੱਤੇ ਹੋਏ। ਕਹਿੰਦੇ ਨੇ ਇਹ ਮ੍ਰਿਤਕ ਮੜਾ ਸਰੀਰ ਹੈ ਸਭ ਜਗ, ਇਹ ਮ੍ਰਿਤਕ ਮੜਾ ਸਰੀਰ ਹੈ ਸਭ ਜਗ। ਇਸ ਸਰੀਰ ਨੂੰ ਜਗ ਬੋਲ ਰਹੀ ਹੈ ਗੁਰਬਾਣੀ। ਗੁਰਬਾਣੀ ਦੀ ਡੈਫੀਨੇਸ਼ਨਸ ਆਪਣੀਆਂ ਨੇ। ਗੁਰਬਾਣੀ ਕਹਿੰਦੀ ਕਾਇਆ ਕੀ ਕਹਿੰਦੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ। ਸ੍ਰਿਸ਼ਟ ਉਪਾਏ ਕਾਇਆ ਰੂਪੀ ਸ੍ਰਿਸ਼ਟੀ ਨੂੰ ਪਾ ਕੇ ਇਹਦੇ ਵਿੱਚ ਜਿਸ ਨੂੰ ਆਪਾਂ ਕਹਿੰਦੇ ਸੋ ਪਕੜਿਓ ਗੜ ਕੋ ਰਾਜਾ, ਉਹ ਇਹਦੇ ਅੰਦਰ ਨੇ। ਕਾਇਆ ਉਪਾਏ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ। ਇਸ ਕਾਇਆ ਦੀ ਸ੍ਰਿਸ਼ਟੀ ਪਾ ਕੇ ਇਹਦੇ ਅੰਦਰ ਰਾਜੇ ਨੇ ਬੜੇ, ਇਹਦੇ ਅੰਦਰ ਮਨ ਰੂਪੀ ਰਾਜਾ ਹੋਵੇ ਬੈਠਾ। ਇਹ ਕਾਇਆ ਸ੍ਰਿਸ਼ਟੀ ਕਾਇਆ ਨੂੰ ਗੜ ਬੋਲਦੇ ਨੇ ਗੁਰਬਾਣੀ, ਇਸ ਨੂੰ ਸ੍ਰਿਸ਼ਟ ਉਪਾਇਆ ਕਹਿੰਦੇ ਨੇ। ਗੁਰਬਾਣੀ ਦੇ ਵਿੱਚ ਗੁਰਬਾਣੀ ਦੀ ਜਿਹੜੀ ਸ੍ਰਿਸ਼ਟੀ ਦੀ ਡੈਫੀਨੇਸ਼ਨ ਹੈ, ਇਸ ਤਨ ਨੂੰ ਇਸ ਕਾਇਆ ਨੂੰ ਸ੍ਰਿਸ਼ਟੀ ਕਹਿੰਦੇ ਨੇ। ਕਹਿੰਦੇ ਲੇਕਿਨ ਤੇਰੀ ਸ੍ਰਿਸ਼ਟੀ ਨੂੰ ਪੈਦਾ ਪਤਾ ਕੌਣ ਕਰ ਰਿਹਾ, ਤੇਰੀ ਸ੍ਰਿਸ਼ਟੀ ਨੂੰ ਉਪਾਈ ਕੌਣ ਪਲ ਪਲ ਤੇਰੀ ਸ੍ਰਿਸ਼ਟੀ ਉਜਾੜਦਾ ਹੈ ਤੇ ਨਵੀਂ ਸ੍ਰਿਸ਼ਟੀ ਸਾਜ ਰਿਹਾ, ਕੌਣ ਕਰ ਰਿਹਾ? ਕਹਿੰਦਾ ਤੇਰੀ ਮਨ ਕੀ ਮਤ। ਗੁਰੂ ਦਾ ਭਾਣਾ ਨਹੀਂ ਤੇਰੀ ਸ੍ਰਿਸ਼ਟੀ ਨੂੰ ਪਲ ਪਲ ਉਜਾੜ ਰਿਹਾ ਜਾਂ ਪਲ ਪਲ ਤੇਰੀ ਸ੍ਰਿਸ਼ਟੀ ਸਾਜ ਰਿਹਾ। ਤੇਰਾ ਮਤ, ਤੇਰੀ ਮਨ ਦਾ ਮਤ, ਤੇਰਾ ਮਨ ਤੂੰ ਆਪਣਾ ਭਾਣੇ ਵਿੱਚ ਸਭ ਸ੍ਰਿਸ਼ਟ ਖਰਾਬ ਕਰ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਤੂੰ ਸਤਿਗੁਰੂ ਕੇ ਭਾਣੇ ਚੱਲ, ਉਹਦੇ ਨਾਲ ਤੇਰੀ ਤੂੰ ਆਪਣੀ ਨਵੀਂ ਸ੍ਰਿਸ਼ਟੀ, ਜਿਸ ਨੂੰ ਕਹਿੰਦੇ ਨਾ ਆਪੀ ਨਾ ਰਚਿਓ ਨਾਉ, ਤੂੰ ਪਹਿਲਾਂ ਨਾਮ ਦੇ ਵਿੱਚ ਆਪਣੇ ਆਪ ਨੂੰ ਸਾਜ, ਭਾਵ ਆਪਣੇ ਨਾਮ ਦੇ ਵਿੱਚ ਆਪਣੇ ਆਪ ਨੂੰ ਸਮਾ ਜਾ, ਨਾਮ ਵਿੱਚ ਸਮਾ ਜਾ, ਨਾਮ ਤੇ ਤੇਰੇ ਵਿੱਚ ਕੋਈ ਭੇਦ ਹੀ ਨਾ ਰਵੇ। ਫਿਰ ਕੀ ਹੋਏਗਾ? ਕਹਿੰਦੇ ਤੂੰ ਉਸ ਨਾਮ ਦੇ ਨਾਲ ਆਪਣੀ ਸ੍ਰਿਸ਼ਟੀ ਸਾਜ, ਦੂਈ ਕੁਦਰਤ ਸਾਜੀਏ। ਇਸੇ ਨੂੰ ਹੀ ਕਹਿੰਦੇ ਨੇ ਕਿ ਪਹਿਲਾਂ ਮਨ ਆਪ ਨਾਮ ਵਿੱਚ ਲੀਨ ਹੋ ਜਾਂਦਾ ਹੈ ਤੇ ਆਪਣੀ ਬੋਡੀ ਦਾ ਪੂਰਾ ਕੰਟਰੋਲ ਸੱਚ ਦੇ ਖਿਆਲਾਂ ਨੂੰ ਦੇਦਾ, ਜਿਸ ਨੂੰ ਕਹਿੰਦੇ ਨਾ ਨਾਮ ਪਦਾਰਥ। ਉਹ ਸੱਚ ਦੇ ਗਿਆਨ ਨੂੰ ਆਪਣੀ ਸ੍ਰਿਸ਼ਟੀ ਦਾ ਕੰਟਰੋਲ ਦੇ ਦਿੰਦਾ, ਫਿਰ ਸੱਚ ਹੀ ਇਸ ਸ੍ਰਿਸ਼ਟੀ ਨੂੰ ਸਾਜਦਾ ਹੈ। ਉਸ ਨੂੰ ਕਹਿੰਦੇ ਤੁਧ ਆਪਣੇ ਭਾਣੇ ਸਭ ਸ੍ਰਿਸ਼ਟ ਪਾਈ। ਇਹ ਆਪਣੇ ਭਾਣੇ ਭਾਵ ਹੁਣ ਰੱਬੀ ਭਾਣੇ ਨੂੰ ਆਪਣੇ ਭਾਣੇ ਆਖਿਆ ਜਾ ਰਿਹਾ। ਜੋ ਉੱਪਰ ਨਾਮ ਪਦਾਰਥ ਪਾਇਆ ਉਸ ਨਾਮ ਨੂੰ ਆਪਣੇ ਭਾਣੇ ਆਖਿਆ ਜਾ ਰਿਹਾ। ਹੁਣ ਉਹ ਨਾਮ ਦੇ ਨਾਲ ਦੂਈ ਕੁਦਰਤ ਸਾਜੀਆਂ ਦੀ ਗੱਲ ਚੱਲ ਰਹੀ ਹੈ। ਲੇਕਿਨ ਇੱਥੇ ਹੁਣ ਕੀ ਹੋਏਗਾ? ਜਿਸ ਨੂੰ ਵੀ ਇਹ ਭਾਣਾ ਪਸੰਦ ਆਏਗਾ, ਇਹ ਜਿਹੜਾ ਹੁਣ ਅੰਦਰ ਸ੍ਰਿਸ਼ਟੀ ਦਾ ਕੰਟਰੋਲ, ਜੋ ਸੱਚ ਦਾ ਗਿਆਨ ਕਰ ਰਿਹਾ, ਸੱਚ ਹੀ ਕਰ ਰਿਹਾ, ਉਹ ਸੱਚ ਜਿਸ ਨੂੰ ਪਸੰਦ ਆਏਗਾ ਨਾ, ਉਸੇ ਨੂੰ ਇਹ ਸੱਚ ਦਾ ਗਿਆਨ, ਇਹ ਭਾਣਾ ਮਿਲਦਾ ਜਾਏਗਾ। ਲਾਅ ਫਿਰ ਵੀ ਉਹੀ ਕੰਮ ਕਰੇਗਾ। ਮਨ ਵਾਸਤੇ ਵੀ ਇਹੀ ਲਾਅ ਸੀ ਕਿ ਮਨ ਸੱਤ ਪਾਏ, ਮਨ ਤੂੰ ਸੱਤ ਨੂੰ ਪਸੰਦ ਕਰ, ਇਹੀ ਭਗਤ ਗੋਬਿੰਦਾ ਹੁੰਦੀ ਹੈ। ਮਨ ਸੱਤ ਪਾਏ ਭਗਤ ਗੋਬਿੰਦਾ, ਇਹੀ ਭਗਤੀ ਹੈ, ਇਹੀ ਗੋਬਿੰਦ ਹੈ ਕਿ ਸੱਤ ਨੂੰ ਪਸੰਦ ਕਰਨਾ ਹੀ ਸੱਤ ਨੂੰ ਪ੍ਰਾਪਤ ਕਰਨਾ ਹੈ। ਆਪੇ ਸੱਚ ਭਾਵੈ ਤਿਸ, ਉਹ ਵੀ ਸੱਚ ਹੋ ਜਾਂਦਾ ਹੈ। ਜਿਹੜਾ ਸੱਚ ਨੂੰ ਪਸੰਦ ਕਰਦਾ ਉਹ ਸੱਚ ਸਰੂਪ ਹੀ ਹੋ ਜਾਂਦਾ ਹੈ। ਫਿਰ ਉਹ ਸੱਚ ਸਰੂਪ ਨਾਲ ਹੀ ਅੰਦਰਲੀ ਸ੍ਰਿਸ਼ਟੀ ਦੀ ਸਾਜਨਾ ਹੁੰਦੀ, ਭਾਵ ਅੰਦਰਲੀ ਸਾਰੀ ਸ੍ਰਿਸ਼ਟੀ ਨੂੰ ਹੁਣ ਸੱਚ ਚਲਾਉਂਦਾ ਹੈ। ਸੱਚ ਨੇ ਰਚ ਦਿੱਤੀ, ਸੱਚ ਹੀ ਚਲਾ ਰਿਹਾ ਹੈ। ਔਰ ਅੰਦਰ ਸੱਚ ਕਿਸ ਨੂੰ ਮਿਲ ਰਿਹਾ? ਜਿਸ ਨੂੰ ਵੀ ਸੱਚ ਪਸੰਦ ਆਏਗਾ। ਇਹ ਸਤਿਗੁਰੂ ਜੀ ਦੀ ਸ੍ਰਿਸ਼ਟੀ ਦੀ ਨਾ ਡੈਫੀਨੇਸ਼ਨ ਆਪਣੀ ਹੈ। ਸਤਿਗੁਰੂ ਜੀ ਇਸ ਕਾਇਆ ਨੂੰ ਕਹਿੰਦੇ ਨੇ ਕਾਇਆ ਕੋਟ ਹੈ ਆਕਾਰਾ, ਔਰ ਇਹ ਆਕਾਰ ਕਿਹਦੇ ਨਾਲ ਸਾਜਦਾ? ਕਹਿੰਦੇ ਨੇ ਹੁਕਮੀ ਹੋਵਣ ਆਕਾਰ। ਇਹ ਆਕਾਰ ਕਾਇਆ ਕੋਟ ਰੂਪੀ ਆਕਾਰ ਹੁਕਮ ਦੇ ਨਾਲ ਕੀ ਕਹਿੰਦੇ ਇਹਦੀ ਸਾਜਨਾ ਹੁੰਦੀ ਹੈ। ਇਸੇ ਨੂੰ ਹੀ ਕਹਿੰਦੇ ਨੇ ਇਹ ਮ੍ਰਿਤਕ ਮੜਾ ਸਰੀਰ ਹੈ ਸਭ ਜਗ। ਇਹ ਮ੍ਰਿਤਕ ਇਸ ਸਰੀਰ ਨੂੰ ਜਗ ਬੋਲਦੇ ਨੇ। ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ। ਗੁਰਬਾਣੀ ਦੀ ਡੈਫੀਨੇਸ਼ਨ ਸ੍ਰਿਸ਼ਟੀ ਦੀ, ਇਹ ਅੰਦਰ ਇਸ ਕਾਇਆ ਨੂੰ, ਕਾਇਆ ਦੇ ਅੰਦਰ ਵਸਦੇ ਸਾਰੇ ਸਿਸਟਮ ਨੂੰ ਸ੍ਰਿਸ਼ਟੀ ਆਖਦੇ ਨੇ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਨੇ ਬੜੀ ਡਿਟੇਲ ਦੇ ਕੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਣਾ ਕੀਤਾ। ਭਾਵੇ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੇ। ਅਸੀਂ ਜੋ ਮੰਗੀ ਜਾਂਦੇ ਹਾਂ ਪਰਮਾਤਮਾ ਦੇ ਹੀ ਜਾਂਦਾ ਹੈ। ਅਸੀਂ ਆਪਣੀ ਮੰਗ ਸੁਧਾਰ ਲਈਏ। ਜੈਸੀ ਭੂਖ ਤੈਸੀ ਕਾ ਪੂਰਤ, ਸਗਲ ਗੱਡਾ ਦਾ ਸੁਆਮੀ। ਸਾਨੂੰ ਭੁੱਖਾਂ ਦੇਵੋ ਜੀਆਂ, ਉਹ ਪ੍ਰਮਾਤਮਾ ਉਹੀਓ ਸਾਡੀ ਭੁੱਖਾਂ ਪੂਰੀ ਕਰੀ ਜਾਂਦਾ ਹੈ। ਸਾਡੀ ਭੁੱਖ ਬਦਲਦਾ ਹੈ। ਸਾਡੀ ਭੁੱਖ ਬਦਲੇਗੀ ਕਿਸ ਤਰ੍ਹਾਂ? ਜਦੋਂ ਤੱਕ ਸਾਡੀ ਸੁਰਤ ਗੰਦਗੀ ਵਿੱਚ, ਭੁੱਖ ਗੰਦਗੀ ਦੀ ਲੱਗੇਗੀ। ਜਦੋਂ ਸੁਰਤ ਸੱਚ ਵਿੱਚ ਟਿਕ ਜਾਏਗੀ ਤੇ ਸੱਚ ਦੀ ਭੁੱਖ ਲੱਗਣ ਲੱਗ ਪਏਗੀ। ਤੇ ਸੁਰਤ ਨੂੰ ਸੱਚ ਵਿੱਚ ਟਿਕਾਈਏ, ਸੁਰਤ ਨੂੰ ਸ਼ਬਦ ਵਿੱਚ ਟਿਕਾਈਏ, ਗੁਰੂ ਦੀ ਬਾਣੀ ਨਾਲ ਟਿਕਾਈਏ, ਸੱਚ ਦੀ ਭੁੱਖ ਆਪਣੇ ਆਪ ਲੱਗਣ ਲੱਗ ਪਏਗੀ। ਧੰਨਵਾਦ ਆਪ ਜੀ ਦਾ। ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ 2 ਪਦਿਆਂ ਦਾ ਪਾਠ ਹੋਇਆ। ਆਓ
हर रल मिलके पाठ कर लिए, फिर पाठ सेशन की समाप्ति है, उपरंत सवाल जवाब होने। तेरा पाना मने सो मिले तुद आए, जिस पाना पावे सो तुझे समाए। पाने विच वड्डी वडियाई, पाना किसे कराएंदा, जा तिस पावे ता गुरु मिलाए, गुरमुख नाम पदार्थ पाए। तुद अपने पाने सब श्रेष्ठ उपाई, जिसनु पाना दे तिस पाएंदा। तुद अपने पाने सब श्रेष्ठ उपाई, जिसनु पाना दे तिस पाएंदा। यहाँ बेअंत भुल्लां दी किमा। वाहिगुरू जी का खालसा, वाहिगुरू जी की फतेह। इस तो पहला सवाल जवाब का सैशन आरंभ होए। एक बेनती, सिंहनाथ टीवी ते अज भूआ जी ने आना है, हाजिरी भरनी है। विकास का विषय है, विकास किस तरह प्राप्त हो सकती है, विषय भी बहुत खूबसूरत विषय है। ते भूआ जी ने उत्ते लगभग 2 घंटे ते साडे नाल सांझ पानी है। ते सारियां दे चरणां विच बेनती है, अज रात इंडिया टाइम के मुताबिक राती 8:30 बजे तो लैके 10:30 बजे तक सिंहनाथ टीवी ते जरूर हाजिरी भरिया जे। फेसबुक ते लाइव होएगा, फेसबुक तो तुसी ज्वाइन, आप जी सारे ज्वाइन कर सकते हो। अपने सवाल भी, क्योंकि जो टेलीफोन की लाइना खुलन गया ना, ते व्हाट्सएप के थ्रू फ्री कॉलिंग है, व्हाट्सएप के थ्रू, क्योंकि फ्रॉम यूके तो होता है, ते व्हाट्सएप की कॉल के थ्रू तुसी फ्री कॉलिंग करके अपने सवाल या अपनी कोई सांझ पानी चाहो तो वो भी सांझ पा सकते हो, विचार रखना चाहो तो विचार भी रख सकते हो। तो सारे जरूर हाजिरी भरिया जाए जी। प्रदीप जी जी हाँ जी, ਅੱਜ ਪਹਿਲਾ ਕੁਐਸਚਨ ਹਰਜੀਤ ਜੀ ਦਾ ਹੈਗਾ। ਮੈਂ ਉਹਨਾਂ ਦੀ ਆਡੀਓ ਉਹਨਾਂ ਨੂੰ ਔਨ ਕਰਕੇ ਪਲੀਜ਼ ਆਪਣਾ ਕੁਐਸਚਨ ਪੁੱਟ ਅਪ ਕਰਨਾ। ਹਰਜੀਤ ਜੀ। हाँ जी, वाहिगुरू जी का खालसा, वाहिगुरू जी की फतेह जी। जी की फतेह जी। हाँ जी। कल हरविंदर वीर जी ने किया सीगा कि असी रब जी कोलों हर गल पुछनी है, ते मेरा सवाल सी रब जी कोलों असी हर गल किस तरह पुछिए, की विधि है इहदी, हर गल असी किस तरह पूछ सकते हैं रब जी कोलों। हरविंदर वीर जी हरविंदर वीर जी। हाँ प्लीज। जी। जो एक बाणी की पंक्ति है, कहते तुद आपे आप रखिया सतगुर विच। रब ने अपने सिद्धांत जिहड़े ने ना वो गुरु दे राही सानू प्रगट कर दिते हन। अज भी असी को पानी जिहड़ी को पंक्ति कोट कीती सी, एक मिनट पंक्ति सुन लेना मैं, एक मिनट। अपना भाना आपे जाने, रब नूं की पाउंदा है ना, वो जानदा ते रब है। लेकिन अगे ओदे एक होर पंक्ति ओड़ ने, अपना भाना आपे जाने ने गुर किरपा ते लईए। ਜਦੋਂ ਅਸੀਂ ਗੁਰੂ ਦੇ ਨਾਲ ਸਾਂਝ ਬਣਾਉਂਦੇ ਆ ਨਾ, ਰੱਬ ਨੂੰ ਚੰਗਾ ਮਾੜਾ ਕੀ ਲੱਗਦਾ ਹੈ, ਰੱਬ ਨੂੰ ਕੀ ਪਾਉਂਦਾ ਹੈ, ਇਹਦੀ ਸੋਚ ਵੀ ਸਾਨੂੰ ਗੁਰੂ ਕੋਲੋਂ ਪ੍ਰਾਪਤ ਹੋ ਸਕਦੀ। ਗੁਰੂ ਸਾਡੇ ਕੋਲ ਸਾਖਸ਼ਾਤ ਜਿਹੜਾ ਹੈ ਨਾ, ਅਸੀਂ ਕਹਿ ਲਈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਡੇ ਕੋਲ ਗੁਰੂ ਸਾਹਮਣੇ ਹੈ। ਅਸੀਂ ਜੀਵਨ ਵਿੱਚ ਕੋਈ ਕਾਰ ਕਰਨੀ ਹੈ, ਜੇ ਵਿਆਹਾਂ ਦੇ ਖਰਚਾ ਕਰਨਾ ਹੈ, ਗੁਰੂ ਨੂੰ ਪੁੱਛ ਲਵਾਂਗੇ, ਗੁਰੂ ਕਹਿ ਦੇਗਾ ਅਨਕ ਅਡੰਬਰ ਮਾਇਆ ਕੇ ਬਿਰਥੇ ਇਨਸਿਓ ਪ੍ਰੀਤ ਘਟਾਓ। ਹੁਣ ਇਹ ਰੱਬ ਨੂੰ ਪਾਉਂਦਾ ਹੈ। ਮੈਂ ਪਰਾਈ ਇਸਤਰੀ ਵਾਲੇ ਪਾਸੇ ਮੇਰਾ ਧਿਆਨ ਜਾਂਦਾ ਪਿਆ ਹੈ, मैं जो गुरु नूं पुछांगा ना, गुरु कह देगा निमक काम स्वाद कारने कोट जन्म दुख पाए, या गुरु कह देगा परतरिया रूप ना पेखे नेत्र। रब गुरु दे राही अपनी सारियां गल्लां जिहड़ा है ना वो साडे नाल, रब जब लग हुक्म ना बूझता तब ही लो दुख है, लेकिन हुक्मां दी सांझ जिहड़ी है ना वो गुरु दे राही साडे नाल पाउंदा है। आई डोंट नो कितनी क्लैरिटी है। मैं इसका थोड़ा जिहा एक्सप्लेन करना चाहांगी। मैनू जो समझ आया कि असी गुरु कोलों पुछन तो पहले अपने मन नू पुछिए, साडा मन की कह रहा है। अगर साडा मन विकारी है, कामी है, क्रोधी है, तो इन्हां चीज़ां नाल ही शिंगारिया होया है। अगर मन विच चंगे गुण आ गए ने, सहज, संतोख, मिठास, ते अकॉर्डिंगली वो काम करेगा ना। इस हिसाब नाल जिहड़ी
ਅਸੀਂ ਆਪਣਾ ਸੁਭਾਅ ਹੀ ਇਸ ਤਰ੍ਹਾਂ ਬਣਾਉਣਾ ਹੈ ਗॉडली क्वालिटीज वाला। नहीं मन कसवट्टी की फिर लगाएगा ना वो तो कई हाँ जी, बंदे ने ਜਿਹੜੇ गॉडली ਬੰਦੇ ਨੰਗੇ ਪੈਰੀ क्वालिटीज ਦਾ ਬੰਦੇ ਲਗਾਏਗਾ ਨਾ। ਨੰਗੇ ਪੈਰੀ ਟੁਰੀ ਜਾਂਦੇ ਨੇ ਉਹਨੂੰ ਧਰਮ ਸਮਝ ਕੇ ਕਰੀ ਜਾਂਦੇ ਪਏ ਨੇ। ਨਹੀਂ ਜੀ, ਉਹ ਕਹਿੰਦੇ ਤੇ ਮਨ ਫਿਰ ਕਾਮਨਾ ਸਾਰੇ ਭ੍ਰਮ ਤੀਰਥ ਨੇ ਨਾ, ਉਹ ਤੇ ਸਾਰੇ ਭ੍ਰਮ ਨੇ ਨਾ ਫਿਰ ਭਾਜੀ। ਫਿਰ ਉਹ ਮੈਂ ਵੀ ਕਹਿ ਰਿਹਾ ਉਹਦਾ ਨਿਬੇੜਾ ਕੌਣ ਕਰੇਗਾ? ਉਹਦਾ ਨਿਬੇੜਾ ਤੇ ਗੁਰੂ ਕਰੇਗਾ ਨਾ। ਅਸੀਂ ਕਹਿੰਦੇ ਹਾਂਜੀ। ਮਨ ਨੂੰ ਪੁੱਛ ਲਈਏ, ਮਨ ਤੇ ਜਿਹੜਾ ਹੈ ਨਾ, ਮਨ ਨੂੰ ਤੇ ਕਈ ਵਾਰ ਕਹਿੰਦੇ ਨੇ ਉਹ ਮਨ ਨੂੰ ਗਾਫਲ, ਮਨ ਨੂੰ ਖੋਤਾ। ਜਿਹੜਾ ਮਨ ਜਿਹੜਾ ਹੈ ਨਾ, ਮਨ ਨੂੰ ਜਦ ਤੱਕ ਉਹ ਕਹਿੰਦੇ ਗੁਰਬਿਨ ਕਿਵੇਂ ਸਮਝ ਆਈ ਹੈ? ਗੁਰੂ ਤੋਂ ਬਿਨਾ ਮਨ ਨੂੰ ਕੋਈ ਸਮਝਾ ਨਹੀਂ ਸਕਦਾ। ਮਨ ਜਿਹੜਾ ਹੈ ਹਾਂਜੀ, ਨਾ, ਪਰ ਗੁਰੂ ਤੇ ਕੋਈ ਫਿਜ਼ੀਕਲ ਨਹੀਂ ਹੈ ਨਾ ਜੀ। ਗੁਰੂ ਤੇ ਫਿਰ ਗੁਰੂ ਤੇ ਗਿਆਨ ਸੁਭਾਅ ਹੀ ਹੈ ਸਰੂਪ ਨਾ ਹੈ। ਸਾਡਾ। ਗੁਰੂ ਤੇ ਸਾਡਾ ਸੁਭਾਅ ਹੈ ਨਾ ਵੀਰ ਜੀ। ਨਹੀਂ ਗੁਰੂ ਇੱਕ ਸਾਡਾ ਤਰ੍ਹਾਂ ਸੁਭਾਅ ਤੇ ਮਾੜਾ ਨਾਲ- ਹੈ। ਅਸੀਂ ਇੱਕ ਤਰ੍ਹਾਂ ਗੁਰੂ ਤੇ ਸਾਡਾ ਨਾਲ ਗਿਆਨ ਅਸੀਂ ਸਰੂਪ ਹੈ ਨਾ। ਆਪਣਾ ਇੱਕ ਤਰ੍ਹਾਂ ਨਾਲ ਅਸੀਂ ਆਪਣਾ ਸੁਭਾਅ ਅਗਰ ਅੱਛਾ ਕਰ ਲਵਾਂਗੇ, ਅਸੀਂ ਸੌਫਟ ਸਪੋਕਨ ਹੋ ਜਾਵਾਂਗੇ, ਅਸੀਂ ਮਿਠਾਸ ਵਾਲੇ ਹੋ ਜਾਵਾਂਗੇ, ਤੇ ਆਟੋਮੈਟਿਕਲੀ ਅਸੀਂ ਇਹ ਰੱਬੀ ਗੁਣ ਅਪਣਾ ਲਏ। ਆਈ ਥਿੰਕ ਦਿਸ ਇਜ਼ ਦ ਵੇ। I won't be able to do wrong. Otherwise, I have to ask how to ask God each and every step. ਸਾਨੂੰ ਪਲ-ਪਲ ਵਾਇਸਸ ਘੇਰਦੇ ਨੇ, ਹਰ ਪਲ ਸਾਨੂੰ ਵਾਇਸਸ ਘੇਰ ਲੈਂਦੇ ਨੇ। ਤੇ ਸਾਨੂੰ ਹਰ ਪਲ ਉਹਦੇ ਗੁਰੂ ਦੀ ਵਾਸਤੇ ਅਗਵਾਈ ਅਸੀਂ- ਹੀ ਲੈਣੀ। ਹਾਂਜੀ, ਆਪ ਜੀ ਬੋਲੋ, ਆਪ ਜੀ ਬੋਲੋ। ਉਹ ਫਿਰ ਰੱਬੀ ਗੁਣ ਹੋਣਗੇ। ਆਈ ਥਿੰਕ ਰੱਬੀ ਗੁਣਾਂ ਨੂੰ ਅਸੀਂ ਆਪਣੇ ਸਹਿਜ ਸੁਭਾਅ ਚ ਪਾ ਲਾਂਗੇ, ਤਾਂ ਹੀ ਅਸੀਂ ਰੱਬ ਨੂੰ ਪੁੱਛ ਰਹੇ ਹਾਂ ਨਾ ਇਹਨੇ ਵੀ। ਤੁਸੀਂ ਕਲੀਅਰ ਕਰੋ ਪਲੀਜ਼, ਮੈਨੂੰ ਇੱਥੇ ਕਨਫਿਊਜ਼ਨ ਹੋ ਰਿਹਾ ਥੋੜਾ। ਜਿਹੜਾ ਮਨ ਜਿਹੜਾ ਹੈ ਨਾ, ਉਹ ਕਈ ਬੰਦੇ ਨੇ ਜੋ ਜਿਨ੍ਹਾਂ ਨੇ ਕੇਵਲ ਫੈਸਲਾ ਕਰ ਲਿੱਤਾ ਕਿ ਦਾਨ ਕਰਨਾ ਚੰਗਾ ਕੰਮ ਹੈ। ਉਹ ਹੁਣ ਗੁਰਦੁਆਰਾ ਸਾਹਿਬ 2-2 ਕਰੋੜ ਰੁਪਏ ਦੇ ਫੁੱਲਾਂ ਦਾ ਡੈਕੋਰੇਸ਼ਨ ਵਾਸਤੇ ਵੀ ਦਾਨ ਕਰੀ ਜਾਂਦੇ ਪਏ ਜੀ। ਹੁਣ ਇਹਦੀ ਅਗਵਾਈ ਇੱਕ ਮਿੰਟ ਪੰਜੀ ਆਪ ਜੀ ਨੇ ਬੋਲਿਆ, ਹੁਣ ਇੱਕ ਮਿੰਟ ਸੁਣ ਲਓ ਆਪ ਜੀ। ਜੀ ਹੁਣ ਇਹਦੀ ਅਗਵਾਈ ਜੇ ਅਸੀਂ ਗੁਰੂ ਕੋਲੋਂ ਪੁੱਛਾਂਗੇ ਨਾ, ਗੁਰੂ ਕਹੇਗਾ ਵੀ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਤਾਂ ਮੇਰੇ ਮਨ ਨੂੰ ਅਕਲ ਆਏਗੀ ਕਿ ਵੀ ਮੈਂ ਜੋ ਕਰਨਾ ਪਿਆ ਨਾ, ਇਹ ਵਿਅਰਥ ਦੇ ਕਰਮ ਕਰਨਾ ਪਿਆ। ਦੁੱਧ ਤਾਂ ਬਛੜੇ ਥਨੋਂ ਬਿਟਾਰਿਓ, ਕਈ ਅੱਜ ਤੱਕ ਦਰਬਾਰ ਸਾਹਿਬ ਧੋਤਾ ਜਾਂਦਾ ਪਿਆ ਦੁੱਧ ਦੇ ਨਾਲ। ਲੇਕਿਨ ਜਦੋਂ ਗੁਰੂ ਕਹੇਗਾ, ਸਾਨੂੰ ਘੜੀ ਘੜੀ ਗੁਰੂ ਕੋਲੋਂ ਪੁੱਛਣ ਦੀ ਲੋੜ ਪਏਗੀ। ਗੁਰੂ ਜਿਹੜਾ ਹੈ ਨਾ, ਸਾਨੂੰ ਕਸਵੱਟੀ, ਮੇਰੇ ਮਨ ਨੂੰ ਚੰਗਾ ਲੱਗਦਾ, ਕਈਆਂ ਨੂੰ ਭੁੱਖਾ ਰਹਿਣਾ ਚੰਗਾ ਲੱਗਦਾ, ਬੜਾ ਉਹਨਾਂ ਨੂੰ ਤ੍ਰਿਪਤੀ ਇਸ ਗੱਲ ਦੇ ਨਾਲ। ਮੈਂ ਜੀ ਉਹ ਅੱਛਾ, ਉਹਨਾਂ ਨੇ ਕਈਆਂ ਦੇ ਨੇਮ ਨੇ। ਅਸੀਂ ਹਰ ਪੂਰਨਮਾਸ਼ੀ ਤੇ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ 5 ਪੂਰਨਮਾਸ਼ੀ ਉਹਨਾਂ ਦੇ ਮਨ ਨੂੰ ਸੰਤੋਖ ਵੀ ਬੜਾ ਮਿਲਦਾ ਪਿਆ। ਕਸਵੱਟੀ ਤੇ ਸਾਨੂੰ ਗੁਰੂ ਗਿਆਨ ਦੀ ਲਗਾਉਣੀ ਪਏਗੀ ਨਾ। ਮਨ ਨੂੰ ਜਿਹੜਾ ਹੈ ਨਾ, ਮਨ ਦੀ ਕਸਵੱਟੀ ਜਿਹੜੀ ਹੈ ਨਾ, ਉਹ ਕਹਿੰਦੇ ਪਹਿਲਾ ਪੂਤ ਪਿਛੇ ਰੀ ਮਾਈ। ਮਨ ਨੇ ਤੇ ਗੁਰੂ ਦੀ ਮੱਤ ਕੋਲੋਂ ਆਪਣੀ ਮੱਤ ਬਣਾਣੀ ਸੀ। ਜੇ ਉਹ ਆਪਣੇ ਮਨ ਜਿਹੜਾ ਹੈ ਨਾ, ਉਹ ਜੇ ਮਨ ਹੀ ਆਪਣੇ ਆਪ ਸੁਜਾਨ ਬਣਿਆ ਫਿਰੇ, ਜਦੋਂ ਗੁਰੂ ਕੋਲੋਂ ਕੋਈ ਗੱਲ ਸਾਨੂੰ ਸਮਝ ਆਵੇ ਜੋ ਮੇਰੇ ਮਨ ਦੀ ਮੱਤ ਤੋਂ ਉਲਟ ਹੈ, ਵੀ ਸ਼ੁਡ ਇਮੀਡੀਏਟਲੀ ਚੇਂਜ। ਮੈਂ ਕੋਈ ਕਿਰਿਆ ਕਰਦਾ ਸੀ, ਮੈਂ ਕਿਸੇ ਸਮੇਂ ਦੇ ਉੱਤੇ ਸਿਮਰਨ ਕਿਸੇ ਅੱਖਰ ਨੂੰ ਰਟਣਾ ਸਮਝਿਆ ਕਰਦਾ ਸੀ, ਮੇਰੇ ਮਨ ਤੋਂ ਉਹ ਆਵਾਜ਼ ਆਂਦੀ ਸੀ। ਜਦੋਂ ਗੁਰੂ ਮੈਨੂੰ ਇਸ ਪ੍ਰਥਾਈ ਕੋਈ ਸੋਚ ਦਵੇ ਕਿ ਨਹੀਂ, ਤੂੰ ਗੁਰੂ ਦੇ ਗਿਆਨ ਨੂੰ ਪਲ ਪਲ ਜਪਿਆ ਕਰ, ਗੁਰੂ ਦੇ ਜੋ ਸਿੱਖਿਆ ਹੈ ਨਾ, ਉਹਨੂੰ ਪਲ ਪਲ ਉਹਦੀ ਅਗਵਾਈ ਲਿਆ ਕਰ। ਜ਼ਿੰਦਗੀ ਹੱਕ ਪਰਾਇਆ ਨਾਨਕਾ ਉਸ ਸੂਰਜ ਕੇ। ਤੂੰ ਕਿਸਦਾ ਮਨ ਜਿਹੜਾ ਹੈ ਨਾ, ਮਨ ਦੇ ਹਰ ਬੰਦੇ ਦਾ ਮਨ, ਮੈਂ ਕਹਾਂਗੀ ਜੇ ਮੈਂ ਇੱਥੇ ਕਹਿਣਾ ਪਿਆ ਤੇ ਮੇਰਾ ਮਨ ਲਾਲਚ ਨਹੀਂ ਕਰਦਾ, ਐਸੀ ਗੱਲ ਨਹੀਂ। ਮੇਰੇ ਕੋਲ ਕੋਈ ਕਸਟਮਰ ਆ ਜਾਵੇ, ਮੈਨੂੰ 2 ਪੈਸਾ ਵੱਧ ਮਿਲਦਾ ਹੋਵੇ ਤੇ, ਲੇਕਿਨ ਗੁਰੂ ਕੀ ਕਹਿ ਰਿਹਾ, ਹੱਕ ਪਰਾਇਆ ਨਾਨਕਾ ਉਸ ਸੂਰ। ਜੇ ਮੈਂ ਗੁਰੂ ਦੇ ਗਿਆਨ ਦਾ ਸਮਰਨ ਕਰ ਲਵਾਂ ਉਸ ਸਮੇਂ, ਔਰ ਉਹ ਸਭ ਤੋਂ ਵਧੀਆ ਸਟੇਜ ਕਿਹੜੀ ਹੈ ਕਿ ਇਹ ਗਿਆਨ ਮੇਰੇ ਜੀਵਨ ਦਾ ਸਹਿਜ ਬਣ ਜਾਏ। ਚੌਥੇ ਪਦ ਮੇਂ ਸਹਿਜ ਹੈ ਮਨ ਚੜਿਆ 10ਵੇਂ ਆਕਾਸ਼, ਤਿੱਥੇ ਊਂਘ ਨਾ ਪੁੱਕ ਹੈ। ਜਦੋਂ ਇਹ ਗਿਆਨ ਮੇਰੇ ਜੀਵਨ ਦਾ ਸਹਿਜ ਬਣ ਜਾਵੇ, ਤਾਂ ਗੁਰੂ ਕਹਿੰਦੇ ਪਰਤਰੇ ਰੂਪ ਨਾ ਪੇਖੇ ਨੇ, ਇਹਦਾ ਸਿਮਰਨ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਧਿਆਨ ਉਸ ਪਾਸੇ ਜਾਵੇ, ਤੈਨੂੰ ਤੂੰ ਸਮਰਨ ਕਰ ਲਵੇਂ ਕਿ ਮੈਂ ਉਸ ਪਾਸੇ ਨਹੀਂ ਜਾਣਾ, ਲੇਕਿਨ ਜੇ ਤੇਰੇ ਜੀਵਨ ਦਾ ਸਹਿਜ ਹੀ ਬਣ ਜਾਵੇ, ਸਭ ਤੋਂ ਵਧੀਆ ਗੱਲ। ਇਹ ਤੇ ਚੌਥਾ ਪਦ ਹੈ ਨਾ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ, ਇਹ ਚੌਥਾ ਪਦ। ਹਾਂਜੀ, ਮੈਂ ਵੀ ਇਹੀ ਕਹਿ ਰਹੀ ਹਾਂ। ਹਰ ਕਰਮ ਭਗਤੀ ਬਣ ਜਾਏ, ਤੇਰੇ ਜੀਵਨ ਦਾ ਹਰ ਕਰਮ ਭਗਤੀ ਬਣ ਜਾਏਗਾ। ਗੁਰਮੁਖ ਹੱਸੇ ਗੁਰਮੁਖ ਰੋਵੇ, ਜੇ ਗੁਰਮੁਖ ਕਰੇ। ਗੁਰੂ ਕੋਲੋਂ ਅਗਵਾਈ ਲੈਣੀ ਪਏਗੀ, ਮਨ ਦੀ ਅਗਵਾਈ ਤੇ ਭਰੋਸਾ ਨਾ ਕਰੇ।
ਮਨ ਜਿਹੜਾ ਹੈ ਨਾ ਮਨ ਤੇ ਤੁਹਾਨੂੰ ਕੁਝ ਵੀ ਕਹਿ ਸਕਦਾ, ਮਨ ਕਿਸੇ ਵੀ ਰਾਹ ਪਾਲਦਾ, ਮਨ ਦਾ ਪਰ ਭਾਜੀ ਅਸੀਂ ਮਨ ਨੂੰ ਹੀ ਤੇ ਚੇਂਜ ਕਰਨਾ ਹੈ ਨਾ। ਮਨ ਅਗਰ ਸਾਡਾ ਹੋ ਜਾਏਗਾ ਰੱਬੀ ਗੁਨਾਮਾਲਾ, ਅਕੋਰਡਿੰਗਲੀ ਅਸੀਂ ਹਰ ਵਕਤ ਬਾਣੀ ਦੀਆਂ ਤੁਕਾਂ ਤੇ ਨਹੀਂ ਅਸੀਂ ਪੜ ਸਕਦੇ ਨਾ ਭਾਜੀ। ਹਰ ਵਕਤ ਅਸੀਂ ਬੰਦਾ ਕਹਿੰਦਾ ਡਾਕਟਰ ਬਣਨਾ, ਮੈਂ ਪੜ੍ਹਾਈ ਕੀਤੇ ਬਿਨਾਂ ਡਾਕਟਰ ਬਣ ਜਾਣਾ। ਜਿਹੜੇ ਲੋਕ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਨੇ, ਉਹ ਜਿਸ ਤਰ੍ਹਾਂ ਮਤਲਬ ਉਹ ਗੁਰਬਾਣੀ ਵੀ ਨਹੀਂ ਸਿੱਖੀ ਹੋਈ ਜਿਨ੍ਹਾਂ ਨੇ, ਉਹ ਫਿਰ ਕਿਸ ਤਰ੍ਹਾਂ ਟੈਗ ਹੋਣਗੇ ਰੱਬੀ ਲਾਜ਼ ਨਾਲ? ਉਹਦਾ ਤੇ ਆਈ ਥਿੰਕ ਬੰਦਾ ਇੰਡੀਆ ਵਿੱਚ ਡਾਕਟਰੀ ਕੀਤੀ ਹੋਏ ਜਾਂ ਬੰਦਾ ਨੇ ਰਸ਼ੀਆ ਵਿੱਚ ਜਾ ਕੇ ਡਾਕਟਰੀ ਕੀਤੀ ਹੋਵੇ, ਉਹ ਸ਼ਾਇਦ ਉਹਨਾਂ ਦੀ ਭਾਸ਼ਾ ਵੱਖਰੀ ਹੋ ਸਕਦੀ ਹੈ, ਪਰ ਸੁਭਾਅ ਉਂਝ ਬਣਾਉਣਾ ਪਏਗਾ ਨਾ ਵੀਰ ਜੀ। ਆਈ ਥਿੰਕ ਸਾਨੂੰ ਉਸ ਤਰ੍ਹਾਂ ਦਾ ਆਪਣਾ ਸੁਭਾਅ। ਇੱਕ ਮਿੰਟ ਅਰਵਿੰਦਰ ਵੀਰ ਜੀ। हाँ भैन जी, बिल्कुल आप जी ਜਿਹੜਾ ਵਿਚਾਰ ਦੇ ਰਹੇ ਹੋ ਬਿਲਕੁਲ ਠੀਕ ਆਪ ਜੀ ਵਿਚਾਰ ਦੇ ਰਹੇ ਹੋ। ਸ਼ਾਇਦ ਮੈਨੂੰ ਪੁੱਟ ਅਪ ਨਹੀਂ ਕਰਨਾ ਆ ਰਿਹਾ, ਆਈ ਐਮ ਸੌਰੀ। ਹਾਂਜੀ ਇੱਕ ਸੈਕਿੰਡ ਭੈਣ ਜੀ, ਮੈਨੂੰ ਪੁੱਟ ਅਪ ਨਹੀਂ ਕਰਨਾ ਆ ਰਿਹਾ। ਜਿਸ ਤਰ੍ਹਾਂ ਗੱਲ ਕਰ ਰਹੇ ਹੋ ਆਪ ਜੀ ਠੀਕ ਕਰ ਰਹੇ ਹੋ। ਹਰਵਿੰਦਰ ਵੀਰ ਜੀ ਜੋ ਚੀਜ਼ ਸਮਝਾਣਾ ਕਰ ਰਹੇ ਨਾ, ਉਹਨੂੰ ਅਸੀਂ ਅਗਰ ਸਮਝਣਾ ਕਰੀਏ ਨਾ, ਇੱਕ ਵਾਰੀ ਸਾਂਝ ਬਣੀ ਸੀ, ਇੱਕ ਬੱਚੇ ਨੂੰ ਅਸੀਂ ਸਵਾਲ ਕਰੀਏ ਨਾ ਤੇ ਬੱਚੇ ਨੂੰ ਪੁੱਛੀਏ ਬੇਟਾ 2 + 2 ਕਿੰਨਾ ਹੁੰਦਾ ਹੈ, ਜੇ ਉਹਨੂੰ ਆਉਂਦਾ ਹੋਏਗਾ ਤੇ ਇਮੀਡੀਏਟਲੀ ਕਹੇਗਾ 4। ਜੇ ਬੱਚੇ ਨੂੰ ਕਹੀਏ 25 × 25 ਕਿੰਨਾ ਹੋਏਗਾ, ਬੱਚਾ ਸੋਚਾਂ ਵਿੱਚ ਪੈ ਜਾਏਗਾ ਕਿੰਨਾ ਹੈ, ਕਿਉਂਕਿ ਅਜੇ ਤੱਕ ਉਹ ਵਿਚਾਰ, ਉਹ ਕੈਲਕੂਲੇਸ਼ਨ, ਉਹ ਗਿਆਨ ਉਸਦੇ ਅੰਦਰ ਨਹੀਂ ਗਿਆ। ਸਾਡਾ ਮਨ ਉਨਾ ਹੀ ਜਾਗਰਿਤ ਹੁੰਦਾ ਹੈ ਜਿੰਨਾ ਉਹਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਿਹੜੀ ਵਿਚਾਰ ਆਪ ਦੀ ਗੱਲ ਕਰ ਰਹੇ ਹੋ ਨਾ, ਅਸੀਂ ਹਰ ਵਕਤ ਗੁਰੂ ਗ੍ਰੰਥ ਸਾਹਿਬ ਜੀ ਖੋਲ ਕੇ ਪੰਕਤੀਆਂ ਨਹੀਂ ਖੋਲਣੀਆਂ, ਹਰ ਵਕਤ ਅਸੀਂ ਨਹੀਂ ਅਸੀਂ ਨਾਲ ਰੱਖ ਸਕਦੇ, ਜਾਂ ਮੋਬਾਈਲ ਖੋਲ ਕੇ ਅਸੀਂ ਨਹੀਂ ਚੈੱਕ ਕਰ ਸਕਦੇ ਕਿ ਕੀ ਜਵਾਬ ਦੇਣਾ ਹੈ। ਇੱਕ ਵਾਰੀ ਸਾਨੂੰ ਕੈਲਕੂਲੇਸ਼ਨ ਆ ਜਾਂਦੀ ਹੈ, ਅਸੀਂ ਬਾਜ਼ਾਰ ਸੌਦਾ ਕਰਨ ਜਾਂਦੇ ਹਾਂ, ਕੋਈ ਸਾਨੂੰ ਠੱਗਣ ਲੱਗੇ, ਅਸੀਂ ਇਮੀਡੀਏਟਲੀ ਮਨ ਦੇ ਵਿੱਚੋਂ ਜਵਾਬ ਆ ਜਾਂਦਾ ਹੈ ਕਿ ਇਹ ਸਾਨੂੰ ਠੱਗ ਰਿਹਾ ਹੈ। ਅਸੀਂ ਕੈਲਕੂਲੇਸ਼ਨ ਕਰਕੇ ਉਹਨੂੰ ਕਹਿੰਦੇ ਹਾਂ ਕਿ ਤੇਰਾ ਟੋਟਲ ਹੋਣਾ ਚਾਹੀਦਾ ਸੀਗਾ, ਤੂੰ ਟੋਟਲ ਗਲਤ ਕਰ ਰਿਹਾ। ਤੇ ਹਰਵਿੰਦਰ ਵੀਰ ਜੀ ਵੀ ਇਹੋ ਬਿਲਕੁਲ ਇਸੇ ਮੁਤਾਬਿਕ ਸਮਝਾਣਾ ਕਰ ਰਹੇ ਹਨ ਕਿ ਗੁਰੂ ਕੋਲੋਂ ਪੁੱਛ ਕੇ ਦੇਖਣ ਤੋਂ ਪਾਓ ਇਹ ਨਹੀਂ ਹੈ ਕਿ ਅਸੀਂ ਹਰ ਵਕਤ ਮੋਬਾਈਲ ਖੋਲੀਏ, ਗੁਰੂ ਕੀ ਕਹਿ ਰਿਹਾ ਲੱਭਣਾ ਕਰੀਏ। ਪਾਓ ਜਿਸ ਤਰ੍ਹਾਂ ਅਸੀਂ ਗਿਆਨ ਨਾਲ ਜੁੜਾਂਗੇ, ਉਸ ਤਰ੍ਹਾਂ ਸਾਡਾ ਮਨ ਜਾਗਰਿਤ ਹੁੰਦਾ ਰਹੇਗਾ ਤੇ ਸੰਸਾਰ ਦੀ ਕਾਰ ਵਿਹਾਰ ਕਰਦੇ ਹੋਏ ਉਹ ਸਾਡਾ ਜਾਗਰਿਤ ਹੋਇਆ ਮਨ ਸਾਨੂੰ ਆਪ ਸਮਝਾਉਂਦਾ ਰਹੇਗਾ। ਔਰ ਜੇਕਰ ਅਸੀਂ ਮਨ ਮੁਤਾਬਿਕ ਕਰਾਂਗੇ ਤੇ ਮਨ ਤੇ ਜਿਹੜਾ ਹੈ ਅਜੇ ਸਾਡਾ ਨਿਵਾਨ ਨੂੰ ਅਗਰ ਹੈ ਤੇ ਨਿਵਾਨ ਦੀ ਇੱਛਾਵਾਂ ਰੱਖੇਗਾ। ਇਹ ਵੱਡ ਉੱਚਾ ਹੋਏ ਕੋਈ ਤਿਸ ਉੱਚੇ ਕੋ ਜਾਣੇ ਸੋਏ। ਤੇ ਸਾਡਾ ਮਨ ਜਿਹੜਾ ਹੈ ਗੁਰੂ ਦੇ ਮੁਤਾਬਿਕ ਬਣ ਜਾਏ ਤੇ ਮਨ ਆਪੇ ਹੀ ਸਾਨੂੰ ਸੱਚ ਦਾ ਜਵਾਬ ਦਿੰਦਾ ਰਹੇਗਾ, ਸਾਨੂੰ ਸੱਚ ਵਾਲੇ ਪਾਸੇ ਤੋਰਦਾ ਰਹੇਗਾ। ਲੇਕਿਨ ਮਨ ਦੀ ਅਗਵਾਈ ਗੁਰੂ ਦੀ ਅਗਵਾਈ ਹੋਣੀ ਚਾਹੀਦੀ ਹੈ। ਮਨ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਚੱਲਣਾ ਚਾਹੀਦਾ। ਉਮੀਦ ਹੈ ਆਪ ਜੀ ਨੂੰ ਜਵਾਬ ਮਿਲ ਗਿਆ ਹੋਣਾ। जी भैन जी, मेरे ख्याल आप जी दी ऑडियो ऑफ है। प्रदीप जी आप जी फिर अगला सवाल ले लीजिए। जे सुखविंदर वीर जी सतबीर वीर जी आप जी ऐड कर दो प्लीज। सतबीर वीर जी क्वेश्चन जो भैन जी ने पूछा सी ना, वो तो ਆਪਾਂ क्वेश्चन ਦੀ ਗੱਲ ਹੀ ਨਹੀਂ ਕੀਤੀ। ਭੈਣ ਜੀ ਨੇ ਸਿਰਫ ਇੰਨਾ ਪੁੱਛਿਆ ਸੀ ਕਿ ਰੱਬ ਜੀ ਤੋਂ ਅਸੀਂ ਪਲ ਪਲ ਕਿਵੇਂ ਪੁੱਛ ਸਕਦੇ ਹਾਂ। ਸਾਨੂੰ ਸਿਰਫ ਉਹਨਾਂ ਨੇ ਤਰੀਕਾ ਪੁੱਛਿਆ ਸੀ ਕਿ ਰੱਬ ਜੀ ਤੋਂ ਅਸੀਂ ਪਲ ਪਲ ਕੇ ਪੁੱਛ ਕੇ ਆਪਣੇ ਕਰਮ ਕਿਵੇਂ ਕਰਨੇ ਆ, ਉਹ ਅਸੀਂ ਉਸ ਤੇ ਡਿਸਕਸ਼ਨ ਕਰੀਏ ਜੀ। ਰੱਬ ਜੀ ਤੋਂ ਪਲ ਪਲ ਪੁੱਛਣ ਦਾ ਤਰੀਕਾ ਕੀ ਹੈ, ਉਹ ਭੈਣ ਜੀ ਨੇ ਤਾਂ ਉਹ ਪੁੱਛਿਆ ਸੀ ਅਸੀਂ ਰੱਬ ਜੀ ਤੋਂ ਪਲ, ਆਪਾਂ ਕਹਿੰਦੇ ਨਾ ਰੱਬ ਜੀ ਤੋਂ ਪਲ ਪਲ ਪੁੱਛ ਕੇ ਰੱਬ ਜੀ ਤੋਂ ਕੰਮ ਕਰੇ, ਕਿਵੇਂ ਤਰੀਕਾ ਭੈਣ ਜੀ ਨੇ ਉਹ ਪੁੱਛਿਆ ਸੀ ਜੀ। हाँ जी सुखविंदर जी आप जी सांझ पा दो। ਵੀਰ ਜੀ ਉਹ ਕੀ ਕਹਿੰਦੇ, ਉਹਨਾਂ ਨੇ ਨਾ ਹਰਵਿੰਦਰ ਭਾਜੀ ਤੋਂ ਪੁੱਛਿਆ ਸੀ। ਮੈਂ ਕਹਿੰਦਾ ਵੀ ਉਹੀ ਸਾਂਝ ਪਾ, ਕਿਉਂਕਿ ਉਹਨਾਂ ਨੇ ਭੈਣ ਜੀ ਨੇ ਨਾਂ ਲੈ ਕੇ ਬੋਲਿਆ ਵੀ ਹਰਵਿੰਦਰ ਭਾਜੀ ਨੇ ਕੱਲ ਕੋਟ ਕੀਤਾ ਸੀ ਜੀ, ਉਹ ਕਰਨੇ ਦਾ। ਜਦੋਂ ਬੰਦਾ ਗਿਆਨ ਨੂੰ ਪੜ੍ਹੀ ਜਾਂਦਾ ਹੈ ਨਾ, ਅੱਜ ਜਿਹੜਾ ਡਾਕਟਰ ਜੇ ਕੋਈ ਆਪਰੇਸ਼ਨ ਕਰਨ ਲੱਗਿਆ ਹੈ ਤੇ ਉਹ ਜਦੋਂ ਚੀਰ ਫਾੜ ਕਰਦਾ ਉਸ ਟਾਈਮ ਤੇ ਕਿਤਾਬਾਂ ਨਾਲ ਲੈ ਕੇ ਨਹੀਂ ਬਹਿੰਦਾ। ਜਦੋਂ ਉਹਨੂੰ ਐਟ ਦੈਟ ਸਪੌਟ ਜਿਹੜੇ ਹਾਲਾਤ ਬੰਦੇ ਨੇ ਨਾ, ਉਹ ਗਿਆਨ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਅੰਦਰੋਂ ਗਿਆਨ ਆਵਾਜ਼ ਦਿੰਦਾ ਹੈ ਤੁਹਾਨੂੰ, ਤੁਸੀਂ ਉਸ ਗਿਆਨ ਨੂੰ ਪੁੱਛਦੇ ਹੋ। ਗੁਰੂ ਕੋਈ ਅਸੀਂ ਕਹਿ ਰਹੇ ਹਾਂ ਗੁਰੂ ਕੋਈ ਸਥੂਲ ਵਸਤੂ ਨਹੀਂ ਹੈ। ਉਹ ਗਿਆਨ ਜੋ ਤੁਸੀਂ ਅੰਦਰ ਪਾਇਆ ਸੀ ਨਾ, ਤੁਸੀਂ ਉਸ ਫੈਕਲਟੀ ਨੂੰ ਫਿਰ ਕਨੈਕਟ ਕਰਦੇ ਹੋ। ਤੁਸੀਂ ਪਹਿਲਾਂ ਉਹਨੂੰ ਆਪਣੇ ਅੰਦਰ ਲੈ ਕੇ ਗਏ ਹੋ, ਉਹ ਤੁਹਾਡੇ ਅੰਦਰ ਟਿਕਿਆ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ।
ਅਸੀਂ ਸਿਮਰ ਤੇ ਸਦਾ ਸੰਭਾਲੇ ਅਸੀਂ ਉਹਨੂੰ ਹਮੇਸ਼ਾ ਚੇਤੇ ਰੱਖਣੇ ਆ, ਯਾਦ ਰੱਖਣੇ ਆ, ਰਿਫਰੈਸ਼ ਕਰਦੇ ਰਹਿੰਦੇ ਆ। ਲੋੜ ਪੈਣ ਦੇ ਉੱਤੇ ਅਸੀਂ ਉਸ ਫੈਕਲਟੀ ਨੂੰ ਜੋ ਸਾਡੇ ਅੰਦਰ ਡਿਵੈਲਪ ਹੋ ਚੁੱਕੀ ਹੋਈ ਹੈ ਹੁਣ, ਅਸੀਂ ਉਹਨੂੰ ਕਨੈਕਟ ਕਰਨੇ ਆ, ਉਹ ਸਾਨੂੰ ਜਵਾਬ ਦਿੰਦੀ ਹੈ ਕੀ ਕਰਾਂ ਨਹੀਂ ਕਰਾਂ, ਮੈਂ ਇਹ ਆਰਗਨ ਕੱਟਾਂ ਨਾ ਕੱਟਾਂ, ਇਹਦੀ ਹਾਲਾਤ ਕਿਤਨੀ ਖਰਾਬ ਨੇ, ਮੈਂ ਇਹਨੂੰ ਕੀ ਕਵਾਂ। ਜਿਹੜਾ ਜਜਮੈਂਟ ਜਿਹੜਾ ਲੈਣਾ ਹੈ ਨਾ, ਉਹ ਅੰਦਰ ਜੋ ਗਿਆਨ ਬਹਿ ਚੁੱਕਾ ਹੋਇਆ ਹੈ ਉਹ ਫਿਰ ਸਾਨੂੰ ਜਵਾਬ ਦਿੰਦਾ ਹੈ। ਹਾਂਜੀ सुखविंदर वीर जी, आप जी ऐड करना चाहो तो प्लीज विचार दे ਹਾਂਜੀ ਵੀਰ ਜੀ, ਬਿਲਕੁਲ ਵੀਰ ਜੀ ਨੇ ਹੁਣ ਬਹੁਤ ਸੋਹਣੀ ਗੱਲ ਕੀਤੀ ਹੈ, ਕਿਉਂਕਿ ਹੁਣ ਨਾ ਆਪਣਾ ਜਿਹੜਾ ਪੁਆਇੰਟ ਸੀ ਨਾ, ਆਪਾਂ ਥੋੜਾ ਉਸ ਤੋਂ ਬਾਹਰ ਅਲੱਗ ਜਾ ਰਹੇ ਸੀ। ਹੁਣ ਉਹ ਕੁਐਸਚਨ ਦਾ ਆਨਸਰ ਮੇਰੇ ਖਿਆਲ ਨਾਲ ਭੈਣ ਜੀ ਦਾ ਹੋ ਗਿਆ ਹੋਣਾ ਕਿ ਅੰਦਰ ਦੀ ਗੱਲ ਹੀ ਸਤਿਗੁਰੂ ਹੈ। ਸਾਡੇ ਜਿਹੜਾ ਅਸੀਂ ਜਿਸ ਨੂੰ ਰੱਬ ਸਮਝਦੇ ਹਾਂ ਨਾ, ਉਹ ਸਾਡੇ ਅੰਦਰ ਦੀ ਜਿਹੜੀ ਆਵਾਜ਼ ਹੈ ਨਾ, ਉਸੇ ਨੂੰ ਹੀ ਗੁਰਬਾਣੀ ਰੱਬ ਆਖਦੀ ਹੈ। ਉਸੇ ਨੂੰ ਹੀ ਅੰਤਰ ਆਤਮਾ ਦੀ ਆਵਾਜ਼ ਆਖਦੇ ਨੇ, ਉਸੇ ਨੂੰ ਧੁਰ ਕੀ ਬਾਣੀ ਆਖਦੇ ਨੇ, ਔਰ ਉਸੇ ਨੂੰ ਹੀ ਕੀ ਕਹਿੰਦੇ ਆ ਘੱਟ ਘੱਟ ਮੈਂ ਹਰ ਜੂ ਵਸਿਆ ਆਖਦੇ ਨੇ। ਕਿਉਂਕਿ ਜਿਹੜਾ ਰੱਬ ਜੀ ਨੇ ਉਹ ਹਰੇਕ ਦੇ ਅੰਦਰ ਵਸਦੇ ਨੇ, ਔਰ ਉਹ ਸਾਨੂੰ ਗਾਈਡ ਕਰਦੇ ਨੇ। ਅਸੀਂ ਉਹਨਾਂ ਦੀ ਗੱਲ ਨੂੰ ਇਗਨੋਰ ਕਰਦੇ ਹਾਂ। ਉਹ ਸਾਨੂੰ ਹਰ ਪਲ ਤੇ ਗਾਈਡ ਕਰਦੇ ਨੇ। ਅਸੀਂ ਜਦੋਂ ਵੀ ਕੁਝ ਬੁਰਾ ਕਰਨ ਲੱਗਦੇ ਜਾਂ ਕੋਈ ਵੀ ਕੰਮ ਕਰਨ ਲੱਗਦੇ ਨਾ, ਸਾਡੇ ਅੰਦਰ ਇੱਕ ਆਵਾਜ਼ ਆਉਂਦੀ ਹੈ ਕਿ ਤੂੰ ਛੋੜ। ਲੇਕਿਨ ਸਾਡਾ ਸੁਭਾਅ ਇੰਨਾ ਪੱਕਾ ਹੋਇਆ ਹੁੰਦਾ ਹੈ, ਜਦੋਂ ਕੋਈ ਸਾਨੂੰ ਇੱਕ ਸੁਣਾਉਂਦਾ ਤਾਂ ਸਾਡਾ ਸੁਭਾਅ ਐਵੇਂ ਦਾ ਬਣਿਆ ਜਿਸ ਉਸਨੂੰ ਚਾਰ ਸੁਣਾਉਂਦੇ ਆ। ਉਹ ਸਾਡਾ ਸੁਭਾਅ ਸਾਨੂੰ ਅੰਦਰਲੇ ਰੱਬ ਜੀ ਦੀ ਗੱਲ ਸੁਣਨ ਨਹੀਂ ਦਿੰਦਾ। ਗੁਰਬਾਣੀ ਇਸ ਨੂੰ ਕਹਿੰਦੇ ਨੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਉਹ ਸਤਿਗੁਰੂ ਰੱਬ ਜੀ ਜਿਹਨੂੰ ਆਪਾਂ ਅੰਦਰ ਕਹਿੰਦੇ ਨੇ ਰੱਬੀ, ਕੋਈ ਗੱਲ, ਉਹ ਮਨ ਹਰ ਜੀ ਤੇਰੇ ਨਾਲ ਹੈ। ਉਹ ਜਿਹੜੇ ਸਾਡੇ ਨਾਲ ਹੈ ਨਾ, ਅਸੀਂ ਉਹਨਾਂ ਨੂੰ ਅਸੀਂ ਜਿਹੜੇ ਸਾਡੇ ਪਲ ਰੱਬ ਜੀ ਸਤਿਗੁਰੂ ਜੀ ਰੱਬੀ ਹੁਕਮ ਸਾਡੇ ਨਾਲ ਚੱਲ ਰਹੇ ਨੇ ਨਾ, ਸਾਡੇ ਅੰਦਰ ਪਲ ਸਾਨੂੰ ਗਾਈਡ ਕਰਦੇ ਨੇ, ਅਸੀਂ ਉਹਨਾਂ ਨੂੰ ਸੁਣਨਾ ਸ਼ੁਰੂ ਕਰੀਏ। ਔਰ ਜਦੋਂ ਇਹ ਦੇਖੋ, ਇਹ ਜਿਹੜਾ ਰੱਬ ਦਾ ਕਨਸੈਪਟ ਹੈ ਨਾ ਗੁਰਬਾਣੀ ਦਾ, ਵਿੱਚ ਮਨ ਹਰ ਜੀ ਤੇਰੇ ਨਾਲ ਹੈ ਔਰ ਘੱਟ ਮੈਂ ਹਰ ਜੂ ਵਸਿਆ, ਇਹ ਤਾਂ ਦੁਨੀਆ ਦਾ ਕੋਈ ਵੀ ਇਨਸਾਨ, ਚਾਹੇ ਉਹ ਕਿੱਥੇ ਅੰਟਾਰਕਟਿਕਾ ਤੇ ਵੀ ਰਹਿੰਦਾ ਹੈ, ਉਹਦੇ ਨਾਲ ਵੀ ਰੱਬ ਜੀ ਉੱਥੇ ਹੈਗੇ। ਕੋਈ ਜਿਸ ਮਰਜ਼ੀ ਕੰਟਰੀ, ਚਾਹੇ ਉਹਨੂੰ ਪੰਜਾਬੀ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸਕੇ ਜਾਂ ਨਾ ਸਕੇ, ਲੇਕਿਨ ਰੱਬ ਜੀ ਤਾਂ ਉਹਦੇ ਨਾਲ ਹਮੇਸ਼ਾ ਹਰ ਵਕਤ ਹਰ ਜਗ੍ਹਾ ਮੌਜੂਦ ਹੈ ਨਾ। ਅੰਦਰਲੀ ਦੀ ਆਵਾਜ਼ ਸੁਣਨੀ, ਜਿਹੜੀ ਆਵਾਜ਼ ਸੁਣ ਕੇ ਅਸੀਂ ਜੋ ਕੰਮ ਕਰਨਾ ਸ਼ੁਰੂ ਕਰਾਂਗੇ, ਇਹੀ ਰੱਬ ਜੀ ਦੀ ਆਵਾਜ਼ ਹੈ। ਰੱਬ ਜੀ ਹਰੇਕ ਦੇ ਨਾਲ ਹੈ, ਸਿਰਫ ਸਿੱਖਾਂ ਦੇ ਨਾਲ ਜਾਂ ਕਿਸੇ ਦੇ ਨਾਲ ਨਹੀਂ, ਹਰ ਇੱਕ ਦੇ ਨਾਲ ਹੈ। ਲੇਕਿਨ ਉਸ ਨੂੰ ਸੁਣਨਾ ਹੀ ਭਗਤੀ ਹੈ। ਉਸ ਨੂੰ ਸੁਣਨਾ ਤਾਂ ਹੀ ਕਰਨਗੇ ਜਦੋਂ ਸਾਡੀ ਆਪਣੀ ਜਿਹੜਾ ਸ਼ੋਰ ਬੰਦ ਹੋਣ ਲੱਗ ਜਾਏਗਾ ਨਾ, ਮਨ ਦਾ ਸ਼ੋਰ ਹੌਲੀ ਘਟਦਾ ਜਾਂਦਾ, ਤਾਂ ਅਸੀਂ ਅੰਦਰਲੀ ਨੂੰ ਜਿਵੇਂ ਸੁਣਦੇ ਜਾਂਦੇ ਹਾਂ ਨਾ, ਸਾਨੂੰ ਸੁਣਨਾ ਵੀ ਆ ਜਾਂਦਾ ਹੈ, ਹੌਲੀ ਸੁਣਨਾ ਵੀ ਆ ਜਾਂਦਾ ਹੈ। ਅੰਦਰਲੀ ਆਵਾਜ਼ ਸੁਣਨਾ ਹੀ ਰੱਬ ਜੀ ਦੀ ਆਵਾਜ਼ ਹੈ। ਰੱਬ ਜੀ ਤਾਂ ਹਮੇਸ਼ਾ ਬੋਲਦੇ ਨੇ, ਅਸੀਂ ਸੁਣਦੇ ਨਹੀਂ। ਹਰ ਗੱਲ ਸਾਨੂੰ ਰੱਬ ਜੀ ਤੋਂ ਪੁੱਛਣ ਦੀ ਵੀ ਲੋੜ ਨਹੀਂ। ਆਪਾਂ ਕਹਿੰਦੇ ਨਾ ਰੱਬ ਜੀ ਤੋਂ ਕਿਵੇਂ ਪੁੱਛ ਸਕਦੇ ਹਾਂ, ਨਹੀਂ ਪੁੱਛ ਨਹੀਂ ਸਕਦੇ, ਉਹ ਤਾਂ ਆਲਰੇਡੀ ਪਹਿਲਾਂ ਹੀ ਸਾਡੇ ਕੰਮ ਕਰਨ ਤੋਂ ਪਹਿਲਾਂ ਹੀ ਅੰਦਰ ਬੋਲਦੇ ਹੁੰਦੇ। ਸਾਨੂੰ ਸਿਰਫ ਪੁੱਛਣਾ ਨਹੀਂ, ਸਾਨੂੰ ਸਿਰਫ ਸੁਣਨਾ ਹੈ। ਉਹ ਹਮੇਸ਼ਾ ਬੋਲ ਰਹੇ ਨੇ ਅੰਦਰ। ਇਸ ਨੂੰ ਗੁਰਬਾਣੀ ਕਹਿੰਦੇ ਭਗਤ ਸੰਗ ਪ੍ਰਭ ਗੋਸ਼ਟ ਕਰਤ। ਲੇਕਿਨ ਸਾਡੀ ਗੋਸ਼ਟੀਆਂ ਬਾਹਰ ਚੱਲ ਰਹੀਆਂ ਨਾ, ਉਹ ਤਾਂ ਸਾਡੇ ਨਾਲ ਗੋਸ਼ਟੀ ਕਰ ਰਿਹਾ ਹਮੇਸ਼ਾ, ਅਸੀਂ ਉਹਨੂੰ ਸੁਣਦੇ ਹੀ ਨਹੀਂ ਪਏ। ਉਹਨੂੰ ਪੁੱਛਣਾ ਨਹੀਂ, ਉਹ ਹਮੇਸ਼ਾ ਬੋਲਦਾ ਰਹਿੰਦਾ ਹੈ, ਉਹ ਨਹੀਂ ਚੁੱਪ ਰਹਿੰਦਾ। ਸਾਨੂੰ ਸਿਰਫ ਕਹਿੰਦੇ ਨੇ ਤੂੰ ਮਨ ਨੂੰ ਚੁੱਪ ਕਰ, ਅਸੀਂ ਚੁੱਪ ਹੋਣਾ ਉਹਨੂੰ ਸੁਣਨ ਦੇ ਲਈ। ਉਹ ਹਮੇਸ਼ਾ ਬੋਲ ਰਿਹਾ, ਉਹਨੂੰ ਪੁੱਛਣਾ ਵੀ ਨਹੀਂ ਤੂੰ ਸਾਨੂੰ ਇਹ ਮੱਤ ਦੇ, ਉਹ ਬੋਲ ਹੀ ਰਿਹਾ ਹੈ। ਅਸੀਂ ਨਹੀਂ ਚੁੱਪ ਹੋ ਰਹੇ ਹਾਂ। ਅਸੀਂ ਆਪਣੀ ਮਨ ਦੀ ਮੱਤ ਵੱਲੋਂ ਜਿਹੜਾ ਸਾਡਾ ਸ਼ੋਰ ਪੈ ਰਿਹਾ ਨਾ ਅੰਦਰ, ਉਹਨੂੰ ਚੁੱਪ ਕਰੀਏ ਤਾਂ ਉਹਨੂੰ ਸੁਣਨਾ ਸ਼ੁਰੂ ਕਰੀਏ। ਹਾਂਜੀ ਵਾਹ ਵੀਰ ਜੀ, ਅਸੀਂ ਚੁੱਪ ਨਹੀਂ ਹੋ ਰਹੇ, ਉਹ ਤੇ ਬੋਲ ਹੀ ਰਿਹਾ। ਕੀ ਖੂਬਸੂਰਤ ਵਿਚਾਰ ਆਪ ਜੀ ਨੇ ਦਿੱਤਾ। ਮੇਰੇ ਕੋਲ ਜਵਾਬ ਭੈਣ ਜੀ ਨੂੰ ਮਿਲ ਗਿਆ ਹੋਣਾ। अपना प्रदीप वीर जी अगला सवाल ले ले जी। हाँ जी, मैं दीपिंदर वीर जी की ऑडियो ऑन करती है, प्लीज अपना क्वेश्चन पुट अप कर लें प्लीज। दीपिंदर वीर जी। हाँ जी वीर जी, वाहिगुरू जी का खालसा जी फतेह जी। वीर जी मैनू कल की टॉपिक सीगा, या तो स्क्रीन ते ला दो, मेरे हुण माइंड च नहीं है। नहीं हाँ, आप जी का कल क्वेश्चन सी जी, सुखविंदर वीर जी कह रहे सी कि भाई गुरु ही रब है, ਤੇ ਆਪ ਜੀ ਦਾ ਕੁਐਸਚਨ ਸੀ ਵੀ ਗੁਰਬਾਣੀ ਤਾਂ ਗੁਰੂ ਨਾਨਕ ਸਾਹਿਬ ਨੇ 400-500 ਸਾਲ ਪਹਿਲੇ ਰਚੀ ਹੈ ਤੇ ਰੱਬ ਤੇ ਉਸ ਤੋਂ ਪਹਿਲਾਂ ਵੀ ਹੈਗਾ ਸੀ। ਹਾਂ ਬਿਲਕੁਲ। ਆਈ ਥਿੰਕ ਸੁਖਵਿੰਦਰ ਵੀਰ ਜੀ ਇਸ ਤਰ੍ਹਾਂ ਰਿਪਲਾਈ ਕਰਨਗੇ। ਸੁਖਵਿੰਦਰ ਵੀਰ ਜੀ ਪਲੀਜ਼ ਆਪ ਜੀ ਰਿਪਲਾਈ ਕਰ ਦਿਓ। ਵੀਰ ਜੀ ਇਹ ਕੁਐਸਚਨ ਕਿੰਨਾ ਨੇ ਪੁੱਛਿਆ ਵੀਰ ਜੀ? ਦੀਪਿੰਦਰ ਵੀਰ ਜੀ ਨੇ ਜੀ। ਹਾਂ ਦੀਪਿੰਦਰ ਵੀਰ ਜੀ ਤੋਂ ਵੀਰ ਜੀ ਮੈਂ ਸਿਰਫ ਇੱਕ ਗੱਲ ਪੁੱਛਣਾ ਚਾਹ ਰਿਹਾ, ਜਿਹੜੇ ਉਹ ਗੱਲ ਕਰ ਰਹੇ ਨੇ ਨਾ ਵੀ
ਗੁਰੂ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਮੌਜੂਦ ਸੀ। ਉਹ ਵੀਰ ਜੀ ਤੋਂ ਮੈਂ ਪੁੱਛਣਾ ਚਾਹ ਰਿਹਾ ਕਿ ਉਹ ਗੁਰੂ ਸਾਹਿਬ ਸਮਝਦੇ ਕਿਸ ਨੂੰ ਹੈ? ਥੋੜਾ ਜਿਹਾ ਮੈਨੂੰ ਐਕਸਪਲੇਨ ਕਰ ਦੇ, ਕੁਐਸਚਨ ਮੈਨੂੰ ਨਾ ਕਲੀਅਰ ਨਹੀਂ ਹੋਇਆ ਉਹਨਾਂ ਦਾ। ਵੀਰ ਜੀ ਤੁਸੀਂ ਕਹਿ ਰਹੇ ਸੀ ਕਿ ਗੁਰਬਾਣੀ ਹੀ ਰੱਬ ਹੈ। ਜੇ ਗੁਰਬਾਣੀ ਹੀ ਰੱਬ ਹੈ, ਗੁਰਬਾਣੀ ਤਾਂ 500 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ ਨਾ ਜੀ। ਤੇ ਉਸ ਤੋਂ ਪਹਿਲਾਂ ਕਿਆ ਰੱਬ ਨਹੀਂ ਸੀ? ਵੀਰ ਜੀ ਇਹ ਤੁਸੀਂ ਕਿਸ ਤਰ੍ਹਾਂ ਮੰਨ ਲਿਆ ਕਿ ਗੁਰਬਾਣੀ ਇਹ 500 ਸਾਲ ਪਹਿਲਾਂ ਹੋਂਦ ਵਿੱਚ ਆਈ ਹੈ? ਤੁਸੀਂ ਕਿਹਾ ਨਾ ਜੀ, ਸਾਰੇ ਆਪਾਂ ਮੰਨ ਰਹੇ ਜੀ। ਵੀਰ ਜੀ ਮੈਂ ਰੋਜ਼ ਇਹ ਬੋਲਦਾ ਵੀ ਗੁਰਬਾਣੀ ਹੀ ਰੱਬ ਹੈ, ਮੈਂ ਅੱਜ ਹੁਣ ਵੀ ਕਹਿ ਰਿਹਾ, ਲੇਕਿਨ ਤੁਸੀਂ 500 ਸਾਲ ਵਾਲੀ ਗੱਲ ਕਿੱਥੋਂ ਜੋੜ ਲਈ? ਮੈਂ ਤਾਂ ਕਦੀ ਨਹੀਂ ਕਿਹਾ ਵੀ 500 ਸਾਲ ਪਹਿਲਾਂ ਗੁਰਬਾਣੀ ਆਈ ਹੈ। ਅਸੀਂ ਜਿਹੜੀ ਮੈਂ ਇਹ ਲਫ਼ਜ਼ ਕਦੀ ਨਹੀਂ ਬੋਲਿਆ। ਠੀਕ ਹੈ ਵੀਰ ਜੀ, ਸੌਰੀ ਜੇ ਤੁਸੀਂ ਨਹੀਂ ਬੋਲਿਆ, ਮੈਂ ਗੁਸਤਾਖੀ ਮਾਫੀ ਮੰਗ ਲੈਣਾ। ਹਾਂ ਪਹਿਲੀ ਗੱਲ। ਦੂਸਰੀ ਗੱਲ, ਅਸੀਂ ਗੁਰਬਾਣੀ ਵੀਰ ਜੀ, ਇੱਕ ਮਿੰਟ ਵੀਰ ਜੀ, ਆਪਾਂ ਗੁਰਬਾਣੀ ਨੂੰ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਹੈ ਉਹਨੂੰ ਗੁਰਬਾਣੀ ਮੰਨਦੇ ਆ ਜਾਂ ਕਿਸੇ ਹੋਰ ਨੂੰ ਵੀ ਗੁਰਬਾਣੀ ਮੰਨਦੇ ਆ ਜੀ? ਵੀਰ ਜੀ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹ ਰਿਹਾ ਸੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ, ਤੁਹਾਡੇ ਤੋਂ ਇਹ ਪੁੱਛਣਾ ਚਾਹ ਰਿਹਾ ਕਿ ਤੁਸੀਂ ਸਿਰਫ 500 ਸਾਲ ਪਹਿਲਾਂ ਜਿਹੜੀ ਸਿਰਫ ਇਸ ਗੁਰਬਾਣੀ ਨੂੰ ਹੀ ਗੁਰਬਾਣੀ ਮੰਨ ਰਹੇ ਹੋ, ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਿਹਾ। ਵੀਰ ਜੀ ਇਹ ਤਾਂ ਦੇਖੋ, ਆਪਾਂ ਜਿਸ ਟਾਈਮ ਸਵੇਰੇ ਵਿਚਾਰ ਆਪਾਂ ਕਰਦੇ ਹਾਂ ਉਸ ਟਾਈਮ ਵੀ ਸਾਨੂੰ ਇਹੀ ਸਵਾਲ ਉੱਧਰੋਂ ਜਵਾਬ ਆਉਂਦਾ ਸਤਬੀਰ ਸਿੰਘ ਜੀ ਵੱਲੋਂ, ਆਓ ਅਸੀਂ ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ। ਫਿਰ ਅਸੀਂ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਮੰਨ ਰਹੇ ਹਾਂ ਨਾ ਜੀ। ਜਾਂ ਤੁਸੀਂ ਇਹਨੂੰ ਕਿਸੇ ਹੋਰ ਐਂਗਲ ਨਾਲ ਦੇਖਦੇ ਹੋ, ਫਿਰ ਮੈਂ ਉਹ ਐਂਗਲ ਆਪਣਾ ਠੀਕ ਕਰਾਂ ਜੀ। ਮੈਂ ਹਾਂ ਵੀਰ ਜੀ, ਅਸੀਂ ਜਦੋਂ ਬੋਲਦੇ ਹਾਂ ਨਾ ਕਿ ਇਹ ਜਿਹੜੀ ਗੁਰਬਾਣੀ ਹੈ ਇਹ ਸੱਚ ਹੈ, ਸੱਚ ਹੀ ਹੁਕਮ ਹੈ, ਹੁਕਮ ਹੀ ਰੱਬੀ ਗੁਣ ਨੇ, ਰੱਬੀ ਨਿਯਮ ਨੇ, ਆਪਾਂ ਇਸ ਤਰ੍ਹਾਂ ਗੱਲ ਕਰਦੇ ਨਾ, ਉਹਦੇ ਸ਼ਬਦ ਹੈ। ਬਿਲਕੁਲ ਠੀਕ ਹੈ। ਔਰ ਅਸੀਂ ਇਹ ਵੀ ਕਹਿੰਦੇ ਨਾ ਕਿ ਮਨ ਹਰ ਜੀ ਤੇਰੇ ਨਾਲ ਹੈ, ਆਪਾਂ ਇਹ ਕਹਿੰਦੇ ਗੱਲ ਕਰਦੇ ਹਾਂ। ਆਪਾਂ ਇਹ ਵੀ ਕਹਿੰਦੇ ਹਾਂ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਠੀਕ ਹੈ ਜੀ, ਜਿਹੜਾ ਸਾਡੇ ਨਾਲ ਹੈ। ਦੇਖੋ ਤੁਸੀਂ ਤੁਸੀਂ ਸਮਝ ਲਓ, ਭੁੱਲ ਜਾਓ, ਅਸੀਂ ਮੰਨ ਲਓ ਕਿ ਅਸੀਂ ਇਸ ਟਾਈਮ 1300 ਈਸਵੀ ਵਿੱਚ ਜੀ ਰਹੇ ਹਾਂ, ਮੰਨ ਲਓ ਅਜੇ ਮਤਲਬ ਗੁਰਬਾਣੀ ਹੀ ਨਹੀਂ ਹੈ, ਕੁਝ ਵੀ ਨਹੀਂ ਹੈ। ਲੇਕਿਨ ਵੀਰ ਜੀ ਜਿਹੜੀ ਗੁਰਬਾਣੀ ਹੈ, ਜਿਹੜਾ ਮਨ ਹਰ ਜੀ ਤੇਰੇ ਨਾਲ ਹੈ, ਉਹ ਤਾਂ ਗੁਰਬਾਣੀ ਤੋਂ ਪਹਿਲਾਂ ਵੀ ਹਰ ਮਨੁੱਖਾਂ ਦੇ ਅੰਦਰ ਹਰ ਜੀ ਨਾਲ ਸਨ। ਸਤਿਗੁਰੂ ਕਾ ਉਪਦੇਸ਼ ਤਾਂ ਸਾਰਿਆਂ ਦੇ ਨਾਲ ਹਰ ਵਕਤ ਅੰਦਰ ਸੁਣ, ਸਾਰਿਆਂ ਦੇ ਨਾਲ ਵਸਦਾ ਸੀ। ਪਤਾ ਕੀ ਇਹ ਗੁਰਬਾਣੀ ਕੀ ਹੈ? ਇਹ ਜਿਨ੍ਹਾਂ ਨੇ ਮਨ ਹਰ ਜੀ ਤੇਰੇ ਨਾਲ ਹੈ, ਜਿਨ੍ਹਾਂ ਨੇ ਇਹ ਉਪਦੇਸ਼ ਨੂੰ ਮੰਨ ਕੇ ਹਰ ਜੀ ਨੂੰ ਅੰਦਰੋਂ ਸੁਣਨਾ ਸ਼ੁਰੂ ਕੀਤਾ, ਉਹਨਾਂ ਨੇ ਸਾਡੇ ਵਾਸਤੇ ਨਾ ਆਪਣਾ ਐਕਸਪੀਰੀਅੰਸ ਲਿਖਤਾ ਵੀ ਆਹ ਦੇਖੋ ਜੀ, ਜਿਵੇਂ ਕਹਿੰਦੇ ਨੇ ਨਾ ਉਹ ਰੱਬ ਸਾਡੇ ਅੰਦਰ ਬੈਠ ਕੇ ਬੋਲਦਾ ਹੈ। ਅਸੀਂ ਦੇਖੋ ਸੁਣਨਾ ਸ਼ੁਰੂ ਕੀਤਾ ਸੀ, ਸਤਿਗੁਰ ਕਾ ਉਪਦੇਸ਼ ਸੀ ਜਿਹੜਾ ਸਾਡੇ ਨਾਲ ਸੀ। ਅਸੀਂ ਇਹ ਗੁਰਬਾਣੀ ਜਿਹੜਾ ਪਹਿਲਾਂ ਵੀ ਹਰੇਕ ਇਨਸਾਨ ਦੇ ਅੰਦਰ ਸੀ, ਨਾਲ ਹੀ ਸੀ, ਹਰ ਜੀ ਹਮੇਸ਼ਾ ਤੋਂ ਨਾਲ ਸੀ। ਲੇਕਿਨ ਜਿਨ੍ਹਾਂ ਨੇ ਇਹ ਸੁਣ ਕੇ ਮੰਨ ਕੇ ਉਹ ਹਰ ਜੀ ਦਾ ਰੂਪ ਹੋਏ, ਉਹਨਾਂ ਨੇ ਸਾਨੂੰ ਨਾ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਇਹ ਦੇਖੋ ਇਸ ਤਰ੍ਹਾਂ ਮੰਨ ਕੇ, ਉਹਦੇ ਨੂੰ ਸੁਣ ਕੇ, ਉਹਨੂੰ ਮੰਨ ਕੇ ਇਸ ਤਰ੍ਹਾਂ ਉਹਦੇ 'ਚ ਅਭੇਦ ਹੋਇਆ ਜਾ ਸਕਦਾ ਹੈ। ਇਹ ਲਾਅ ਪਹਿਲਾਂ ਵੀ ਸੀ, ਇਹਨਾਂ ਨੇ ਉਹ ਲਾਅ ਨੂੰ ਅਪਲਾਈ ਕਰਕੇ ਉਹ ਸਾਡੇ ਲਈ ਦੱਸ ਦਿੱਤਾ ਵੀ ਇਹ ਲੋ, ਇਹ ਜੋ ਗੁਰਬਾਣੀ ਇਹ ਜੋ ਕਹਿ ਰਿਹਾ ਨਾ, ਇਹ ਝੂਠ ਨਹੀਂ ਹੈ। ਅਸੀਂ ਦੇਖੋ ਕਰ ਲਿਆ, ਸਾਡੇ ਅੰਦਰ ਵਸਦੇ ਰੱਬ ਪਹਿਲਾਂ ਵੀ ਇਸ ਲੇਖ ਦੇ ਅੰਦਰ ਵਸਦੇ ਸਨ, ਹਰ ਜੀ ਤੇਰੇ ਨਾਲ ਹੈ, ਪਹਿਲਾਂ ਵੀ ਸਨ। ਲੇਕਿਨ ਜਿਨ੍ਹਾਂ ਨੇ ਇੱਥੇ ਉਚਾਰਨ ਇੱਥੇ ਕੀਤਾ, ਇਹ ਉਹ ਨੇ ਜਿਨ੍ਹਾਂ ਨੇ ਇਹ ਪ੍ਰਾਪਤੀ ਕਰ ਲਈ ਸੀ, ਜਿਹਨੂੰ ਕਹਿੰਦੇ ਸਤਿਗੁਰੂ ਮੈਂ ਪਾਇਆ। ਅੰਦਰ ਵਸਦੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਪਦੇਸ਼ ਵਿੱਚ ਸਮਾਏ ਹੋਏ, ਉਹਨਾਂ ਨੇ ਸਾਡੇ ਨਾਲ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਬੜੀ ਮੁਸ਼ਕਲ ਹੁੰਦੀ ਹੈ ਅਗਰ ਇਸ ਤਰ੍ਹਾਂ ਦੇ, ਅਗਰ ਇਹ ਨਾ ਹੁੰਦਾ ਗਿਆਨ ਤਾਂ ਫਿਰ ਵੀ ਬੰਦਾ ਸਮਾ ਸਕਦਾ ਸੀ ਸੱਚ ਵਿੱਚ, ਲੇਕਿਨ ਬਹੁਤ ਥੋੜੇ। ਹੁਣ ਇਹਦੇ ਨਾਲ ਕੀ ਹੋਇਆ? ਹੁਣ ਜਿਹੜਾ ਵੀ ਇਸ ਗਿਆਨ ਨੂੰ, ਇਸ ਬਾਣੀ ਨੂੰ ਪੜ੍ਹ ਕੇ ਸਮਝ ਕੇ ਅਪਣਾ ਲੇਗਾ, ਹਰ ਕੋਈ ਬੜੀ ਈਜ਼ੀਲੀ ਉਸ ਸੱਚ ਵਿੱਚ ਸਮਾ ਸਕਦਾ। ਲੇਕਿਨ ਸੱਚ ਵੀ ਜੀ ਹਮੇਸ਼ਾ ਹਰੇਕ ਦੇ ਅੰਦਰ ਸੀ, ਇਹਨਾਂ ਨੇ ਸੁਣਿਆ ਸੀ ਤੇ ਸਾਡੇ ਨਾਲ ਸ਼ੇਅਰ ਕੀਤਾ। ਉਹਦੇ ਨਾਲ ਫਾਇਦਾ ਕੀ ਹੋਇਆ? ਹੁਣ ਦੁਨੀਆ ਵਾਸਤੇ ਬੜਾ ਈਜ਼ੀ ਹੋ ਗਿਆ। ਜਿਵੇਂ ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਹੋਰ ਸ਼ੇਅਰ ਕਰਾਂ, ਲਾਅ ਆਫ ਗ੍ਰੈਵਿਟੀ ਤਾਂ ਹਮੇਸ਼ਾ ਤੋਂ ਸੀ ਨਾ, ਲੇਕਿਨ ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਸੀ। ਇੱਕ ਬੰਦੇ ਦਾ ਧਿਆਨ ਗਿਆ ਤੇ ਉਹਦੇ ਧਿਆਨ ਗਿਆ, ਉਸਨੂੰ ਪਸੰਦ ਆਇਆ ਵੀ ਇਹ ਕੀ ਲਾਅ ਹੈ, ਮੈਨੂੰ ਪਸੰਦ ਆ ਰਿਹਾ ਹੈ, ਤੇ ਅੰਦਰ ਵਸਤੇ ਰੱਬ ਜੀ ਨੇ ਉਸਨੂੰ ਉਹ ਲਾਅ ਸਮਝਾ ਦਿੱਤਾ। ਉਸ ਲਾਅ ਦੀ ਪ੍ਰਾਪਤੀ ਹੋ ਗਈ ਉਹਨੂੰ, ਲਾਅ ਆਫ ਗ੍ਰੈਵਿਟੀ ਦੀ। ਉਸਨੇ ਉਹ ਲਾਅ ਆਫ ਗ੍ਰੈਵਿਟੀ ਬਾਰੇ ਵੱਡੀ ਸਾਰੀ ਕਿਤਾਬ ਲਿਖ ਕੇ ਦੁਨੀਆ ਸਾਹਮਣੇ ਰੱਖਤੀ। ਉਸਨੇ ਲਾਅ ਆਫ ਗ੍ਰੈਵਿਟੀ ਨਹੀਂ ਬਣਾਇਆ। ਹਾਂ, ਉਸਨੇ ਕੀ ਫਾਇਦਾ ਕੀਤਾ ਸਾਡੇ ਵਾਸਤੇ? ਉਸਨੇ ਲਾਅ ਆਫ ਗ੍ਰੈਵਿਟੀ ਨੂੰ ਸਮਝ ਕੇ ਨਾ, ਜੋ ਉਸਨੂੰ ਆਨੰਦ ਮਿਲਿਆ, ਜੋ ਉਸ ਦੀ ਤ੍ਰਿਪਤੀ ਹੋਈ, ਸਾਡੇ ਨਾਲ ਸ਼ੇਅਰ ਕਰ ਲਿਓ। ਦੁਨੀਆ ਦੇ ਲੋਗੋ, ਤੁਸੀਂ ਵੀ ਲਾਅ ਆਫ ਗ੍ਰੈਵਿਟੀ ਹੈ ਆਲਰੇਡੀ ਸੀ। ਇਹ ਮੈਂ ਇਸ ਤਰ੍ਹਾਂ ਸਮਝਿਆ ਸੀ, ਤੁਸੀਂ ਵੀ ਇਸ ਤਰ੍ਹਾਂ ਸਮਝ ਕੇ ਤੁਸੀਂ ਵੀ ਕੀ ਕਹਿੰਦੇ ਵਿਕਾਸ ਦੀ ਅਵਸਥਾ 'ਚ ਜਾ ਸਕਦੇ ਹੋ। ਲਾਅ ਆਫ ਗ੍ਰੈਵਿਟੀ ਹਮੇਸ਼ਾ ਤੋਂ ਸੀ। ਉਸ ਇੱਕ ਮਨੁੱਖ ਨੇ ਸਭ ਤੋਂ ਪਹਿਲਾਂ, ਜਿਸ ਨੂੰ ਸ਼ਾਇਦ ਆਈ ਥਿੰਕ ਨਿਊਟਨ ਕਹਿੰਦੇ ਨੇ ਨਾ, ਇਹ ਉਸਨੇ ਸਭ ਤੋਂ ਪਹਿਲਾਂ ਸਮਝਿਆ।
ਸਮਝ ਕੇ ਸਾਡੇ ਨਾਲ ਸ਼ੇਅਰ ਕੀਤਾ। ਆਲਰੇਡੀ ਸੀ, ਹੁਣ ਵੀ ਅੱਗੇ ਵੀ ਰਹੇਗੀ। ਇਸੇ ਤਰ੍ਹਾਂ ਗੁਰਬਾਣੀ ਹਰੇਕ ਦੇ ਅੰਦਰ, ਜਿਸ ਨੂੰ ਆਪਾਂ ਸਤਿਗੁਰੂ ਦਾ ਉਪਦੇਸ਼ ਕਹਿੰਦੇ ਹਾਂ, ਹਮੇਸ਼ਾ ਤੋਂ ਹਰੇਕ ਦੇ ਅੰਦਰ ਸੀ, ਹੈ, ਰਹੇਗੀ। ਜਿਨ੍ਹਾਂ ਨੇ ਸੁਣਿਆ ਸਾਡੇ ਨਾਲ ਉਹ ਸ਼ੇਅਰ ਕਰ ਦਿੱਤਾ, ਉਹ ਸਾਡੇ ਤੇ ਕਿਰਪਾ ਕਰ ਦਿੱਤੀ, ਉਹਨਾਂ ਨੇ ਸਾਡੇ ਨਾਲ ਸ਼ੇਅਰਿੰਗ ਕੀਤੀ ਕਿ ਸਾਡੇ ਲਈ ਬੜਾ ਆਸਾਨ ਹੋ ਗਿਆ ਰਸਤਾ। ਜੇ ਉਹ ਨਾ ਵੀ ਦੱਸਦੇ ਫਿਰ ਵੀ ਅੱਜ ਗੁਰਬਾਣੀ ਤੋਂ ਬਿਨਾਂ ਵੀ ਲੋਕ ਪਾ ਸਕਦੇ, ਲੇਕਿਨ ਬਹੁਤ ਮੁਸ਼ਕਲ ਹੈ। ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਹੈਲਪ ਦੇ ਨਾਲ ਨਾ ਬਹੁਤ ਈਜ਼ੀ ਹੈ, ਬਟ ਇਸ ਤੋਂ ਬਿਨਾਂ ਵੀ ਪਾਇਆ ਜਾ ਸਕਦਾ ਅੰਦਰਲੀ ਆਵਾਜ਼ ਸੁਣ ਕੇ, ਬਟ ਉਹ ਬਹੁਤ ਮੁਸ਼ਕਲ ਰਸਤਾ ਹੈ। ਇਹਦੇ ਨਾਲ ਤਾਂ ਸਾਡੇ ਮੀਲ ਪੱਥਰ ਹੋ ਰਹੇ ਆ ਨਾ, ਅਸੀਂ ਰਸਤੇ ਤੇ ਚੱਲ ਰਹੇ, ਸਾਨੂੰ ਦੱਸਦੀ ਜਾ ਰਹੀ ਹੈ ਗੁਰਬਾਣੀ, ਹਾਂ ਤੂੰ ਇੱਕ ਕਦਮ ਹੋਰ, 1 ਕਿਲੋਮੀਟਰ ਤੇਰਾ ਹੋਰ ਕੱਟ ਗਿਆ, 1 ਕਿਲੋਮੀਟਰ ਹੋਰ ਕੱਟ ਗਿਆ, ਤੂੰ ਸਹੀ ਰਸਤੇ ਜਾ ਰਿਹਾ, ਸਹੀ ਰਸਤੇ ਜਾ ਰਿਹਾ। ਇਹ ਗਾਈਡ ਕਰ ਰਹੀ ਹੈ ਨਾਲ ਨਾਲ ਸਾਨੂੰ। ਇਸ ਤਰ੍ਹਾਂ ਅਸੀਂ ਸਮਝੀਏ ਸਤਿਗੁਰੂ ਤਾਂ, ਗੁਰਬਾਣੀ ਤਾਂ ਹਮੇਸ਼ਾ ਸਾਡੇ ਅੰਦਰ ਬੋਲਦੀ ਹੈ, ਅਸੀਂ ਸੁਣਨਾ ਹੈ। ਪਹਿਲਾਂ ਵੀ ਸੀ, ਲੇਕਿਨ ਪਹਿਲਾਂ ਲੋਕਾਂ ਨੇ ਸੁਣਿਆ ਨਹੀਂ ਸੀ। ਜਿਵੇਂ ਲਾਅ ਆਫ ਗ੍ਰੈਵਿਟੀ ਲਿਆ, ਸਮਝ ਲਿਆ, ਆਪ ਉਸ 'ਚ ਜੀਣ ਲੱਗ ਗਏ ਤੇ ਸਾਡੇ ਲਈ ਸ਼ੇਅਰਿੰਗ ਕਰਕੇ ਚਲੇ ਗਏ। ਹਾਂਜੀ, ਵੈਰੀ ਵੈਲ ਐਕਸਪਲੇਨਡ ਸੁਖਿੰਦਰ ਵੀਰ ਜੀ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਜਵਾਬ ਦਿੱਤਾ। ਉਮੀਦ ਹੈ ਦਵਿੰਦਰ ਸਿੰਘ ਜੀ ਨੂੰ ਕਈ ਵਾਰੀ ਅਲਫਾਜ਼ਾਂ ਵਿੱਚ ਸਾਨੂੰ ਕਨਫਿਊਜ਼ਨ ਹੋ ਜਾਂਦੀ ਹੈ। ਕਈ ਅਲਫਾਜ਼ ਇਸ ਤਰੀਕੇ ਦੇ ਇਸਤੇਮਾਲ ਕੀਤੇ ਜਾਂਦੇ ਨੇ ਹਰ ਵਾਰੀ, ਕਿਉਂਕਿ ਪੂਰੀ ਡਿਟੇਲਿੰਗ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਸ ਬਾਬਤ ਪਹਿਲਾਂ ਕਈ ਵਾਰੀ ਗੱਲ ਹੋ ਚੁੱਕੀ ਹੁੰਦੀ ਹੈ, ਤੇ ਕਈ ਵਾਰੀ ਅਲਫਾਜ਼ਾਂ ਵਿੱਚ ਸ਼ਾਰਟ ਗੱਲ ਕੀਤੀ ਜਾਂਦੀ ਹੈ ਤੇ ਕਨਫਿਊਜ਼ਨ ਹੋ ਜਾਂਦੀ ਹੈ ਕਿ ਸ਼ਾਇਦ ਇਸ ਦੇ ਅਰਥ ਇਹ ਨਿਕਲਦੇ ਹਨ। ਹਾਂ, ਅੱਜ ਮੇਰੇ ਖਿਆਲ ਇਸ ਵਿਚਾਰ ਬਾਬਤ ਪੂਰੀ ਤਰ੍ਹਾਂ ਤੋਂ ਵਿਚਾਰ ਖੁੱਲ ਗਏ ਹੋਣੇ। ਹਾਂ, ਪ੍ਰਦੀਪ ਵੀਰ ਜੀ, ਅੱਜ ਮੇਰੇ ਖਿਆਲ ਸਮਾਂ ਹੋ ਗਿਆ ਤੇ ਤੀਜਾ ਸਵਾਲ ਹਾਂਜੀ, ਅੱਜ ਪਰਮਪਾਲ ਵੀਰ ਜੀ ਦਾ ਕੁਐਸਚਨ ਸੀ, ਜੇ ਕਹੋ ਤੇ ਮੈਂ ਪੁੱਟ ਅਪ ਕਰ ਲੈਣਾ ਜਾਂ ਕੱਲ ਵਾਸਤੇ ਅਸੀਂ ਪੈਂਡਿੰਗ ਰੱਖ ਲੈਣਾ, ਜਿਸ ਤਰ੍ਹਾਂ ਹੁਕਮ ਕਰੋ। ਹਾਂ, ਕਿਉਂਕਿ ਸਮਾਂ ਹੋ ਗਿਆ, ਦੇਖ ਲਓ ਜਿਸ ਤਰ੍ਹਾਂ ਠੀਕ ਲੱਗੇ। ਸੁਖਿੰਦਰ ਵੀਰ ਜੀ, ਆਪ ਜੀ ਅੱਗੇ ਕੁਐਸਚਨ ਰੱਖ ਲੈਣਾ, ਤੁਸੀਂ ਆਪ ਜੀ ਕੱਲ ਇਹਦੀ ਵਿਚਾਰ ਕਰ ਦੇਣਾ ਜੀ। ਪਰਮਪਾਲ ਵੀਰ ਜੀ ਦਾ ਕੁਐਸਚਨ ਸੀ, ਜਿਵੇਂ ਆਪਾਂ ਪੜ੍ਹਨੇ ਆ ਕੀਤੀ ਛੁੱਟੀ ਨਾਲ ਦਾ ਉਹ ਅਰਥ ਸਮਝਣਾ ਚਾਹੁੰਦੇ ਸੀ ਆਪ ਜੀ ਕੋਲੋਂ। ਠੀਕ ਹੈ, ਕੱਲ ਆਪਾਂ ਸ਼ੇਅਰ ਕਰ ਲਾਂਗੇ ਤੇ ਕੱਲ ਆਪਾਂ ਪਹਿਲਾ ਕੁਐਸਚਨ ਪਰਮਪਾਲ ਵੀਰ ਜੀ ਅਗਰ ਨਾ ਲੰਨ ਤੇ ਉਹਨਾਂ ਦੀ ਆਡੀਓ ਔਨ ਕਰ ਦਿਓ, ਉਹਨਾਂ ਨੂੰ ਸਵਾਲ ਪੁੱਟ ਅਪ ਕਰਨ ਦਿਓ ਬਸ। ਹਾਂਜੀ, 1 ਮਿੰਟ ਜੀ, ਮੈਂ ਦੇਖਣਾ ਜੇ ਹੈਗੇ ਨੇ ਸਾਡੇ ਨਾਲ ਤੇ ਮੈਂ ਉਹਨਾਂ ਦੀ ਆਡੀਓ ਔਨ ਕਰ ਦੇਣਾ ਜੀ। 1 ਮਿੰਟ। ਪਰਮਪਾਲ ਵੀਰ ਜੀ, ਅਗਰ ਆਪ ਜੀ ਨਾ ਲੋ ਤੇ ਪਲੀਜ਼ ਸਵਾਲ ਪੁੱਟ ਅਪ ਕਰ ਲਓ। ਹਾਂਜੀ, ਮੈਂ ਉਹਨਾਂ ਦੀ ਆਡੀਓ ਔਨ ਕਰਤੀ। ਪਰਮਪਾਲ ਵੀਰ ਜੀ, ਆਪ ਜੀ अपना क्वेश्चन पुट अप कर लो प्लीज। परमपाल वीर जी, आप जी ऑडियो ऑन कर लो प्लीज जी अपनी। आई थिंक या तो वाले अपने सेट ਦੇ ਕੋਲ ਹੈਗੇ ਨਹੀਂ। ਉਹਨਾਂ ਦਾ ਕੁਐਸਚਨ ਇਹ ਹੈਗਾ ਸੀ ਵੀ ਜਿਵੇਂ ਆਪਾਂ ਪੜ੍ਹਨੇ ਨਾ ਖੇਰੇ ਚ ਜਿਹਨੇ ਨਾਮ ਦਿਹਾਇਆ ਗਏ ਮਸ਼ਕ ਆਗੇ ਜੀ। ਪਰਮਪਾਲ ਵੀਰ ਜੀ ਆਗੇ ਨੇ? हाँ जी, सुखने जी वही कह रहे थे, जिनी नाम दिया गए मशक्कत गहाल नानक ते उजले केती छुट्टी नाल, कहने केती छुट्टी नाल दा की अर्थ निकलदा। हाँ जी, कल गल कर लेंगे, है ना? कल पहला क्वेश्चन आई रख लांगे जी। हाँ, मैं समझ गया। ठीक। वाहिगुरु जी का खालसा, वाहिगुरु जी की फतेह। वाहिगुरु जी की फतेह।